ਮਤਲਬ ਵੀ ਜਿਸ ਮਾਹੌਲ 'ਚ ਤੁਸੀਂ ਪਲੇ ਹੋ ਪਿੱਛੋਂ ਬੰਟੇ ਮੈਨੂੰ ਨਹੀਂ ਲੱਗਦਾ ਤੁਸੀਂ ਕਿਤੇ ਹੋਣਗੇ ਉਸ ਟਾਈਮ ਬਸ ਇਹੋ ਜਿਹਾ ਹੀ ਮਾਹੌਲ ਸੀਗਾ। ਸਕੂਲੋਂ ਆਣਾ ਬਸ ਆਰਾਮ ਕਰਨਾ, ਫਿਰ ਗੇਮ ਸਾਡੇ ਉਸ ਟਾਈਮ ਕੰਪਲਸਰੀ ਸੀਗੀਆਂ, ਹੁਣ ਤਾਂ ਆਪਸ਼ਨਲ ਐਸੇ ਕੀਤੀਆਂ ਹੋਈਆਂ। ਸਕੂਲ ਮੈਂ ਜੈਵਲਿਨ, ਮੇਰੇ ਪਾਸ ਐਥਲੈਟਿਕਸ ਸੀਗਾ ਤੇ ਜੈਵਲਿਨ ਤੇ ਡਿਸਕਸ ਥਰੋ ਹੁੰਦਾ ਸੀਗਾ ਜੀ। ਉਹ ਮੈਂ ਜੈਵਲਿਨ ਮਾਰਿਆ, ਉਹ ਕਿਤੇ ਟੇਢਾ ਚਲਾ ਗਿਆ, ਉਹ ਇੱਕ ਲੜਕੀ ਦੇ ਇੱਥੇ ਲੱਗਿਆ। ਉਹ ਸ਼ੀ ਵਾਜ਼ ਮਾਈ ਫਰੈਂਡ ਐਂਡ ਆਈ ਫੈਲਟ ਸੋ ਬੈਡ। ਮੈਂ ਰੋਂਦੇ ਰੋਂਦੇ, ਅਸੀਂ ਗਵਰਨਮੈਂਟ ਸਕੂਲ 'ਚ ਸੀਗੇ ਉਦੋਂ, ਗਵਰਨਮੈਂਟ ਸਕੂਲ ਹੀ ਹੁੰਦੇ ਸੀਗੇ, ਫਟਾਫਟ ਨਾਲ ਹੀ ਹਸਪੀਟਲ ਸੀ ਧੂਰੀ ਦੇ ਵਿੱਚ, ਉਹਨੂੰ ਲੈ ਕੇ ਗਏ, ਉਹਦੇ 3 ਟਾਂਕੇ ਲੱਗੇ ਐਂਡ ਉਸ ਤੋਂ ਬਾਅਦ ਮੈਂ ਕਦੇ ਜੈਵਲਿਨ ਪਲੇ ਨਹੀਂ ਕੀਤਾ। ਆਈ ਗॉट ਸੋ ਸਕੇਅਰਡ। ਤੁਸੀਂ ਇੱਦਾਂ ਹੀ ਲੱਗੇ ਰਹੋ, ਇੰਨੀ ਸ਼ਿੱਦਤ ਨਾਲ ਕੰਮ ਕਰਦੇ ਰਹੋ। ਸਾਡੀ ਤਾਂ ਇਹੀ ਦੁਆ ਹੈ ਕਿ ਤੁਸੀਂ ਬਹੁਤ ਜ਼ਿਆਦਾ ਤਰੱਕੀ ਕਰੋ ਔਰ ਤੁਹਾਡੇ ਤਾਇਕਵਾਂਡੋ ਦੇ ਇੰਨਾ ਕਾਮਨ ਸਟੂਡੈਂਟ ਹੋ ਜਾਣ ਕਿ ਲੋਕ ਹਾਕੀ ਕ੍ਰਿਕਟ ਖੇਲਣੀ ਭੁੱਲ ਜਾਣ, ਸਿਰਫ ਤਾਇਕਵਾਂਡੋ ਹੀ ਖੇਲਣ। ਰੀਤੂ ਜੀ, ਤੁਸੀਂ ਜਿਸ ਤਰ੍ਹਾਂ ਪਹਿਲਾਂ ਦੱਸ ਰਹੇ ਸੀ ਕਿ ਹਰ 15 ਮਿੰਟ ਬਾਅਦ ਜਿਹੜਾ ਦੇਸ਼ ਦੇ ਵਿੱਚ ਕ੍ਰਾਈਮ ਹੁੰਦਾ, ਇੱਕ ਰੇਪ ਹੁੰਦਾ, ਤੇ ਫਿਰ ਕਿਸ ਤਰ੍ਹਾਂ ਚੁਣਨ ਕੁੜੀਆਂ, ਕਿਸ ਤਰ੍ਹਾਂ ਗੇਮ ਨੂੰ ਚੁਣਨ ਜਾਂ ਕਿਸ ਤਰ੍ਹਾਂ ਸੈਲਫ ਡਿਫੈਂਸ ਨੂੰ ਚੁਣਨ? ਕੀ ਸੋਚ ਲੈ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਗੇਮ ਨਾਲ ਜਾਂ ਸੈਲਫ ਡਿਫੈਂਸ ਨਾਲ ਜੁੜ ਜਾਣਾ ਚਾਹੀਦਾ? ਸਾਡੇ ਕਲਚਰ 'ਚ ਓਨੈਸਟੀ ਨਹੀਂ, ਠੀਕ ਹੈ। ਅਸੀਂ ਕਿਤੇ ਨਾ ਕਿਤੇ ਡਿਸਓਨੈਸਟ ਹੋ ਕਰਨਾ ਜਾਂਦੇ ਚਾਹਾਂਗੀ ਕਿ ਅਸੀਂ ਇੱਕ ਕਰਪਟ ਸਿਸਟਮ ਦਾ ਪਾਰਟ ਹੈ। ਉੱਥੇ ਜਦੋਂ ਪਲੇਅਰਸ ਵੀ ਚੂਜ਼ ਕੀਤੇ ਜਾਂਦੇ, ਉਹ ਵੀ ਸਿਫਾਰਿਸ਼ ਬੇਸਡ ਹੁੰਦੇ। ਕਿਤੇ ਤੁਹਾਨੂੰ ਸਾਰਿਆਂ ਨੂੰ ਇਹ ਲੱਗ ਰਿਹਾ ਹੋਊਗਾ ਕਿ ਸਰਕਾਰਾਂ ਨੂੰ ਆਪਾਂ ਕਹਿੰਦੇ ਆ ਵੀ ਮਾੜੀਆਂ ਨੇ, ਪਰ ਸਤਵਿੰਦਰ ਜਿਹੜਾ ਉਹ ਪੰਗੇ ਨਵੇਂ-ਨਵੇਂ ਲਈ ਜਾਂਦਾ, ਟਾਰਗੇਟ ਨਵੇਂ-ਨਵੇਂ ਰੱਖੀ ਜਾਂਦਾ ਹੈ। ਕਦੇ 13 ਦਿਨਾਂ ਦੇ ਵਿੱਚ 2000 ਬੱਚਿਆਂ ਦਾ ਚੱਲ ਰਿਹਾ, ਕਦੇ ਡਿਫੈਂਡੈਂਟ ਬੱਚਿਆਂ ਨੂੰ ਜਾ ਕੇ ਪੋਲੋ ਗਰਾਊਂਡ ਦੇ ਵਿੱਚ ਇਨਾਮ ਦਿਲਵਾਉਣਾ, ਹੈ ਨਾ, ਇੱਦਾਂ ਦੇ ਜਿਹੜੇ ਨੇ ਉਹ ਨਵੇਂ-ਨਵੇਂ ਟਾਰਗੇਟ ਜਿਹੜੇ ਉਹ ਕ੍ਰੀਏਟ ਕਰੀ ਜਾਂਦਾ। ਕੀ ਤੁਹਾਨੂੰ ਸਤਵਿੰਦਰ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਅੱਗੇ ਔਖਾ ਹੋ ਜਾਊਗਾ? ਕਿ ਗੇਮ ਮਤਲਬ ਸਾਡੀ ਨਾ ਇਹ ਬੜੀ ਵਾਰੀ ਚਰਚਾ ਹੋਈ ਹੈ ਤੇ ਮੈਂ ਜ਼ਿਕਰ ਕੀਤਾ ਹੈ ਕਿ ਗੇਮ ਦੇ ਵਿੱਚ ਪੋਲਿਟਿਕਸ ਨਾ ਖੇਡੋ। ਇੱਥੇ ਮੈਂ ਨਾਮ ਲੈਣਾ ਚੰਗਾ ਨਹੀਂ ਲੱਗਦਾ ਵੀ ਮਿਨਿਸਟਰਸ ਜਾਂ ਫਿਰ ਉੱਪਰਲੀਆਂ ਜੋ ਹਾਇਰ ਬਾਡੀਆਂ ਨੇ ਜਾਂ ਜਿਹੜੇ ਉੱਪਰਲੇ ਨੇ, ਉਹ ਐਦਾਂ ਦੇ ਬੰਦੇ ਲਾ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਗੇਮ ਬਾਰੇ ਨੌਲੇਜ ਹੀ ਨਹੀਂ ਹੈ। ਕਿਤੇ ਉਹਨਾਂ ਨੂੰ ਇਹ ਵੀ ਲੱਗਦਾ ਵੀ ਜਿਹੜੇ ਅਸੀਂ ਸਪੋਰਟਸ ਜਾਂ ਅਸੀਂ ਕਲਚਰ ਤੇ ਪੈਸੇ ਖਰਚ ਰਹੇ ਹਾਂ, ਦੇ ਆ ਵੇਸਟ। ਬਿਲਕੁਲ ਉਹ ਵੇਸਟ ਨਹੀਂ ਹੈ, ਦੇ ਮੇਕ ਪ੍ਰਾਈਡ ਆਫ ਯੋਰ ਕੰਟਰੀ। ਮੈਮ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ, ਮੈਂ ਕੁਝ ਸ਼ਾਪ ਤੋਂ ਇੱਕ ਸਮਾਨ ਲੈਣ ਗਿਆ, ਸਪੋਰਟਸ ਸ਼ਾਪ ਤੋਂ ਸਮਾਨ ਲੈਣ ਵਾਸਤੇ ਗਿਆ, ਤੇ ਉਹ ਬੰਦਾ ਮੇਰੇ ਸਾਹਮਣੇ ਫ਼ੋਨ ਕਰ ਰਿਹਾ ਹੈ। फ़ोन की कर रहा है कि भाई मेरे को जो हॉकी का स्टॉक है ख़त्म हो गया और मेरे को जो जैवलिंग का स्टॉक है ख़त्म हो गया, मैनू भेजो। और वो जिसनों फ़ोन कर रहा है वो मैन्युफैक्चर है, ਉਹਦੀ ਅੱਗੋਂ ਡਿਮਾਂਡ ਸੀ ਕਿ ਭਾਈ ਮੈਂ ਕੀ ਕਰਾਂ ਕਿ ਭਾਈ ਮੇਰੇ ਲਈ ਇੰਡੀਆ ਤੋਂ ਆਰਡਰ ਹੀ ਬਹੁਤ ਆ ਚੁੱਕੇ ਨੇ। ਜੋ ਐਥਲੈਟਿਕਸ ਹੈ, ਐਥਲੈਟਿਕਸ ਦੇ ਵਿੱਚ ਅੱਜ ਤੱਕ ਸਾਡਾ ਕਦੀ ਮੈਡਲ, 골ਡ ਮੈਡਲ ਨਹੀਂ ਆਇਆ ਸਾਡਾ, ਅੱਜ ਤੱਕ ਕਦੀ ਐਥਲੈਟਿਕਸ ਮੈਡਲ ਨਹੀਂ ਆਇਆ। ਔਰ ਅਸੀਂ ਜੈਵਲਿੰਗ ਥਰੋ ਦੀ ਗੱਲ ਕਰੀਏ, ਠੀਕ ਹੈ, ਇਹਦੇ ਬਾਰੇ ਤਾਂ ਅਸੀਂ ਅੱਜ ਤੱਕ ਕਦੀ ਸੋਚਿਆ ਹੀ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹੋਸਟ ਪੰਜਾਬ ਟੀਵੀ ਤੇ ਮੈਂ ਹਾਂ ਅਰਵਿੰਦਰ ਸਿੰਘ। ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਇੱਕ ਖਾਸ ਸ਼ਖਸੀਅਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਹ ਖਾਸ ਸ਼ਖਸੀਅਤਾਂ ਜੁੜੀਆਂ ਨੇ ਜਿਹੜੀਆਂ ਆਪਣੇ ਆਪਣੇ ਫੀਲਡ ਦੇ ਵਿੱਚ ਕਾਫੀ ਮਾਹਰਤਾ ਰੱਖਦੀਆਂ ਨੇ। ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਮਿਸਟਰ ਸਤਵਿੰਦਰ ਸਿੰਘ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸੋ ਉਸ ਤੋਂ ਬਾਅਦ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ ਮੈਡਮ ਸੁਨੀਤਾ ਧੀਰ, ਜੋ ਰਿਟਾਇਰ ਨੇ, ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਤੋਂ, ਥੀਏਟਰ ਐਂਡ ਟੀਵੀ ਦੇ ਤੇ ਇੱਕ ਪੰਜਾਬੀ ਫਿਲਮਾਂ ਦੇ ਵਿੱਚ ਕਲਾਕਾਰ ਨੇ, ਬਹੁਤ ਵੱਡਾ ਨਾਮ ਹੈ। ਸਭ ਤੋਂ ਪਹਿਲਾਂ ਸੁਨੀਤਾ ਧੀਰ ਜੀ ਸਵਾਗਤ ਹੈ ਜੀ ਤੁਹਾਡਾ। ਤੇ ਇਸ ਤੋਂ ਬਾਅਦ ਡਾਕਟਰ ਗੁਨਪ੍ਰੀਤ ਕਾਲੋ ਜੀ, ਜਿਹੜੇ ਇੱਕ ਸੋਸ਼ਲ ਵਰਕਰ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਤੇ ਇਸ ਤੋਂ ਬਾਅਦ ਮੈਂ ਸਵਾਗਤ ਕਰਾਂਗਾ ਡਾਕਟਰ ਰੀਤੂ ਜੀ ਦਾ, ਜੋ ਕਿ ਡਾਇਰੈਕਟਰ ਨੇ ਵੂਮਨ ਸਟੱਡੀ ਸੈਂਟਰ ਦੇ ਪੰਜਾਬੀ ਯੂਨੀਵਰਸਿਟੀ ਤੋਂ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਤਾਇਕਵਾਂਡੋ ਤੇ ਸੈਲਫ ਡਿਫੈਂਸ ਬਾਰੇ। ਸਭ ਤੋਂ ਪਹਿਲਾ ਸਵਾਲ ਹੈ ਡਾਕਟਰ ਰੀਤੂ ਜੀ ਕਿ ਤੁਹਾਡਾ ਇਸ ਗੇਮ ਦੇ ਨਾਲ ਕੀ ਤਜਰਬਾ ਹੈ? ਐਜ਼ ਡਾਇਰੈਕਟਰ ਆਫ ਵਿਮਨ ਸਟੱਡੀ ਸੈਂਟਰ ਅਸੀਂ ਬੱਚਿਆਂ ਨੂੰ ਅਵੇਅਰ ਕਰਦੇ ਹਾਂ ਜੈਂਡਰ ਸੈਂਸਿਟਾਈਜੇਸ਼ਨ ਦੇ ਫੀਲਡ ਵਿੱਚ ਜੀ। ਤਾਂ ਮੈਂ ਇਹਨਾਂ ਨੂੰ ਮਿਸਟਰ ਸਤਵਿੰਦਰ ਸਿੰਘ ਨੂੰ ਕਈ ਵਾਰ ਮਿਲੀ, ਇਹਨਾਂ ਨੇ ਸੈਲਫ ਡਿਫੈਂਸ ਟੈਕਨੀਕ ਦੀਆਂ ਵਰਕਸ਼ਾਪਸ ਆਰਗੇਨਾਈਜ਼ ਕਰਵਾਈਆਂ ਸੀ ਸਪੈਸ਼ਲੀ ਗਰਲਸ ਲਈ। ਜੀ। ਸੋ ਜਿਸ ਤਰ੍ਹਾਂ ਦੀ ਸਾਡੀ ਪੈਟਰੀਆਰਕਲ ਸੁਸਾਇਟੀ ਹੈ ਜਾਂ ਕੁੜੀਆਂ ਲਈ ਕਿੰਨਾ ਸੇਫ
ਐਨਵਾਇਰਨਮੈਂਟ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਸਪੈਸ਼ਲੀ ਨਾਰਥ ਇੰਡੀਆ ਦੇ ਵਿੱਚ। ਮੈਨੂੰ ਲੱਗਦਾ ਹੈ ਸਭ ਤੋਂ ਜ਼ਿਆਦਾ ਕੁੜੀਆਂ ਲਈ ਜ਼ਰੂਰਤ ਹੈ ਸੈਲਫ ਡਿਫੈਂਸ ਸਿੱਖਣ ਦੀ, ਕਿਉਂਕਿ ਜਿਸ ਤਰ੍ਹਾਂ NCRB ਦਾ ਡਾਟਾ ਵਗੈਰਾ ਤੁਸੀਂ ਦੇਖੋ ਤਾਂ ਹਰ 15 ਮਿੰਟ ਦੇ ਵਿੱਚ ਇੱਕ ਰੇਪ ਹੁੰਦਾ ਹੈ ਇੰਡੀਆ ਦੇ ਵਿੱਚ। ਔਰ ਇਸ ਤੋਂ ਇਲਾਵਾ 2019 ਦੇ ਵਿੱਚ UP ਦੇ ਵਿੱਚ ਜਿਹੜੇ ਕ੍ਰਾਈਮ ਅਗੇਂਸਟ ਵਿਮਨ ਦੇ ਕੇਸਿਸ ਸਾਰੇ ਇੰਡੀਆ ਤੋਂ ਜ਼ਿਆਦਾ ਹੈ, ਪੌਕਸੋ ਦੇ ਅੰਡਰ ਵੀ। ਸੋ ਜੇ ਇੰਨਾ ਕ੍ਰਾਈਮ ਵੱਧ ਰਿਹਾ ਹੈ ਜਾਂ ਡੋਮੈਸਟਿਕ ਵਾਇਲੈਂਸ ਦੇ ਕੇਸ ਜਿਹੜੇ ਪੈਂਡੈਮਿਕ ਦੇ ਵਿੱਚ ਇਨਕਰੀਜ਼ ਹੋਏ ਹੈ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਫੀਮੇਲਸ ਨੂੰ ਆਪਣੀ ਪ੍ਰੋਟੈਕਸ਼ਨ ਖੁਦ ਕਰਨੀ ਪੈਣੀ। ਔਰ ਉਸ ਦੇ ਲਈ ਸੈਲਫ ਡਿਫੈਂਸ ਵਰਕਸ਼ਾਪਸ, ਤਾਈਕਵਾਂਡੋ ਸਿੱਖਣਾ ਉਹਨਾਂ ਲਈ ਮੈਨੂੰ ਲੱਗਦਾ ਹੈ ਬਹੁਤ ਹੀ ਜ਼ਰੂਰੀ ਹੈ। ਅਗਲਾ ਸਵਾਲ ਮੈਂ ਗੁਰਪ੍ਰੀਤ ਜੀ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਇੱਕ ਸੋਸ਼ਲ ਵਰਕਰ ਹੋ। ਹਾਂਜੀ। ਸੋਸ਼ਲ ਵਰਕਰ ਜੋ ਹੁੰਦਾ ਹੈ ਕਿ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਕਾਫੀ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ। ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ ਇਸ ਗੇਮ ਦੇ ਨਾਲ? ਕੀ ਤੁਹਾਨੂੰ ਲੱਗਦਾ ਕਿ ਇਸ ਗੇਮ ਨਾਲ ਜੁੜ ਕੇ ਬੱਚੇ ਕਿਸ ਤਰ੍ਹਾਂ ਆਪਣਾ ਜਿਹੜਾ ਬਚਾਅ ਕਰ ਸਕਦੇ? ਜਿਵੇਂ ਕਿ ਅਸੀਂ ਟਾਈਕਵਾਂਡੋ ਗੇਮ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਹਾਂ, ਸਤਵਿੰਦਰ ਜੀ ਕਰਕੇ ਹੀ ਜੁੜੇ ਹੈਗੇ ਆ। ਅਤੇ ਸਾਨੂੰ ਜਿਵੇਂ ਮੈਂ ਇੰਗਲੈਂਡ ਤੋਂ ਆਈ ਸੀਗੀ ਇੰਡੀਆ, ਉੱਥੇ ਤਾਂ ਚਲੋ ਇੰਨਾ ਜ਼ਿਆਦਾ ਨਹੀਂ ਹੈਗਾ ਰਿਸਕ ਫੈਕਟਰ ਜਿਵੇਂ ਇੰਡੀਆ 'ਚ ਹੈਗਾ। ਗਰਲਸ ਆਰ ਨਾਟ ਸੇਫ ਹੀਅਰ ਇੰਡੀਆ ਵਿੱਚ ਤਾਂ ਬਿਲਕੁਲ ਵੀ। ਅਤੇ ਮੈਨੂੰ ਲੱਗਿਆ ਕਿ ਸਤਵਿੰਦਰ ਜੀ ਜੋ ਕਰ ਰਹੇ ਨੇ ਇਹ ਮਤਲਬ ਹੀ ਡਜ਼ ਲੋਟ ਆਫ ਵਰਕ, ਫੋਰ ਐਗਜ਼ਾਮਪਲ ਚੈਰਿਟੀ ਵਰਕ, ਲੋਕਾਂ ਨੂੰ ਫ੍ਰੀ ਸਿਖਾਉਣਾ। ਇਹਦੀ ਇੰਨੀ ਲੋੜ ਹੈਗੀ ਅੱਜ ਕੱਲ੍ਹ ਦੇ ਟਾਈਮ ਵਿੱਚ, ਸਪੈਸ਼ਲੀ ਇੰਡੀਆ ਜਿਵੇਂ ਮੈਂ ਤੁਹਾਨੂੰ ਦੱਸਿਆ। ਅਤੇ ਇਹ ਗੇਮ ਨੂੰ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈਗਾ ਅਤੇ ਸਤਵਿੰਦਰ ਜੀ ਇਹੀ ਕੰਮ ਕਰ ਰਹੇ ਹੈਗੇ ਨੇ। ਅਤੇ ਜਿਵੇਂ ਅਸੀਂ ਅਸੀਂ ਜਾਂਦੇ ਰਹਿੰਦੇ ਹਾਂ ਬਾਹਰ, ਦੇਖਦੇ ਹਾਂ ਗਰੀਬ ਘਰਾਂ ਦੀ ਕੁੜੀਆਂ ਹੀ ਜ਼ਿਆਦਾਤਰ ਵਿਕਟਮ ਹੁੰਦੀਆਂ ਹੈਗੀਆਂ, ਬਿਕੋਜ਼ ਜਿਹੜੇ ਅਮੀਰ ਲੋਕ ਹੈਗੇ ਉਹਨਾਂ ਦੇ ਨਾਲ ਤਾਂ ਉਹਨਾਂ ਦੀ ਦੇਖੋ ਫੈਮਿਲੀ ਹੋਰ ਵੀ ਸਿਕਿਉਰਿਟੀਜ਼ ਨਾਲ ਆਲੇ ਦੁਆਲੇ ਰਹਿੰਦੀ ਹੈਗੀ। ਸੋ ਸਤਵਿੰਦਰ ਜੀ ਦਾ ਮੇਨ ਟਾਰਗੇਟ ਮੈਂ ਹਮੇਸ਼ਾ ਦੇਖਦੀ ਹਾਂ ਕਿ ਇਹਨਾਂ ਨੇ ਟਾਰਗੇਟ ਕੀਤਾ ਹੈਗਾ ਸਲਮ ਏਰੀਆਜ਼। ਹੀ ਗੋਜ਼ ਟੂ ਗਵਰਨਮੈਂਟ ਸਕੂਲਸ। ਅਤੇ ਮੈਂ ਇਹਨਾਂ ਨਾਲ 2-3 ਵਾਰ ਚਰਚਾ ਵੀ ਕੀਤੀ ਸੀਗੀ ਕਿ ਤੁਸੀਂ ਪ੍ਰਾਈਵੇਟ ਸਕੂਲ 'ਚ ਕਿਉਂ ਨਹੀਂ ਜ਼ਿਆਦਾ ਕਰਦੇ ਹੈਗੇ। ਤਾਂ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਵਾਲੇ ਆਲਰੇਡੀ ਦੇ ਕੈਨ ਅਫੋਰਡ ਟੂ ਹੈਵ ਸਰਟਨ ਕਲਾਸਿਸ ਆਪਣੀ ਸੈਲਫ ਡਿਫੈਂਸ ਨੂੰ ਲੈ ਕੇ, ਪਰ ਉਹਨਾਂ ਨੂੰ ਇੰਨੀ ਜ਼ਰੂਰਤ ਨਹੀਂ ਜਿੰਨੀ ਕਿ ਅੰਡਰ ਪ੍ਰਿਵਿਲੇਜਡ ਗਰਲਸ ਨੂੰ ਲੋੜ ਹੁੰਦੀ ਹੈਗੀ ਹੈ। ਸੋ ਮੈਂ ਇਹ ਕਹਾਂਗੀ ਕਿ ਇਸ ਗੇਮ ਦੀ ਬਹੁਤ ਜ਼ਿਆਦਾ ਮਹੱਤਤਾ ਹੈਗੀ ਹੈ। ਇਟਸ ਜਸਟ ਇਨਕਰੀਜ਼ਿੰਗ, ਇਹਦੀ ਪੋਪੂਲੈਰਿਟੀ ਇਜ਼ ਇਨਕਰੀਜ਼ਿੰਗ। ਮੈਨੂੰ ਇੰਨੀ ਨੌਲੇਜ ਨਹੀਂ ਸੀ ਜਿੰਨੀ ਮੈਨੂੰ ਸਤਵਿੰਦਰ ਜੀ ਨੇ ਇੰਨੇ ਸਾਲਾਂ 'ਚ ਦੱਸ ਕੇ ਕਿ ਇੰਨਾ ਕੁਛ ਹੋਇਆ। ਮੈਂ ਇਹਨਾਂ ਨੂੰ ਦੇਖਦੀ ਰਹਿੰਦੀ, ਇਹਨਾਂ ਦਾ ਕੰਮ ਦੇਖਦੇ ਰਹਿੰਦੇ। ਅਸੀਂ ਸਕੂਲ ਵੀ ਵਿਜ਼ਿਟ ਕਰਦੇ, ਇਨਫੈਕਟ ਅਸੀਂ ਲਾਸਟ ਵੀਕ ਆਲਸੋ ਵੀ ਵਿਜ਼ਿਟਡ ਅ ਸਕੂਲ। ਅਤੇ ਮੈਂ ਦੇਖਿਆ ਛੋਟੀ ਬੱਚੀਆਂ ਇੰਨਾ ਇੰਥਿਊਜ਼ੀਆਜ਼ਮ ਦੇ ਹੈਡ, ਦੇ ਵਾਂਟਡ ਟੂ ਲਰਨ। ਅਤੇ ਬੜਾ ਅੱਛਾ ਲੱਗਿਆ। ਮੈਂ ਇਹੀ ਕਹਾਂਗੀ ਕਿ ਸਤਵਿੰਦਰ ਜੀ ਇਹੀ ਤਰ੍ਹਾਂ ਦਾ ਅੱਛਾ ਕੰਮ ਕਰਦੇ ਰਹਿਣ ਅੱਗੇ ਵੀ। ਸੁਨੀਤਾ ਧੀਰ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਤੁਸੀਂ ਤਾਂ ਫਿਲਮੀ ਲਾਈਨ ਨਾਲ ਬੜੇ ਪੁਰਾਣੇ ਜੁੜੇ ਹੋ, ਕਿਉਂਕਿ ਇੱਕ ਦੌਰ ਐਸਾ ਸੀ ਕਿ ਜਿਹੜੇ ਫਿਲਮਾਂ ਨੇ ਉਹ ਕਿਤੇ ਨਾ ਕਿਤੇ ਬਿਲਕੁਲ ਦੱਬ ਚੁੱਕੀਆਂ ਸੀ। ਪੰਜਾਬੀ ਫਿਲਮਾਂ ਦੁਬਾਰਾ ਉਜਾਗਰ ਲੈ ਕੇ ਆਏ ਹੋ, ਤੁਸੀਂ ਲੈ ਕੇ ਆਏ ਹੋ, ਫਿਲਮਾਂ ਨੂੰ ਉੱਚਾ ਚੱਕਿਆ ਤੁਸੀਂ। ਅਤੇ ਤੁਸੀਂ ਕਿਤੇ ਨਾ ਕਿਤੇ ਇਸ ਗੇਮ ਦੇ ਬਾਰੇ ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ? ਕਿਉਂਕਿ ਜ਼ਿਆਦਾਤਰ ਦੇਖਣ ਦੇ ਵਿੱਚ ਆਉਂਦਾ ਕਿ ਫਿਲਮੀ ਕਲਾਕਾਰ ਜਿਹੜੇ ਨੇ ਖੇਡਾਂ ਨਾਲ ਸ਼ਾਇਦ ਘੱਟ ਜੁੜੇ ਹੁੰਦੇ ਨੇ, ਅਤੇ ਮੈਂ ਚਾਹਾਂਗਾ ਕਿ ਤੁਸੀਂ ਵੀ ਆਪਣਾ ਤਜਰਬਾ ਜੇਕਰ ਇਸ ਖੇਡ ਦੇ ਪ੍ਰਤੀ ਹੈ ਤਾਂ ਜ਼ਰੂਰ ਸਾਂਝਾ ਕਰੋ। ਨਹੀਂ, ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਕਿ ਜੇ ਮੈਂ ਤਾਈਕਵਾਂਡੋ ਦੇ ਪ੍ਰੋਗਰਾਮ 'ਤੇ ਅਸੀਂ ਪਾਰਟੀਸਪੇਟ ਕਰ ਰਹੇ ਹਾਂ ਸਾਰੇ ਜਣੇ ਉਸ ਫੰਕਸ਼ਨ ਦੇ ਵਿੱਚ। ਅਤੇ ਮੈਨੂੰ ਲੱਗਦਾ ਮੈਂ ਇਹਦਾ ਨਾਮ ਪਹਿਲੀ ਵਾਰ ਸੁਣਿਆ ਸੀ ਵੈਨ ਆਈ ਵਾਜ਼ ਇਨ ਹਵਾਈ। ਮੈਂ ਅਮਰੀਕਾ ਗਈ ਸੀ ਆਪਣੀ ਰਿਸਰਚ ਕਰਨ, ਤਾਂ ਉੱਥੇ ਇਹਦੀ ਸਪੈਸ਼ਲ ਕਲਾਸਿਸ ਲੱਗਦੀਆਂ ਸੀ ਯੂਨੀਵਰਸਿਟੀ ਦੇ ਵਿੱਚ, ਅਤੇ ਮੇਰੀਆਂ ਕੁਝ ਕੁਲੀਗਸ ਜਾ ਕੇ ਅਟੈਂਡ ਵੀ ਕਰਦੀਆਂ ਸੀ ਅਤੇ ਉਹ ਆ ਕੇ ਫਿਰ ਮੈਨੂੰ ਦੱਸਦੀਆਂ ਸੀ। ਅਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਪਟਿਆਲੇ 'ਚ ਬਹਿ ਕੇ ਅਸੀਂ ਤਾਈਕਵਾਂਡੋ ਦੇ ਬਾਰੇ ਗੱਲ ਕਰ ਰਹੇ ਹਾਂ। ਤਾਂ ਇਹ ਜਿਹੜੇ ਆਮ ਕਾਮਨ ਬੰਦੇ ਲਈ, ਜਿਵੇਂ ਕਿ ਡਾਕਟਰ ਸ਼ੈਲੀ ਨੇ ਕਿਹਾ ਜਾਂ ਡਾਕਟਰ ਰਿਤੂ ਨੇ ਕਿਹਾ, ਇਹ ਬਹੁਤ ਅੱਛੀ ਗੱਲ ਹੈ ਕਿ ਆਮ ਜਿਹੜੇ ਬੰਦਿਆਂ ਕੋਲ ਸਾਡੇ ਕੋਲ ਕਨਵੈਂਸ ਨਹੀਂ ਹੁੰਦੀ, ਰਸਤੇ ਦੇ ਵਿੱਚ ਪਬਲਿਕ ਟਰਾਂਸਪੋਰਟ ਦੇ ਵਿੱਚ ਉਹਨਾਂ ਨੂੰ ਜਾਣਾ ਪੈਂਦਾ, ਤਾਂ ਉਹਨਾਂ ਨੂੰ ਸੈਲਫ ਡਿਫੈਂਸ ਦੀ ਬਹੁਤ ਲੋੜ ਹੈ। ਔਰ ਜੇ ਅਸੀਂ ਦੇਖੀਏ ਸ਼ੂਟਿੰਗਸ ਦੇ ਵਿੱਚ ਜਾਂ ਜਿਹੜੇ ਬੱਚੇ TV ਤੇ ਕੰਮ ਕਰਦੇ ਨੇ, ਉਹਨਾਂ ਨੂੰ ਵੀ ਪ੍ਰੋਟੈਕਸ਼ਨ ਦੀ ਲੋੜ ਹੈ, ਖਾਸ ਤੌਰ 'ਤੇ ਲੜਕੀਆਂ ਨੂੰ, ਕਿਉਂਕਿ ਜੇ ਉਹ ਇੱਦਾਂ ਦੀ ਗੇਮ ਸਿੱਖ ਰਹੀਆਂ ਨੇ, ਕੱਲ੍ਹ ਉਹ ਐਕਸ਼ਨ ਸੀਨ ਵੀ ਕਰ ਸਕਦੀਆਂ ਨੇ। ਸੋ ਇਟ ਵਿਲ ਬੀ ਵੈਰੀ ਹੈਲਪਫੁਲ ਕਿ ਜੇ ਅਸੀਂ ਆਪਣੀਆਂ ਬੱਚੀਆਂ ਨੂੰ ਅੱਜ ਇਹ ਗੇਮ ਲਈ ਕਰਦੇ ਹਾਂ। ਅਤੇ ਮੈਨੂੰ ਲੱਗਦਾ ਸੀ ਪੰਜਾਬ ਦੇ ਵਿੱਚ ਬਹੁਤ ਘੱਟ ਨਾਮ ਸੁਣਿਆ ਹੋਣਾ ਕਿਸੇ ਨੇ ਤਾਈਕਵਾਂਡੋ ਦਾ, ਲੇਕਿਨ ਜਦ ਮੈਂ ਸਤਵਿੰਦਰ ਜੀ ਨਾਲ ਗੱਲ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ 50,000 ਬੱਚਿਆਂ ਨੂੰ ਇਹ ਕੋਚਿੰਗ ਦੇ ਚੁੱਕੇ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਉਮੀਦ ਹੈ ਕਿ ਅਸੀਂ 1 ਲੱਖ ਤੋਂ ਉੱਪਰ ਚਲੇ ਜਾਵਾਂਗੇ। ਔਰ ਸਪੈਸ਼ਲੀ ਇਸ ਗੇਮ ਦੇ ਜੋ ਇਹਦੇ ਲਈ ਐਫਰਟਸ ਕਰ ਰਹੇ ਨੇ, ਆਈ ਥਿੰਕ ਇਟਸ ਵੈਰੀ ਕ੍ਰੈਡੀਬਲ ਕਿ ਅਸੀਂ ਇਹਨਾਂ ਨੂੰ ਉਹ ਚੀਜ਼ਾਂ ਪ੍ਰੋਵਾਈਡ ਕਰੀਏ ਜੋ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਕਰ ਸਕਦੇ ਹਾਂ। ਸਤਵਿੰਦਰ ਜੀ, ਜੇਕਰ ਇਸ ਖੇਡ ਦੀ ਗੱਲ ਕਰੀਏ, ਕਿਤੇ ਨਾ ਕਿਤੇ ਯੂਨੀਵਰਸਿਟੀ ਦੇ ਕੈਲੰਡਰ 'ਚ ਵੀ ਨਹੀਂ ਦਿਖਦੀ ਸੀ, ਅਤੇ ਉਸ ਖੇਡ ਨੂੰ ਤੁਸੀਂ ਇੰਨਾ ਉੱਚਾ ਚੱਕਿਆ। ਤੁਹਾਡਾ ਤਜਰਬਾ ਕਿੱਦਾਂ ਦਾ ਇਸ ਗੇਮ ਦੇ ਲਈ?
ਇੱਦਾਂ ਹੈ ਸਰ ਵੀ ਜਦੋਂ ਮੈਂ ਆਪ ਖੁਦ BA ਤੋਂ ਬਾਅਦ BP ਐਡ ਕੀਤੀ ਹੈ ਤੇ ਬਹੁਤ ਸਾਰੇ ਸ਼ਾਇਦ ਨਹੀਂ ਇਹ ਗੱਲ ਜਾਣਦੇ, BA ਦੇ ਵਿੱਚ ਮੈਨੂੰ ਫਿਜ਼ੀਕਲ ਐਜੂਕੇਸ਼ਨ ਵੀ ਨਹੀਂ ਮਿਲਿਆ ਜੀ। ਤਾਂ ਉਹਦਾ ਕਾਰਨ ਇਹੀ ਸੀਗਾ ਕਿ ਸਾਡੀ ਗੇਮ ਹੈ ਜਿਹੜੀ ਉਦੋਂ ਉਸ ਟਾਈਮ 'ਚ 2005-6 ਦੇ ਵਿੱਚ ਇਹ ਗੇਮ ਯੂਨੀਵਰਸਿਟੀ ਦੇ ਕੈਲੰਡਰ 'ਚ ਨਹੀਂ ਸੀਗੀ। ਤੇ ਉਸ ਤੋਂ ਬਾਅਦ ਸਾਨੂੰ ਜਿਵੇਂ ਸਾਡੀ ਜੋ ਡਿਗਰੀਆਂ ਨੇ ਸਾਨੂੰ BP ਐਡ ਕਰਨੀ ਪੈਂਦੀ ਹੈ, ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ, ਆਪਣੇ ਮਤਲਬ ਸਪੋਰਟਸ ਦੀ ਫੀਲਡ ਦੇ ਨਾਲ ਹੀ ਅੱਗੇ ਕਰਨੀ ਪੈਂਦੀ ਹੈ। ਤਾਂ ਉਹਦੇ ਵਿੱਚ ਜਦੋਂ ਮੈਨੂੰ ਗ੍ਰੈਜੂਏਸ਼ਨ 'ਚ ਨਹੀਂ ਫਿਜ਼ੀਕਲ ਐਜੂਕੇਸ਼ਨ ਨਾ ਕੈਲੰਡਰ 'ਚ ਹੋਣ ਕਰਕੇ, ਤਾਂ ਉਸ ਤੋਂ ਬਾਅਦ ਫਿਰ ਅੱਗੇ ਵੀ ਮੈਨੂੰ ਜਾ ਕੇ ਕਿਸੇ ਵੀ ਤਰੀਕੇ ਨਾਲ ਸੀਟਾਂ ਨਹੀਂ ਮਿਲੀਆਂ। ਮੈਂ ਖੁਦ ਸ਼ਾਇਦ ਆਪ ਬਾਹਰੋਂ ਆਪਣੀ ਜੋ BP ਐਡ ਹੈ ਉਹ ਬਾਹਰੋਂ ਕੀਤੀ, ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹੀ ਜਿਹੜੀਆਂ ਯੂਨੀਵਰਸਿਟੀ ਦੀਆਂ ਪੌੜੀਆਂ 'ਤੇ ਅੱਜ ਅਸੀਂ ਚੜ੍ਹਦੇ ਹਾਂ, ਉਹ ਕਿਤੇ ਨਾ ਕਿਤੇ ਜਦੋਂ ਮੈਂ ਪੌੜੀਆਂ ਤੋਂ ਥੱਲੇ ਉਤਰਿਆ ਤਾਂ ਬੜਾ ਰੋਂਦਾ ਹੋਇਆ ਉਦੋਂ ਉਤਰਿਆ ਸੀਗਾ ਉਹਨਾਂ ਪੌੜੀਆਂ ਤੋਂ ਹੀ। ਤੇ ਪਰ ਮਨ 'ਚ ਇਹ ਸੀਗਾ ਕਿ ਸ਼ਾਇਦ ਜਿੰਨਾ ਮੈਂ ਪਰੇਸ਼ਾਨ ਹੋਇਆ ਵਾਂ ਜਾਂ ਜਿੰਨਾ ਮੈਨੂੰ ਮਤਲਬ ਇਸ ਦਾ ਚੀਜ਼ ਦਾ ਦੁੱਖ ਲੱਗਿਆ ਸੀਗਾ, ਤਾਂ ਉਹ ਕਿਤੇ ਨਾ ਕਿਤੇ ਮਨ 'ਚ ਸੀਗਾ ਕਿ ਜਿਹੜੇ ਸਾਡੇ ਹੋਰ ਪਲੇਅਰ ਹੈ, ਆਉਣ ਵਾਲਾ ਸਾਡਾ ਜਿਹੜਾ ਅਗਲਾ ਯੂਥ ਹੈ, ਸਾਡੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਆਉਣ ਵਾਲੇ ਟਾਈਮ 'ਚ ਅੱਗੇ ਪੜ੍ਹਾਈਆਂ ਕਰਨੀਆਂ ਨੇ, ਤੇ ਉਹ ਵੀ ਬੱਚੇ ਇਸ ਚੀਜ਼ ਦੇ ਨਾਲ ਮਤਲਬ ਵੀ ਉਹਨਾਂ ਨੂੰ ਇਹੋ ਜਿਹਾ ਵੇਲਾ ਜਾਂ ਇਹੋ ਜਿਹਾ ਟਾਈਮ ਨਾ ਦੇਖਣਾ ਪਵੇ ਜੋ ਮੈਂ ਦੇਖਿਆ। ਉਸੇ ਸੋਚ ਨੂੰ ਲੈ ਕੇ ਮੈਂ 2010 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਸ ਚੀਜ਼ ਦਾ ਪ੍ਰਪੋਜ਼ਲ ਰੱਖਿਆ ਕਿ ਸਾਡੀ ਗੇਮ ਨੂੰ ਜੋ ਇੱਕ ਆਪਣੇ ਆਪ ਦੇ ਵਿੱਚ ਸੈਲਫ ਡਿਫੈਂਸ ਗੇਮ ਹੈ, ਓਲੰਪਿਕਸ ਗੇਮ ਹੈ, ਤੇ ਇਹਨੂੰ ਇੰਟਰੋਡਿਊਸ ਕੀਤਾ ਜਾਵੇ। ਉਦੋਂ ਜਦੋਂ ਮੈਂ ਪ੍ਰਪੋਜ਼ਲ ਰੱਖਿਆ ਤਾਂ ਉਸ ਤੋਂ ਬਾਅਦ ਮੈਨੂੰ ਇਹ ਮੌਕਾ ਮਿਲਿਆ ਕਿ ਇਹਨੂੰ ਯੂਨੀਵਰਸਿਟੀ ਦੇ ਵਿੱਚ ਇੰਟਰੋਡਿਊਸ ਕੀਤਾ ਜਾਵੇ। 2009-10 ਦੇ ਵਿੱਚ ਅਸੀਂ ਇਹਦਾ ਫਸਟ ਇੰਟਰ ਕਾਲਜ ਕਰਵਾਇਆ, ਤੇ ਉਸ ਤੋਂ ਬਾਅਦ 2010-11 ਦੇ ਵਿੱਚ ਠੀਕ ਹੈ ਉਦੋਂ ਮੈਮ ਦੇ ਵੀ ਚੰਗੀ ਤਰ੍ਹਾਂ ਨੋਟਿਸ ਹੈ, ਅਸੀਂ ਫਸਟ ਇੰਟਰਵਿਊ ਕਰਾਈ। ਔਰ ਇਸ ਗੱਲ ਦਾ ਵੀ ਸਾਨੂੰ ਮਾਣ ਹੈ ਕਿ ਵੀ ਹਾਂ ਕਿਤੇ ਨਾ ਕਿਤੇ ਅਸੀਂ ਉਹ ਪਹਿਲੇ ਕੋਚ ਇੰਡੀਆ 'ਚ ਬਣੇ ਜਿਨ੍ਹਾਂ ਨੇ ਤਾਈਕਵਾਂਡੋ ਨੂੰ ਇੰਟਰ ਯੂਨੀਵਰਸਿਟੀ ਦੇ ਵਿੱਚ ਸ਼ਾਮਲ ਕਰਾਇਆ। ਗੁਰਪ੍ਰੀਤ ਜੀ, ਮੈਂ ਤੁਹਾਨੂੰ ਇੱਕ ਜਾਣਨਾ ਚਾਹਾਂਗਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਮੈਂ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਜ਼ਿਆਦਾ ਨੌਲੇਜ ਰੱਖਦੇ ਹੋ, ਘੁੰਮੇ ਫਿਰੇ ਹੋ, ਤੇ ਕੀ ਫਰਕ ਹੈ ਉੱਥੇ ਦੀਆਂ? ਕਿਉਂਕਿ ਜ਼ਿਆਦਾਤਰ ਦੇਖਿਆ ਗਿਆ ਕਿ ਇੱਥੇ ਦੇ ਬੱਚੇ ਜਿਹੜੇ ਨੇ ਉਹ 10 ਸਾਲ ਦੀ ਉਮਰ ਤੋਂ ਬਾਅਦ ਕਿਤੇ ਜਾ ਕੇ ਸੋਚਦੇ ਨੇ ਅਸੀਂ ਕੋਈ ਖੇਡ ਚੁਣ ਲਈਏ, ਤੇ ਸ਼ਾਇਦ ਇਹੀ ਕਿਤੇ ਕਿਤੇ ਵੱਡਾ ਕਾਰਨ ਰਿਹਾ ਵੀ ਸਾਡੇ ਜਿਹੜੇ ਇੰਡੀਆ ਹੈ ਉਹ ਇਸ ਵਾਰੀ ਓਲੰਪਿਕ ਦੇ ਵਿੱਚ ਵੀ ਕਿਤੇ ਨਾ ਕਿਤੇ ਪਿੱਛੇ ਰਿਹਾ। ਬਿਲਕੁਲ, ਮੇਰੀ ਆਹੀ ਸੋਚ ਹੈ ਕਿ ਇੱਥੇ ਇੰਡੀਆ ਵਿੱਚ ਇੰਨੀ ਅਵੇਅਰਨੈਸ ਨਹੀਂ ਹੈਗੀ। ਅਵੇਅਰਨੈਸ ਇਸ ਕਰਕੇ ਨਹੀਂ ਹੈ, ਤੁਸੀਂ ਦੇਖੋ ਇੱਥੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਸਕੂਲ ਨਹੀਂ ਭੇਜਦੇ ਹੈਗੇ, ਘਰਾਂ 'ਚ ਗਰੀਬਾਂ ਦਾ ਆਪਾਂ ਦੇਖਦੇ ਛੋਟੇ ਛੋਟੇ ਬੱਚੇ ਕੰਮ ਮੰਗਣ ਆਉਂਦੇ ਹੈਗੇ। ਸੋ ਇਹ ਮਾਹੌਲ ਬਾਹਰਲੇ ਕੰਟਰੀਆਂ 'ਚ ਨਹੀਂ ਹੈਗਾ। ਉੱਥੇ ਐਜੂਕੇਸ਼ਨ ਇਜ਼ ਅ ਰਾਈਟ ਐਂਡ ਐਵਰੀਵਨ ਹੈਜ਼ ਟੂ ਡੂ ਇਟ। ਐਜੂਕੇਸ਼ਨ ਤੋਂ ਬਿਨਾਂ ਤਾਂ ਦੇਖੋ ਕੁਝ ਵੀ ਨਹੀਂ ਹੈਗਾ, ਤੇ ਜੇ ਤੁਸੀਂ ਪੜ੍ਹੋਗੇ ਹੀ ਨਹੀਂ ਤੁਹਾਨੂੰ ਅਵੇਅਰਨੈਸ ਕਿਵੇਂ ਆਏਗੀ? ਸੋ ਇੱਥੇ ਇਹੀ ਕਮੀਆਂ ਰਹੀਆਂ ਹੈਗੀਆਂ। ਗਰੀਬ ਘਰਾਂ ਦੇ ਲੋਕ ਹੈਗੇ, ਬਾਹਰ ਉਹਨਾਂ ਨੂੰ ਕੋਈ ਓਪਰਚੁਨਿਟੀ ਨਹੀਂ ਮਿਲਦੀਆਂ, ਮਾਵਾਂ ਕੰਮ ਤੇ ਚਲੇ ਜਾਂਦੀਆਂ, ਪਿੱਛੋਂ ਬੱਚੇ ਘਰ ਹੈਗੇ, ਦੇ ਆਰ ਐਕਸਪੋਜ਼ਡ। ਤੇ ਇੱਥੇ ਮਾਹੌਲ ਵੀ ਥੋੜਾ ਜਿਹਾ ਅਨਸੇਫ ਹੀ ਰਹਿੰਦਾ ਹੈਗਾ। ਪੋਪੂਲੇਸ਼ਨ ਵੀ ਇੰਨੀ ਜ਼ਿਆਦਾ ਹੈਗੀ ਹੈ, ਫਰਸਟ੍ਰੇਸ਼ਨ ਵੀ ਲੋਕਾਂ 'ਚ ਇੰਨੀ ਜ਼ਿਆਦਾ ਹੈਗੀ ਹੈ, ਇੱਥੇ ਕਹਿ ਲਓ ਅਨਇੰਪਲੋਇਮੈਂਟ, ਸੈਵਰਲ ਫੈਕਟਰਸ ਆਲ ਸੇ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੋ ਸੈਲਫ ਡਿਫੈਂਸ ਦਾ ਪਰਪਸ ਸਤਵਿੰਦਰ ਜੀ ਲੈ ਕੇ ਆਏ ਨੇ ਇਹ ਬੜਾ ਜ਼ਰੂਰੀ ਹੈਗਾ, ਕਿਉਂਕਿ ਇਹ ਕੀ ਕਰ ਰਹੇ ਹੈਗੇ ਨੇ, ਇਹ ਕੋਈ ਫਾਈਨੈਂਸ਼ੀਅਲ ਪਰਪਸ ਵਾਸਤੇ ਨਹੀਂ ਕਰ ਰਹੇ ਹੈਗੇ। ਆਈ ਥਿੰਕ ਹੀ ਇਜ਼ ਡੂਇੰਗ ਫॉर द ਸੋਸਾਇਟੀ। ਮੈਂ ਉਹਨਾਂ ਨੂੰ ਬੜੇ ਸਾਲਾਂ ਤੋਂ ਜਾਣਦੀ ਹੈਗੀ ਐਂਡ ਹੀ ਇਜ਼ ਰੀਅਲੀ ਡੂਇੰਗ ਇਟ ਫॉर ਅ ਗੁੱਡ ਕਾਜ਼। ਅਸੀਂ ਤਾਂ ਹੀ ਨਾਲ ਜੁੜੇ ਹੋਏ ਹਾਂ ਬਿਕਾਜ਼ ਹੀ ਹੈਡ ਨੋ ਮੋਟਿਵ। ਜੀ, ਮੇਰੇ ਖਿਆਲ ਨਾਲ ਤੁਸੀਂ ਸੁਨੀਤਾ ਧੀਰ ਜੀ ਪਹਿਲਾਂ ਇੱਕ ਸਵਾਲ ਮੈਨੂੰ ਕਰ ਰਹੇ ਸੀ ਕਿ ਸਤਵਿੰਦਰ ਜੀ ਨੇ ਡੈਫ ਐਂਡ ਡੈਮ ਬੱਚਿਆਂ ਨੂੰ ਪੋਲੋ ਗਰਾਊਂਡ ਦੇ ਵਿੱਚ ਲਗਾਏ ਤੇ ਉੱਥੇ ਜਾ ਕੇ ਐਡਾ ਵੱਡਾ ਅਵਾਰਡ ਜਿਹੜਾ ਉਹਨਾਂ ਬੱਚਿਆਂ ਲਈ ਲੈ ਕੇ ਦਿੱਤਾ, ਤੇ ਮੇਰੇ ਖਿਆਲ ਨਾਲ ਉਹਦਾ ਅੱਛਾ ਜਵਾਬ ਜਿਹੜਾ ਸਤਵਿੰਦਰ ਜੀ ਤੋਂ ਲੈ ਲੈਂਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਨੇ। ਇਹ ਮੇਰੇ ਲਈ ਬਹੁਤ ਚੈਲੰਜ ਵਾਲੀ ਮੂਵਮੈਂਟ ਸੀਗੀ ਜੀ ਕਿ ਉਹਨਾਂ ਬੱਚਿਆਂ ਨੂੰ ਮੈਨੂੰ ਪਹਿਲਾਂ ਤਾਂ ਇੱਕ ਦੋ ਵਾਰੀ ਜਿਵੇਂ ਮੈਂ ਸੋਚਿਆ ਕਿ ਹਾਂ ਵੀ ਇਹਨਾਂ ਬੱਚਿਆਂ ਨੂੰ ਮੈਂ ਲੈ ਕੇ ਜਾਵਾਂ ਉਸ ਫੰਕਸ਼ਨ ਦੇ ਵਿੱਚ, ਤਾਂ ਜਿਹੜੇ ਸਾਡੇ ਇਹ ਗੱਲ ਪੱਕੀ ਹੈ ਮੈਮ, ਸ਼ਾਇਦ ਤੁਸੀਂ ਸਾਰੇ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਹੜੇ ਆਪਣੇ ਫੀਲਡ ਵਾਲੇ ਲੋਕ ਹੁੰਦੇ ਨੇ ਉਹ ਸਾਨੂੰ ਹੀ ਨੈਗੇਟਿਵ ਕਰਦੇ ਨੇ, ਉਹ ਸਾਨੂੰ ਹੀ ਮਤਲਬ ਵੀ ਕਿਤੇ ਨਾ ਕਿਤੇ ਦਰਸਾਉਂਦੇ ਨੇ ਕਿ ਵੀ ਇਹ ਕੀ ਲੋੜ ਹੈ ਕਰਨ ਦੀ ਜਾਂ ਨਹੀਂ ਹੈ। ਤਾਂ ਮੈਨੂੰ ਜਿਹੜੇ ਮੇਰੇ ਗੇਮ ਵਾਲੇ ਫੀਲਡ ਵਾਲੇ ਬੰਦੇ ਸੀ ਉਹਨਾਂ ਸਾਰਿਆਂ ਨੇ ਹੀ ਨੈਗੇਟਿਵ ਕੀਤਾ ਕਿ ਸਤਵਿੰਦਰ ਇਹ ਪੰਗੇ 'ਚ ਪੈਣ ਦੀ ਲੋੜ ਨਹੀਂ ਹੈ, ਐਡਾ ਵੱਡਾ ਪ੍ਰੋਗਰਾਮ ਹੈ, ਤੂੰ ਕਾਹਤੋਂ ਲੈ ਰਿਹਾ, ਕਿਉਂ ਪੰਗਾ ਲੈ ਰਿਹਾ, ਤੂੰ ਨਾ ਜਾ।
ਤੇ ਉਸ ਤੋਂ ਬਾਅਦ ਪਰ ਮੈਨੂੰ ਸੀ ਕਿ ਹਾਂ ਨਹੀਂ ਮੈਂ ਕਰਨਾ ਹੀ ਕਰਨਾ ਜਿਹੜੀ ਮੇਰੀ ਫੀਲਡ ਤੋਂ ਬਾਹਰ ਦੇ ਲੋਕ ਸੀਗੇ, ਠੀਕ ਹੈ, ਉਹਨਾਂ ਨੇ ਜਦ ਮੈਂ ਉਹਨਾਂ ਨਾਲ ਡਿਸਕਸ ਕੀਤਾ, ਉਹਨਾਂ ਨੇ ਮੈਨੂੰ ਥਾਪੀ ਦਿੱਤੀ ਕਿ ਵੀ ਇਹ ਕੰਮ ਕਰਨਾ ਚਾਹੀਦਾ, ਇਹ ਜ਼ਰੂਰ ਹੋਣਾ ਚਾਹੀਦਾ। ਔਰ ਤੁਸੀਂ ਮੰਨੋਗੇ ਨਹੀਂ, ਸਾਨੂੰ ਜਿੱਥੇ ਆਪਣੇ ਤੇ ਵੀ ਭਰੋਸਾ, ਮੈਨੂੰ ਉੱਥੇ ਉਹ ਬੱਚਿਆਂ ਤੇ ਬਹੁਤ ਜ਼ਿਆਦਾ ਭਰੋਸਾ ਸੀਗਾ ਤੇ ਵੀ ਇਹ ਬੱਚੇ ਬਹੁਤ ਅੱਛਾ ਕਰਨਗੇ, ਬਹੁਤ ਵਧੀਆ ਕਰਨਗੇ। ਔਰ ਉਹਨਾਂ ਬੱਚਿਆਂ ਨੇ ਵਾਕਈ ਬੇਕਮਾਲ ਕੀਤਾ। ਔਰ ਜਦੋਂ ਸਾਡੀ ਪਰਫਾਰਮੈਂਸ ਖਤਮ ਹੋਈ ਤਾਂ ਜਦੋਂ ਬੱਚਿਆਂ ਲਈ ਸਪੈਸ਼ਲ ਅਨਾਉਂਸ ਹੋਇਆ ਕਿ ਇਹ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਹੈ ਬੈਸਟ ਪਰਫਾਰਮੈਂਸ ਹੈ ਔਰ ਤੁਹਾਨੂੰ ਬੈਸਟ ਪਰਫਾਰਮੈਂਸ ਦਾ ਅਵਾਰਡ ਦਿੱਤਾ ਜਾਏਗਾ ਔਰ ਸਾਡੇ ਬੱਚਿਆਂ ਨੂੰ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ। ਨਹੀਂ, ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ, ਉਸ ਤੋਂ ਮੈਂ ਕਰਾਂਗੀ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਤਾਈਕਵਾਂਡੋ ਦਾ ਸ਼ੁਰੂ ਕਰਾਇਆ ਕੋਰਸ। ਜੀ ਮੈਮ। ਤੇ ਜੇ ਤੁਸੀਂ ਇਹੀ ਕੋਰਸ ਸਕੂਲ ਲੈਵਲ ਤੇ ਕਰਦੇ ਤਾਂ ਜ਼ਿਆਦਾ ਅੱਛਾ ਨਹੀਂ ਸੀ? ਹਾਂ ਮੈਮ, ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ। ਜਦੋਂ ਮੈਂ ਕਾਲਜ ਲੈਵਲ ਦੇ ਉੱਤੇ ਸ਼ੁਰੂ ਕੀਤਾ ਨਾ ਤਾਂ 2010 ਦੀ ਗੱਲ ਹੈਗੀ ਆ, ਲੇਕਿਨ ਉਸ ਤੋਂ ਪਹਿਲਾਂ ਮੈਂ ਜੋ ਇਹ ਕੋਰਸਿਸ ਨੇ, ਇਹ ਕੋਚਿੰਗ ਹੈ 2006 ਤੋਂ ਮੈਂ ਜਿਹੜੇ ਸਕੂਲ ਸੀ, ਪ੍ਰਾਈਵੇਟ ਸਕੂਲ, ਖਾਸ ਕਰਕੇ ਜਿਹੜੇ ਗਲੀਆਂ ਮਹੱਲਿਆਂ 'ਚ ਸਕੂਲ ਹੁੰਦੇ, ਛੋਟੇ ਸਕੂਲ ਹਨ, ਖੈਰ ਸਕੂਲ ਕੋਈ ਛੋਟਾ ਵੱਡਾ ਨਹੀਂ, ਪਰ ਜਿਹੜੇ ਸਕੂਲਾਂ ਦੇ ਵਿੱਚ ਮਤਲਬ ਵੀ ਘੱਟ ਸਟਰੈਂਥ ਵਾਲੇ ਨੇ ਬੱਚੇ, ਠੀਕ ਹੈ, ਉਹਨਾਂ ਸਕੂਲਾਂ ਦੇ ਵਿੱਚ ਵੀ ਅਸੀਂ ਟ੍ਰੇਨਿੰਗ ਦਿੱਤੀ। ਔਰ ਉਹਨਾਂ ਨੂੰ ਮੈਂ ਆਪਣਾ ਵੀ ਜਿਵੇਂ ਸਕੂਲਾਂ ਕੋਲ ਜਾਂਦੇ ਸੀਗੇ ਤਾਂ ਉਹ ਸਕੂਲਾਂ ਦੇ ਪ੍ਰਿੰਸੀਪਲ ਕਹਿੰਦੇ ਸੀਗੇ ਵੀ ਸਾਡੇ ਜਿਹੜੇ ਬੱਚੇ ਨੇ ਉਹ ਭਾਈ ਇੰਨੀ ਫੀਸ ਅਫੋਰਡ ਨਹੀਂ ਕਰ ਪਾਣਗੇ, ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀਗਾ ਕਿ ਮੈਨੂੰ ਫੀਸ ਨਹੀਂ ਚਾਹੀਦੀ, ਮੈਨੂੰ ਬੱਚੇ ਚਾਹੀਦੇ ਨੇ, ਮੈਨੂੰ ਫੀਸ ਨਹੀਂ ਚਾਹੀਦੀ। ਤੇ ਉਦੋਂ ਸ਼ੁਰੂ 'ਚ ਅਸੀਂ ਬੜੇ ਤੰਗ ਵੀ ਹੋਏ ਆ ਮੈਮ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਹੈ ਨਾ। ਕਈ ਵਾਰੀ ਐਂ ਲਾ ਕੇ ਚੱਲੋ ਕਿ ਡੈਡੀ ਤੋਂ ਪੈਟਰੋਲ ਦੇ ਪੈਸੇ ਮੰਗਣੇ ਕਿ ਡੈਡੀ ਪੈਟਰੋਲ ਦੇ ਪੈਸੇ ਦੇ ਦਿਓ ਜੀ, ਅੱਜ ਉੱਥੇ ਜਾਣਾ, ਅੱਜ ਉੱਥੇ ਜਾਣਾ, ਇਹ ਪ੍ਰੈਕਟੀਕਲੀ ਸੱਚੀ ਗੱਲਾਂ ਨੇ, ਠੀਕ ਹੈ। ਔਰ ਆਪਣਾ ਫਿਰ ਫਾਦਰ ਸਾਹਿਬ ਮਤਲਬ ਵੀ ਜੋ ਉਹਨਾਂ ਕੋਲ ਅਫੋਰਡ ਹੁੰਦਾ ਸੀਗਾ ਦਿੰਦੇ, ਪਰ ਨਾਲ ਉਹ ਇਹ ਵੀ ਕਹਿੰਦੇ ਕਿ ਹਾਂ ਵੀ ਜਦੋਂ ਤੂੰ ਪੱਲੋਂ ਲਾ ਕੇ ਕੁਝ ਕੰਮ ਕਰ ਰਿਹਾ ਤਾਂ ਤੇਰਾ ਬੇਟਾ ਫਾਇਦਾ ਕੀ ਹੈ ਕਰਨ ਦਾ। ਤਾਂ ਫਿਰ ਉਹ ਕਿਤੇ ਨਾ ਕਿਤੇ ਉਹ ਵੀ ਸਪੋਰਟਸ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਵੀ ਸੀ ਕਿ ਹਾਂ ਵੀ ਨਹੀਂ ਕੁਝ ਹੋਏਗਾ ਤਾਂ ਅੱਛਾ ਹੋਏਗਾ। ਔਰ ਨੋ ਡਾਊਟ ਅੱਜ ਮਤਲਬ ਉਸ ਚੀਜ਼ ਦਾ ਸਾਨੂੰ ਕਾਫੀ ਬੈਨੀਫਿਟ ਮਿਲ ਰਿਹਾ ਜੀ। ਰੀਤੂ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵੂਮਨ ਸਟੱਡੀ ਸੈਂਟਰ ਦੇ ਹੈਗੇ ਮੁਖੀ, ਤੁਸੀਂ ਇਹ ਦੇਖਦੇ ਹੋ ਕਿ ਵਾਕਈ ਕੁੜੀਆਂ ਸਟੱਡੀ ਕਰਦੀਆਂ ਨੇ ਗੇਮ ਨੂੰ ਜਾਂ ਸਿੱਧਾ ਹੀ ਜੁਆਇਨ ਕਰ ਲੈਂਦੀਆਂ ਨੇ? ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਿਹੜੀ ਜਿਹੜੀ ਗੇਮ ਹੈ ਵਾਕਈ ਸਾਨੂੰ ਜਿਹੜਾ ਸਾਡਾ ਉਹ ਸੈਲਫ ਡਿਫੈਂਸ ਕਰ ਸਕਦੀ ਹੈ? ਨਹੀਂ, ਅਸੀਂ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਪ੍ਰੋਗਰਾਮ ਦੀ ਜਾਂ ਵਰਲਡ ਤਾਈਕਵਾਂਡੋ ਡੇ ਹੈ, ਤਾਂ ਇਹਨਾਂ ਨੇ ਕਿਹਾ ਕਿ ਮੈਂ ਫ੍ਰੀ ਕਈ ਜਗ੍ਹਾ ਸਰਵਿਸ ਪ੍ਰੋਵਾਈਡ ਕਰ ਰਿਹਾ, ਤਾਂ ਮੈਂ ਇਹਨਾਂ ਨੂੰ ਸਭ ਤੋਂ ਪਹਿਲੇ ਰਿਕੁਐਸਟ ਕੀਤੀ ਕਿ ਫਿਰ ਤੁਸੀਂ ਯੂਨੀਵਰਸਿਟੀ ਦੀਆਂ ਹੌਸਟਲ ਦੀਆਂ ਕੁੜੀਆਂ ਲਈ ਜ਼ਰੂਰ ਵਰਕਸ਼ਾਪ ਲਗਾਓ। ਔਰ ਮੈਂ ਸ਼ੇਅਰ ਕਰਨਾ ਚਾਹੁੰਦੀ ਕਿ 6th ਨੂੰ ਅਸੀਂ, ਸਾਡੇ ਵੀਸੀ ਸਾਹਿਬ ਨੇ ਪਰਮਿਟ ਕੀਤਾ ਹੈ, 6th ਨੂੰ ਅਸੀਂ 50 ਤੋਂ 60 ਕੁੜੀਆਂ ਲਈ ਸ਼ੁਰੂ ਕਰਨ ਲੱਗੇ ਹਾਂ ਵਰਕਸ਼ਾਪ। ਜੇ ਪੈਟਰਨ ਸੈਲਫ ਡਿਫੈਂਸ ਦਾ ਸਕਸੈਸਫੁਲ ਰਿਹਾ ਤਾਂ ਅਸੀਂ ਇਹਨਾਂ ਨੂੰ ਅੱਗੇ ਤੋਂ ਵੀ ਤਕਲੀਫ ਦੇਵਾਂਗੇ, ਕਿਉਂਕਿ ਯੂਨੀਵਰਸਿਟੀ 'ਚ ਦੇਖੋ ਇੱਕ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਕੁੜੀਆਂ ਹੈ, 8-9 ਹੌਸਟਲ ਹੈ, ਇੱਕ ਹੌਸਟਲ 'ਚ 300 ਤੋਂ 400 ਕੁੜੀਆਂ ਹੈ, ਤੇ ਥੋੜੇ ਕਰਕੇ ਵੀ ਅਸੀਂ ਟ੍ਰੇਨ ਕਰਾਂਗੇ ਤਾਂ ਕਿੰਨੀ ਅੱਗੇ ਤੱਕ ਜਾਏਗੀ ਇਹ ਸਾਰੀ। ਸੋ ਮੈਂ ਇਹਨਾਂ ਦੀ ਥੈਂਕਫੁਲ ਵੀ ਹਾਂ ਕਿ ਇਹਨਾਂ ਨੇ ਐਕਸੈਪਟ ਕੀਤਾ। ਪਰ ਮੇਰੇ ਖਿਆਲ ਨਾਲ ਚਾਹੇ ਯੂਨੀਵਰਸਿਟੀ ਦੀਆਂ ਕੁੜੀਆਂ ਹੈ ਜਾਂ ਕੋਈ ਵਰਕਿੰਗ ਵਿਮਨ ਹੈ ਜਾਂ ਹਾਊਸਵਾਈਫਸ ਹੈ, ਹਰ ਇੱਕ ਲਈ ਸੈਲਫ ਡਿਫੈਂਸ ਟੈਕਨੀਕ ਸਿੱਖਣੀ ਤਾਂ ਜ਼ਰੂਰੀ ਹੈ ਜੀ। ਮੈਂ ਤੁਹਾਡੇ ਦੋਨਾਂ ਤੋਂ ਇੱਕ ਗੱਲ ਇਕੱਠੀ ਜਾਣਨਾ ਚਾਹਾਂਗਾ ਕਿ ਯੂਨੀਵਰਸਿਟੀ ਕਿੰਨਾ ਕੁ ਵਾਕਈ ਸਪੋਰਟ ਕਰਦੀ ਹੈ, ਕਿਉਂਕਿ ਜੇਕਰ ਅਦਰ ਸਟੇਟਸ ਦੀ ਗੱਲ ਕਰੀਏ ਜਾਂ ਅਦਰ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸਪੋਰਟਿਵ ਨੇ, ਕਿਉਂਕਿ ਜਿਹੜੀ ਇਨਾਮੀ ਰਾਸ਼ੀ ਹੁੰਦੀ ਹੈ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਜ਼ਿਆਦਾ ਹੈ, ਪਰ ਸਾਡੀ ਜਿਹੜੀ ਪੰਜਾਬ ਦੀ ਹੈ ਜਾਂ ਸਾਡੀ ਯੂਨੀਵਰਸਿਟੀਆਂ ਦੀ ਰਾਸ਼ੀ ਉਹ ਘੱਟ ਹੈ। ਇਹ ਕਿਉਂ ਹੈ? ਥੋੜਾ ਜਿਹਾ ਤਾਂ ਫਾਈਨੈਂਸ਼ੀਅਲ ਕ੍ਰਾਈਸਿਸ ਓਵਰਆਲ ਸਟੇਟ ਲੈਵਲ ਤੇ ਵੀ ਚੱਲ ਰਿਹਾ ਹੈ, ਯੂਨੀਵਰਸਿਟੀ ਲੈਵਲ ਤੇ ਵੀ ਚੱਲ ਰਿਹਾ ਹੈ, ਪਰ ਜਦੋਂ ਯੂਨੀਵਰਸਿਟੀ ਨੂੰ ਮਾਕਾ ਟਰਾਫੀ ਮਿਲੀ ਹੈ ਪਿਛਲੇ ਸਾਲਾਂ ਦੇ ਵਿੱਚ, ਅਸੀਂ 10-11 ਮਾਕਾ ਟਰਾਫੀਜ਼ ਪੰਜਾਬੀ ਯੂਨੀਵਰਸਿਟੀ ਨੇ ਲੱਤੀਆਂ ਨੇ, ਉਹ ਸਾਰੀਆਂ ਗੇਮਸ ਦੇ ਸਿਰ ਤੇ ਲੱਤੀਆਂ ਨੇ, ਔਰ ਫਿਰ ਫੰਡਿੰਗ ਵੀ ਮਿਲ ਜਾਂਦੀ ਹੈ। ਫੰਡਿੰਗ ਬਹੁਤ ਬੜੇ ਮਾਣ ਵਾਲੀ ਵੀ ਗੱਲ ਹੈ ਕਿ ਵੀ ਜਿਹੜੀਆਂ ਉਹ ਆਪਣਾ ਕੀ ਕਹਿੰਦੇ ਨੇ ਮਾਕਾ ਟਰਾਫੀ ਹੈ ਨਾ, ਉਹ ਸਿਰਫ ਤੇ ਸਿਰਫ ਇੱਕ ਯੂਨੀਵਰਸਿਟੀ ਨੂੰ ਮਿਲਦੀ ਹੈ ਪੂਰੇ ਇੰਡੀਆ 'ਚੋਂ। 29 ਤਰੀਕ ਨੂੰ ਜਿੱਦਣ ਸਾਡਾ ਨੈਸ਼ਨਲ ਸਪੋਰਟਸ ਡੇ ਹੁੰਦਾ ਉਦੋਂ ਇਹ ਮਾਕਾ ਟਰਾਫੀ ਦਿੱਤੀ ਜਾਂਦੀ ਹੈ ਪ੍ਰੈਜ਼ੀਡੈਂਟ ਸਾਹਿਬ ਵੱਲੋਂ। ਔਰ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਵੀ ਪੰਜਾਬੀ ਯੂਨੀਵਰਸਿਟੀ ਨੇ ਲਗਾਤਾਰ 8-10 ਸਾਲ ਤੱਕ ਉਹਦੇ 'ਤੇ ਕਬਜ਼ਾ ਬਣਾ ਕੇ ਰੱਖਿਆ ਹੈ ਔਰ ਹਰ ਸਾਲ ਉਹਨਾਂ ਦੇ ਮਤਲਬ ਦਾਅਵੇਦਾਰੀ ਹੈ। ਉਸ ਤੋਂ ਪਹਿਲਾਂ ਉਹ ਮਾਕਾ ਟਰਾਫੀ ਸਿਰਫ ਗੁਰੂ ਨਾਨਕ ਯੂਨੀਵਰਸਿਟੀ ਨੂੰ ਜਾਂਦੀ ਸੀ ਤੇ ਸਾਡੀ ਯੂਨੀਵਰਸਿਟੀ ਇਮੇਜਿਨ ਵੀ ਨਹੀਂ ਕਰ ਸਕਦੀ ਸੀ, ਲੇਕਿਨ ਜਦ ਬੋਪਰਾ ਵਾਈਸ ਚਾਂਸਲਰ ਆਏ ਤਾਂ ਉਹਨਾਂ ਨੇ ਕਿਹਾ ਕਿ ਆਪਾਂ 2 ਸਾਲ ਇੰਨੀ ਮਿਹਨਤ ਕਰਨੀ ਹੈ ਤੇ ਨੈਕਸਟ ਮਾਕਾ ਟਰਾਫੀ ਹੈ ਜਿਹੜੀ ਸਾਡੇ ਕੋਲ ਆਉਣੀ ਚਾਹੀਦੀ ਹੈ, ਐਂਡ ਹੀ ਪ੍ਰੂਵਡ ਇਟ। ਪਰ ਸਤਵਿੰਦਰ ਜੀ, ਮੇਰਾ ਇੱਕ ਸਵਾਲ ਹੈ
ਅਗਰ ਯੂਨੀਵਰਸਿਟੀ ਦੇ ਵਿੱਚ ਐਦਾਂ ਦੇ ਗੁਣੀ ਬੱਚੇ ਬੈਠੇ ਨੇ ਫਿਰ ਕਿਤੇ ਨਾ ਕਿਤੇ ਇੰਡੀਆ ਕਿਉਂ ਪਿੱਛੇ ਰਹਿ ਜਾਂਦਾ ਜਦੋਂ 올림픽 ਦੀ ਵਾਰੀ ਆਉਂਦੀ ਹੈ? ਨਹੀਂ, ਇੱਦਾਂ ਹੈ ਕਿ ਵੀ ਬੱਚਿਆਂ ਨੂੰ ਕਿਤੇ ਨਾ ਕਿਤੇ ਜਿਹੜਾ ਦੇਖੋ, ਅਗਰ ਤੁਸੀਂ ਯੂਨੀਵਰਸਿਟੀ ਲੈਵਲ ਤੇ ਗੱਲ ਕਰਦੇ ਹੋ ਸਰ, ਯੂਨੀਵਰਸਿਟੀ ਦੇ ਆਪਣੇ ਇੱਕ ਟੂਰਨਾਮੈਂਟਸ ਹੈਗੇ ਨੇ, ਉਹਦੇ ਵਿੱਚ ਬੱਚੇ ਬਾਕਮਾਲ ਕੰਮ ਕਰਦੇ ਨੇ, ਬਹੁਤ ਅੱਛਾ ਪਰਫਾਰਮੈਂਸ ਕਰਦੇ ਨੇ, ਬਟ ਉਸ ਤੋਂ ਬਾਅਦ ਫਿਰ ਬੱਚਿਆਂ ਦੀ ਜਿਹੜੀ ਅਗਲੀ ਰਿਸਪੌਂਸਿਬਿਲਟੀ ਆ ਜਾਂਦੀ ਹੈ, ਉਹ ਆ ਜਾਂਦੀ ਹੈ ਸਪੋਰਟਸ ਮਿਨਿਸਟਰੀ ਦੀ ਆ ਜਾਂਦੀ ਹੈ। ਯੂਨੀਵਰਸਿਟੀ ਆਪਣੇ ਲੈਵਲ ਤੇ ਬਹੁਤ ਅੱਛਾ ਕੰਮ ਕਰ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੀਆਂ ਨੇ, ਕੋਈ ਇੱਕ ਨਹੀਂ, ਸਾਰੀਆਂ ਯੂਨੀਵਰਸਿਟੀਆਂ ਨੇ ਬਹੁਤ ਵਧੀਆ ਕੰਮ ਕਰ ਨਹੀਂ, ਰਹੀਆਂ ਮੈਨੂੰ ਲੱਗਦਾ ਯੂਨੀਵਰਸਿਟੀ ਦੇ ਵਿੱਚ ਇਜ਼ ਅ ਗੁੱਡ ਟ੍ਰੇਨਿੰਗ ਗਰਾਊਂਡ। ਤਾਂ ਜਿਹੜਾ ਪ੍ਰੋਫੈਸ਼ਨਲਿਜ਼ਮ ਹੈ ਉਹ ਤੁਸੀਂ ਜਾ ਕੇ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਹੀ ਸਿੱਖਦੇ ਹੋ, ਬਿਕੋਜ਼ ਆਪਣੇ ਆਪ ਨੂੰ ਕੰਪੀਟ ਕਰਦੇ। ਜੀ, ਪਰ ਮੈਂ ਇੱਕ ਗੱਲ ਤੁਹਾਡੇ ਤੋਂ ਖਾਸ ਕਰਕੇ ਜਾਣਨਾ ਚਾਹਾਂਗਾ ਕਿ ਤੁਸੀਂ ਇਸ ਚਲੋ ਇੱਕ ਫੀਲਡ ਹੁੰਦੀ ਆ ਲੱਗਦੀ ਬੱਚੇ ਨੇ ਸ਼ੁਰੂ ਤੋਂ ਗੇਮ ਚੁਣ ਲਈ, ਪਰ ਅਗਰ ਬੱਚਾ ਦੋ ਫੀਲਡ ਚੁਣਨਾ ਚਾਹੁੰਦਾ ਹੈ, ਮੰਨ ਲਓ ਥੀਏਟਰ ਵੀ ਚੁਣਨਾ ਚਾਹੁੰਦਾ ਤੇ ਗੇਮ ਵੀ, ਕੀ ਤੁਹਾਨੂੰ ਲੱਗਦਾ ਕਿ ਪੋਸੀਬਲ ਹੈ ਉਹ? ਬਿਲਕੁਲ ਪੋਸੀਬਲ ਹੈ, ਬਿਲਕੁਲ ਪੋਸੀਬਲ ਹੈ, ਬਿਕੋਜ਼ ਜਿਹੜਾ ਥੀਏਟਰ ਦਾ ਟਾਈਮ ਹੈ ਉਹ ਅਲੱਗ ਟਾਈਮ ਹੈ, ਗੇਮ ਦਾ ਟਾਈਮ ਅਲੱਗ ਟਾਈਮ ਹੈ। ਮਾਰਨਿੰਗ ਈਵਨਿੰਗ ਹੀ ਕੈਨ ਪਲੇ ਗੇਮਸ, ਉਸ ਦੇ ਵਿੱਚ ਥੀਏਟਰ ਕਰ ਸਕਦੇ। ਤਾਂ ਬੱਚੇ ਦੀ ਆਪਣਾ ਉਹਨੇ ਟਾਈਮ ਮੈਨੇਜਮੈਂਟ ਕਿਵੇਂ ਕਰਨਾ ਹੈ ਉਹਦੇ ਤੇ ਡਿਪੈਂਡ ਕਰਦਾ ਹੈ। ਜੀ, ਜਿਵੇਂ ਤੁਸੀਂ ਸਰ ਜ਼ਿਕਰ ਕੀਤਾ, ਤਾਂ ਮੈਂ ਇੱਥੇ ਕਹਾਂਗਾ ਕਿ ਅਗਰ ਮਤਲਬ ਜਿਵੇਂ ਥੀਏਟਰ ਵਾਲਾ ਜੋ ਪਰਸਨ ਹੈ, ਜਿਵੇਂ ਅਸੀਂ ਦੇਖਦੇ ਹਾਂ ਅੱਜ ਦੇ ਟਾਈਮ 'ਚ ਅਗਰ ਤੁਹਾਨੂੰ ਡਾਂਸ ਨਹੀਂ ਆਉਂਦਾ ਤਾਂ ਮੈਨੂੰ ਲੱਗਦਾ ਮੈਮ ਸ਼ਾਇਦ ਤੁਹਾਡੀ ਉਹ ਜੋ ਮਤਲਬ ਵੀ ਆਪਣਾ ਜੋ ਅੱਜ ਦੇ ਟਾਈਮ ਦੇ ਵਿੱਚ ਚੱਲ ਰਿਹਾ ਟ੍ਰੈਂਡ ਚੱਲ ਰਿਹਾ ਉਹ ਡਾਂਸ ਜ਼ਰੂਰੀ ਹੈ, ਪਰ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਜ਼ਰੂਰੀ ਹੋ ਗਿਆ ਕਿ ਅਗਰ ਤੁਹਾਨੂੰ ਤਾਈਕਵਾਂਡੋ ਜਾਂ ਸੈਲਫ ਡਿਫੈਂਸ ਦਾ ਕੋਈ ਵੀ ਫਾਰਮ ਆਉਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਉਸ ਜੋ ਐਕਟਰ ਹੈ ਜਾਂ ਐਕਟਰੈਸ ਹੈ ਉਸ ਦੀ ਪਰਸਨੈਲਿਟੀ ਜਾਂ ਉਹਦੇ ਮਤਲਬ ਵੀ ਰੋਲ ਜਾਂ ਉਹ ਇਹਨੂੰ ਐਕਸ਼ਨ ਰੋਲ ਉਹ ਕਿਸੇ ਨਾ ਕਿਸੇ ਪਾਸੇ ਕਰ ਸਕਦਾ। ਪਤਾ ਕੀ ਇਹ ਸਾਰੇ ਸਬਜੈਕਟ ਹੈ, ਜਿਵੇਂ ਸਪੋਰਟਸ ਹੈ, ਲਿਟਰੇਚਰ ਹੈ, ਕਲਚਰ ਹੈ, ਇਹ ਸਾਰੇ ਇੰਟਰਡਿਸਪਲਿਨਰੀ ਹੋਣੇ ਚਾਹੀਦੇ, ਜਿਵੇਂ ਕਿ ਬਾਹਰਲੀਆਂ ਯੂਨੀਵਰਸਿਟੀ ਦੇ ਵਿੱਚ ਹੈ। ਸਾਡੀ ਇੰਡੀਆ ਦੇ ਜਿਹੜੇ ਐਜੂਕੇਸ਼ਨ ਸਿਸਟਮ ਦੇ ਵਿੱਚ ਲੈਕਿੰਗ ਹੈ ਕਿ ਇੰਟਰਡਿਸਪਲਿਨਰੀ ਕੁਝ ਨਹੀਂ ਹੈ। ਅਸੀਂ ਇੱਕ ਸਬਜੈਕਟ ਪੜ੍ਹਦੇ ਹਾਂ, ਉਹਦੇ ਜੈਕ ਆਫ ਆਲ ਟ੍ਰੇਡ ਮਾਸਟਰ ਆਫ ਨਨ, ਸੋ ਉਹੀ ਅਸੀਂ ਕਰੀ ਜਾਂਦੇ ਹਾਂ। ਸੋ ਸਾਨੂੰ ਇਹ ਚਾਹੀਦਾ ਕਿ ਜੋ ਅਸੀਂ ਲਈਏ ਅਸੀਂ ਥੋੜਾ ਸਾਰੀ ਜ਼ਿੰਦਗੀ ਬਾਰੇ ਸਿੱਖੀਏ। ਉਹ 'ਚ ਗੇਮਸ ਵੀ ਹੋ ਸਕਦੀ ਹੈ, ਕਲਚਰ ਵੀ ਹੋ ਸਕਦੀ ਹੈ, ਇਕੱਲਾ ਥੀਏਟਰ ਵੀ ਹੋ ਸਕਦਾ ਹੈ, ਔਰ ਲਿਟਰੇਚਰ ਵੀ ਹੋ ਸਕਦਾ ਹੈ। ਬਿਕੋਜ਼ ਜਿਹੜਾ ਪੁਰਾਣਾ ਲਿਟਰੇਚਰ ਪੜ੍ਹਦੇ ਨੇ ਬੱਚੇ, ਉਹਨਾਂ ਨੂੰ ਕਿੰਨਾ ਮਿਲਦਾ ਹੈ ਕਿ ਕੀ ਸਟੋਰੀਜ਼ ਲਿਖੀਆਂ ਹੋਈਆਂ, ਕੀ ਨੋਵਲਸ ਲਿਖੇ ਹੋਏ ਆ। ਐਂਡ ਮਿਲਖਾ ਸਿੰਘ ਦਾ ਕੱਦ ਹੋਰ ਵੱਡਾ ਕਰਾਤਾ ਜਦ ਰਾਕੇਸ਼ ਓਮ ਪ੍ਰਕਾਸ਼ ਨੇ ਭਾਗ ਮਿਲਖਾ ਭਾਗ ਬਣਾਈ, ਕਿਉਂਕਿ ਉਸ ਦੇ ਗਾਣੇ ਕਿਸੇ ਨੇ ਲਿਖੇ, ਪ੍ਰਸ਼ਾਂਤ ਜੋਸ਼ੀ ਨੇ ਉਸ ਦਾ ਸਕਰੀਨ ਪਲੇ ਲਿਖਿਆ। ਸੋ ਗੇਮਸ ਐਂਡ ਕਲਚਰ ਇਜ਼ ਵੈਰੀ ਵੈਲ ਕਨੈਕਟਡ। ਜਿਵੇਂ ਮੈਂ ਇੱਕ ਥਾਂ ਤੇ ਨਾ ਕਿਸੇ ਇੰਟਰਵਿਊ 'ਚ ਇੱਦਾਂ ਹੀ ਸੁਣਿਆ ਸੀਗਾ ਸ਼ਾਇਦ ਕਿ ਵੀ ਮਿਲਖਾ ਸਿੰਘ ਜੀ ਨੂੰ ਹੈ ਨਾ ਆਪਣਾ ਜਦੋਂ ਫਿਲਮ ਲਈ ਆਫਰ ਕੀਤਾ ਵੀ ਬਣਾਉਣੀ ਹੈ ਤਾਂ ਉਹਨਾਂ ਨੇ ਸ਼ਾਇਦ ਇਹ ਡਿਮਾਂਡ ਕੀਤੀ ਕਿ ਮੈਨੂੰ 1 ਰੁਪਿਆ ਚਾਹੀਦਾ। ਹਾਂ, ਇਹ ਸ਼ਾਇਦ ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਪਤਾ ਇਸ ਗੱਲ ਦਾ। ਤਾਂ ਉਹਨਾਂ ਨੇ ਬਾਕੀ ਜਿਵੇਂ ਕਹਿੰਦੇ ਕਿ ਵੀ ਐਕਟਰੈਸ ਨੇ ਪਿਕਚਰ ਬਣਾਈ ਹੈ ਤਾਂ ਉਹਨਾਂ ਨੇ ਬਹੁਤ ਵੱਡੀ, ਕਿਸੇ ਨੇ 30 ਕਰੋੜ, ਕਿਸੇ ਨੇ 35 ਕਰੋੜ ਹੈ ਨਾ ਧੋਨੀ ਜੀ ਦੇ ਉੱਤੇ ਲਾਈਫ ਆਪਣੀ ਲਾਈਫ ਦੇ ਜਿਹੜੇ ਪਰ ਉਹਨਾਂ ਨੇ ਕਹਿੰਦੇ ਰੀਅਲ ਪੁਆਇੰਟਸ ਹੈ ਤੁਸੀਂ ਉਹ ਨਹੀਂ ਦੱਸਦੇ ਨਾ, ਤਾਂ ਉਹ ਦੱਸਣ ਲਈ ਤੁਹਾਨੂੰ ਕਰੇਜ ਚਾਹੀਦਾ ਹੈ, ਟਰੂ ਇਵੈਂਟਸ ਜਿਹੜੀਆਂ ਨੇ। ਸੋ ਉਹ ਮਿਲਖਾ ਸਿੰਘ ਜੀ ਨੇ ਬਹੁਤ ਕੌਨਫੀਡੈਂਸ ਦਿਖਾਇਆ। ਉਹਨਾਂ ਨੇ ਕਿਹਾ ਮੇਰੇ ਕੋਈ ਪੈਸਾ ਨਹੀਂ ਲੈਣਾ, ਤੁਸੀਂ ਮੇਰੀ ਲਾਈਫ ਤੇ ਫਿਲਮ ਬਣਾ ਰਹੇ ਹੋ, ਆਈ ਥਿੰਕ ਬਣਨੀ ਚਾਹੀਦੀ ਹੈ, ਕਿਉਂਕਿ ਆਉਣ ਵਾਲੇ ਪਲੇਅਰਸ ਲਈ ਇਟਸ ਲਾਈਕ ਮਾਈਲਸਟੋਨ। ਸੋ ਇਸ ਕਰਕੇ ਉਹਨਾਂ ਨੇ ਸਿਰਫ 1 ਰੁਪਇਆ ਲਿਆ ਜੀ। ਪਰ ਸੁਨੀਤਾ ਜੀ, ਗੱਲ ਇਦਾਂ ਨਹੀਂ ਲੱਗਦੀ ਕਿ ਜਦੋਂ ਕੋਈ ਬੱਚਾ ਤਿਆਰ ਹੋ ਗਿਆ ਇੰਟਰਨੈਸ਼ਨਲ ਖੇਡਣ ਵਾਸਤੇ ਜਾਂ 올림픽 ਖੇਡਣ ਵਾਸਤੇ, ਇੱਕ ਪਾਸੇ ਉਹ ਥੀਏਟਰ ਜਾਂ ਕੋਈ ਇਦਾਂ ਦਾ ਵਧੀਆ ਕੋਰਸ ਕਰ ਰਿਹਾ, ਪਰ ਜ਼ਿਆਦਾਤਰ ਦੇਖਣ ਦੇ ਵਿੱਚ ਆਉਂਦਾ ਉਹ ਚੁਣਦਾ ਹੈ ਥੀਏਟਰ ਨੂੰ ਜਾਂ ਕਿਸੇ ਅਜਿਹੇ ਕੋਰਸ ਨੂੰ, ਉਹਨੂੰ ਗੇਮ ਦੇ ਵਿੱਚ ਨਹੀਂ ਤੁਸੀਂ ਪਛੜਿਆ ਹੋਇਆ ਦੇਖਦੇ? ਤੁਹਾਨੂੰ ਇਹ ਨਹੀਂ ਲੱਗਦਾ? ਬਿਕੋਜ਼ ਗੇਮਸ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ। ਕੰਪੀਟੀਸ਼ਨ ਫਿਲਮਾਂ 'ਚ ਵੀ ਹੈ ਬਹੁਤ ਜ਼ਿਆਦਾ। ਇਟਸ ਲਾਈਕ ਅ ਪਿਰਾਮਿਡ। ਵੈਨ ਯੂ ਸਟਾਰਟ ਯੂ ਹੈਵ ਲੋਟ ਆਫ ਓਪਰਚੁਨਿਟੀਜ਼, ਲੋਟ ਆਫ ਸਟੂਡੈਂਟਸ। ਜਦ ਤੁਸੀਂ ਉੱਪਰ ਜਾਂਦੇ ਹੋ ਤਾਂ ਥੋੜੀ ਇਕੱਲੇ ਰਹਿ ਜਾਂਦੇ ਹੋ। ਸੋ ਉਹ ਇਕੱਲੇ ਜਦ ਪੁਆਇੰਟ ਤੇ ਪਹੁੰਚੋਗੇ ਤਾਂ ਹੀ ਤੁਸੀਂ ਟੌਪ ਤੇ ਆਓਗੇ। ਰੀਤੂ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜੀ ਸਾਡੇ ਹਿੰਦੁਸਤਾਨ 'ਚ ਇੱਕ ਟ੍ਰੈਂਡ ਹੈ ਕਿ ਜ਼ਿਆਦਾਤਰ ਜਦੋਂ ਟੀਵੀ ਲੱਗਿਆ ਹੁੰਦਾ ਤਾਂ ਕ੍ਰਿਕਟ ਦੇਖਣਾ ਹੀ ਪਸੰਦ ਕਰਦੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਗੇਮਸ ਲਈ ਅੱਗੇ ਆਉਣਾ ਚਾਹੀਦਾ ਹੈ? ਉਹ ਗੇਮਾਂ ਤੋਂ ਕਿਵੇਂ ਹਟਾ ਕੇ ਅਸੀਂ ਆਪਣੇ ਬੱਚਿਆਂ ਨੂੰ ਸੈਲਫ ਡਿਫੈਂਸ ਬਾਰੇ ਖਾਸ ਕਰਕੇ, ਕਿਉਂਕਿ ਤਾਇਕਵਾਂਡੋ ਅਗਰ ਬੱਚਿਆਂ ਨੂੰ ਪਤਾ ਹੈ ਤੇ ਖਾਸ ਕਰਕੇ ਸੈਲਫ ਡਿਫੈਂਸ ਤਾਂ ਸ਼ਾਇਦ ਜ਼ਰੂਰੀ ਹੋਣੇ ਚਾਹੀਦੇ ਕੁੜੀਆਂ ਵਾਸਤੇ ਸਿੱਖਣ ਵਾਸਤੇ। ਬਿਲਕੁਲ, ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਕ੍ਰਿਕਟ ਤਾਂ ਇੱਕ ਬੜੀ ਪਪੂਲਰ ਗੇਮ ਓਵਰਆਲ ਇੰਟਰਨੈਸ਼ਨਲ ਲੈਵਲ ਤੇ ਵੀ ਹੈ ਔਰ ਸਾਰੇ ਇੱਥੇ, ਪਰ ਹੁਣ ਦੇਖੋ ਟ੍ਰੈਂਡ ਬਦਲ ਰਿਹਾ। ਜਿਸ ਤਰ੍ਹਾਂ ਹਾਕੀ, ਹੁਣ ਹਾਕੀ 'ਚ ਇੰਡੀਆ ਜਿੱਤਿਆ ਹੈ ਤਾਂ ਹੌਲੀ ਹੌਲੀ ਲੋਕ ਹਾਕੀ ਵੱਲ ਇੰਟਰਸਟ ਆ ਗਿਆ, ਜਾਂ ਚੱਕ ਦਾ ਇੰਡੀਆ ਵਰਗੀਆਂ ਫਿਲਮਾਂ ਬਣੀਆਂ ਹੈ। ਤੁਸੀਂ ਦੇਖੋ ਉਹੀ ਮੋਟੀਵੇਸ਼ਨਲ ਸੌਂਗ ਸਾਰੀ ਜਗ੍ਹਾ ਪਿੱਛੇ ਚੱਲ ਰਿਹਾ ਹੁੰਦਾ ਹੈ ਚੱਕ ਦਾ ਇੰਡੀਆ ਦਾ। ਔਰ ਜਿਸ ਤਰ੍ਹਾਂ ਸਤਵਿੰਦਰ ਸਿੰਘ ਜੀ ਨੇ ਕਿਹਾ ਹੈ ਕਿ ਜਦੋਂ ਇੱਕ ਬੱਚਾ ਜਿਹੜਾ ਸੈਲਫ ਡਿਫੈਂਸ ਵਿੱਚ ਪਰਫੈਕਟ ਹੋ ਜਾਂਦਾ ਹੈ ਜਾਂ ਉਹਨੂੰ ਸਿੱਖ ਲੈਂਦਾ ਹੈ ਤਾਂ ਉਹਦੇ ਚਿਹਰੇ ਤੇ ਜਿਹੜਾ ਇੱਕ ਕਨਫੀਡੈਂਸ ਆ ਜਾਂਦਾ ਹੈ ਨਾ ਕਿ ਮੈਂ ਹੁਣ ਸਭ ਨੂੰ ਡੀਲ ਕਰ ਸਕਦਾ ਆਪਣੇ ਆਪ। ਜੀ,
ਇੱਕ ਲੜਕੀ ਜਿਹੜੀ ਜਦੋਂ ਉਹਨੇ ਸਿੱਖ ਲਈ ਸੈਲਫ ਡਿਫੈਂਸ ਜੀ। ਕਿ ਮੈਨੂੰ ਕਿਤੇ ਵੀ ਜਾਣ 'ਚ ਕੋਈ ਪ੍ਰੋਬਲਮ ਨਹੀਂ ਹੈ, ਮੈਂ ਥੀਏਟਰ 'ਚ ਜਾਣਾ ਚਾਹਾਂ ਦੇਰ ਸਵੇਰ ਮੈਂ ਉੱਥੇ ਵੀ ਜਾ ਸਕਦੀ ਹਾਂ, ਜੀ। ਜਾਂ ਮੈਂ ਕੋਈ ਕਿਸੇ ਵੀ ਹੋਰ ਫੀਲਡ ਵਿੱਚ ਆਪਣੇ ਆਪ ਨੂੰ ਡਿਵੈਲਪ ਕਰਨਾ ਚਾਹਾਂ। ਜੀ। ਸੋ ਮੈਨੂੰ ਲੱਗਦਾ ਹੈ ਕਿ ਸੈਲਫ ਡਿਫੈਂਸ ਤਾਂ ਹਰ ਫੀਲਡ ਲਈ ਇੱਕ ਬੇਸ ਹੈ। ਜੀ। ਸੋ ਉਸ ਨੂੰ ਲੈ ਕੇ ਚੱਲਾਂਗੇ ਤਾਂ ਸਾਰੇ ਫੀਲਡ ਦੀ ਨੌਲੇਜ ਆਪਣੇ ਆਪ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ, ਇਹ ਵਾਕਈ ਸੱਚ ਹੈ ਕਿ ਵੀ ਅਸੀਂ ਸਾਡੇ ਕੋਲੇ ਕਈ ਪੇਰੈਂਟ ਇਦਾਂ ਦੇ ਆਉਂਦੇ ਨੇ ਜਿਹੜੇ ਮਤਲਬ ਵੀ ਬੱਚਿਆਂ ਨੂੰ ਉਹਨਾਂ ਨੇ ਪ੍ਰੋਫੈਸ਼ਨਲੀ ਉਹਨਾਂ ਨੇ ਕ੍ਰਿਕਟ ਖਿਡਾਉਣੀ ਹੈ, ਬਟ ਉਹ ਕਹਿੰਦੇ ਕਿ ਵੀ ਜੋ ਤਾਈਕਵਾਂਡੋ ਗੇਮ ਹੈ ਉਹਦੇ ਵਿੱਚ ਜਿਵੇਂ ਇੱਕ ਫੁੱਟ ਵਰਕ ਹੈ, ਲੈਗਸ ਦੇ ਵਿੱਚ ਜਾਨ ਹੈ, ਪਾਵਰ ਹੈ ਨਾ, ਵੀ ਉਹ ਚੀਜ਼ ਵਾਸਤੇ ਉਹ ਸਪੈਸ਼ਲ ਆਉਂਦੇ ਨੇ ਕਿ ਵੀ ਬੱਚੇ ਨੂੰ ਤਾਈਕਵਾਂਡੋ ਕਰਾਓ ਤਾਂ ਕਿ ਉਹਦਾ ਜਿਹੜਾ ਫੁੱਟ ਵਰਕ ਹੈ ਜਾਂ ਜਿਹੜੀਆਂ ਉਹਦੀਆਂ ਲੈਗਸ ਦੀ ਜੋ ਮੂਵਮੈਂਟ ਹੈਗੀ ਹੈ ਉਹ ਪਰਫੈਕਟ ਹੋ ਸਕੇ। ਗੁਰਪ੍ਰੀਤ ਜੀ, ਜਿਵੇਂ ਅਸੀਂ ਤੁਹਾਨੂੰ ਫੇਸਬੁੱਕ ਤੇ ਦੇਖਿਆ, ਤੁਸੀਂ ਇਹਨਾਂ ਨਾਲ ਇੱਕ ਬੀਤੇ ਦਿਨੀ ਕੁਝ ਦਿਨ ਪਹਿਲਾਂ ਇੱਕ ਕੈਂਪ ਦੇ ਵਿੱਚ ਇਕੱਠੇ ਸੀਗੇ। ਉੱਥੇ ਕਾਫੀ ਬੱਚਿਆਂ ਨੂੰ ਇਹ ਜਿਹੜੇ ਟਾਈਮ ਟੂ ਟਾਈਮ ਜਿਹੜੇ ਨੇ ਕੈਂਪ ਦੇ ਰਾਹੀਂ ਬੱਚਿਆਂ ਨੂੰ ਸਿਖਾਉਂਦੇ ਨੇ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਸ਼ਖਸ ਨੇ ਉਹਨਾਂ ਨੂੰ ਸਾਥ ਦੇਣਾ ਚਾਹੀਦਾ? ਬਿਲਕੁਲ, ਵਾਈ ਨਾਟ, ਡੈਫੀਨੇਟਲੀ। ਕਿਉਂਕਿ ਉੱਥੇ ਮੈਂ ਦੇਖਿਆ 1.5 ਹਫ਼ਤੇ ਵਿੱਚ ਵੀ, ਮਤਲਬ 1.5 ਹਫ਼ਤਾ ਹੀ ਹਜੇ ਹੋਇਆ ਸੀਗਾ ਸਤਵਿੰਦਰ ਜੀ ਨੂੰ ਟ੍ਰੇਨਿੰਗ ਦਿੰਦੇ ਹੋਏ, ਤੇ ਉਹ ਐਵੇਂ ਲੱਗ ਰਿਹਾ ਜਿਵੇਂ ਪਤਾ ਕਿੰਨੇ ਐਕਸਪਰਟੀਜ਼ ਹੈਗੇ ਉਹਦੇ ਵਿੱਚ। ਐਕਚੁਅਲੀ ਸਾਡੇ ਕੰਟਰੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਆਰਟਿਸਟ ਔਰ ਐਥਲੀਟਸ ਨੂੰ ਕਦੇ ਵੀ ਉਹਨਾਂ ਦਾ ਡਿਊ ਨਹੀਂ ਮਿਲਦਾ। ਸ਼ਾਇਦ ਇਹ ਤੇ ਇਹ ਹੋ ਜਾਂਦਾ ਹੈ। ਜੀ। ਮੈਨੂੰ ਲੱਗਦਾ ਹੈ ਆਈਦਰ ਦੇ ਆਰ ਨਾਟ ਫਿਟ ਫॉर ਦਿਸ ਸੋਸਾਇਟੀ, ਦੋਨੋਂ ਆਰਟਿਸਟ ਔਰ ਪਲੇਅਰਸ, ਔਰ ਜਾਂ ਫਿਰ ਪੋਲੀਟੀਸ਼ੀਅਨ ਇੰਨੇ ਹਾਵੀ ਨੇ ਸਾਡੇ ਤੇ ਕਿ ਉਹ ਇਹਨਾਂ ਨੂੰ ਉੱਠਣ ਨਹੀਂ ਦਿੰਦੇ। ਔਰ ਸ਼ਾਇਦ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਬਜਟ ਦੇ ਵਿੱਚ ਇਹ ਰਹਿੰਦਾ ਹਰੇਕ ਵਾਰੀ ਕਿ ਸਾਡਾ ਪੰਜਾਬ ਹੈ ਜਾਂ ਯੂਨੀਵਰਸਿਟੀਆਂ ਨੇ ਜਾਂ ਉਹ ਮਤਲਬ ਕੋਈ ਵੀ ਅਦਾਰੇ ਲਗਾ ਲਓ, ਹਮੇਸ਼ਾ ਘਾਟੇ ਦੇ ਵਿੱਚ ਹੀ ਦਿਖਦੇ ਨੇ। ਘੱਟ ਇਹ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਮੈਮ ਨੇ ਵੀ, ਹੈ ਨਾ, ਕਿ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਇੰਡੀਆ ਦੇ ਪਲੇਅਰ ਹੈ ਉਹ ਪਿੱਛੇ ਰਹਿ ਜਾਂਦੇ ਨੇ ਜਦ ਅਸੀਂ ਓਲੰਪਿਕ ਦੇ ਵਿੱਚ ਮੈਡਲ ਟੈਲੀ ਦੀ ਗੱਲ ਕਰੀਏ। ਖੈਰ ਇਸ ਸਾਲ ਤਾਂ ਸਾਡੇ ਜਿਹੜੇ ਰਿਜ਼ਲਟ ਹੈ ਉਹ ਜੇ ਅਸੀਂ ਪਿਛਲਾ ਰਿਕਾਰਡ ਚੈੱਕ ਕਰੀਏ ਤਾਂ ਉਹਦੇ ਨਾਲ ਬਹੁਤ ਵਧੀਆ, ਬਟ ਜੇ ਅਸੀਂ ਦੂਜੀਆਂ ਕੰਟਰੀਆਂ ਨਾਲ ਕੰਪੈਰੀਜ਼ਨ ਕਰੀਏ ਤਾਂ ਬਹੁਤ ਅਸੀਂ ਹਲੇ ਵੀ ਉਸ ਹਿਸਾਬ ਨਾਲ ਅਸੀਂ ਬਹੁਤ ਪਿੱਛੇ ਹਾਂ। ਇਸ ਸਾਲ ਮਤਲਬ ਅਸੀਂ ਉਹ ਰਿਜ਼ਲਟਾਂ ਤੋਂ ਤਾਂ ਖੁਸ਼ ਹਾਂ, ਸੈਟੀਸਫਾਈਡ ਹਾਂ, ਬਟ ਜੇ ਅਸੀਂ ਕੰਟਰੀਆਂ ਨਾਲ ਦੂਜੀਆਂ ਕੰਟਰੀਆਂ ਨਾਲ ਮੈਮ ਕੰਪੈਰੀਜ਼ਨ ਕਰੀਏ ਤਾਂ ਉਹ ਬਹੁਤ ਜ਼ਿਆਦਾ ਪਿੱਛੇ ਹੈ। ਉਹਦਾ ਕਾਰਨ ਸਾਨੂੰ ਕਿਤੇ ਨਾ ਕਿਤੇ ਇੱਦਾਂ ਲੱਗਦਾ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਮੈਮ ਕਿ ਗੇਮ ਮਤਲਬ ਸਾਡੀ ਨਾ ਇਹ ਬੜੀ ਵਾਰੀ ਚਰਚਾ ਹੋਈ ਹੈ ਤੇ ਮੈਂ ਜ਼ਿਕਰ ਕੀਤਾ ਹੈ ਕਿ ਗੇਮ ਦੇ ਵਿੱਚ ਪੋਲਿਟਿਕਸ ਨਾ ਖੇਡੋ। ਗੇਮਸ ਦੇ ਵਿੱਚ ਮੈਮ ਇੱਦਾਂ ਦੇ ਨੁਮਾਇੰਦੇ, ਇੱਦਾਂ ਦੇ ਬੰਦਿਆਂ ਨੂੰ, ਇੱਦਾਂ ਦੇ ਸਾਡੇ ਮਤਲਬ ਵੀ ਇੱਥੇ ਮੈਂ ਨਾਮ ਲੈਣਾ ਚੰਗਾ ਨਹੀਂ ਲੱਗਦਾ ਵੀ ਮਿਨਿਸਟਰਸ ਜਾਂ ਫਿਰ ਉੱਪਰਲੀਆਂ ਜੋ ਹਾਇਰ ਬਾਡੀਆਂ ਨੇ ਜਾਂ ਜਿਹੜੇ ਉੱਪਰਲੇ ਨੇ, ਉਹ ਇੱਦਾਂ ਦੇ ਬੰਦੇ ਲਾ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਗੇਮ ਬਾਰੇ ਨੌਲੇਜ ਹੀ ਨਹੀਂ ਹੈ। ਜਿਹੜੇ ਬੰਦੇ ਸਾਡੇ ਹਾਇਰ ਅਥਾਰਟੀਜ਼ ਹੁੰਦੇ ਨੇ ਜਾਂ ਜਿਹੜੇ ਕਿਸੇ ਤਰੀਕੇ ਨਾਲ ਸਾਡੇ ਜੋ ਪੈਨਲ 'ਚ ਬੈਠਦੇ ਨੇ, ਸਪੋਰਟਸ ਪੈਨਲ 'ਚ ਬੈਠਦੇ ਨੇ, ਉਹਨਾਂ ਨੂੰ ਇਹ ਵੀ ਲੱਗਦਾ ਵੀ ਜਿਹੜੇ ਅਸੀਂ ਸਪੋਰਟਸ ਜਾਂ ਅਸੀਂ ਕਲਚਰ ਤੇ ਪੈਸੇ ਖਰਚ ਰਹੇ ਹਾਂ ਦੇ ਆ ਵੇਸਟ। ਬਿਲਕੁਲ ਉਹ ਵੇਸਟ ਨਹੀਂ ਹੈ, ਦੇ ਮੇਕ ਪ੍ਰਾਈਡ ਆਫ ਯੋਰ ਕੰਟਰੀ। ਜੀ। ਸੋ ਸਾਨੂੰ ਇਹ ਚੀਜ਼ਾਂ ਦੀ ਜਿਹੜੀ ਅਹਿਸਾਸ ਨਹੀਂ ਹੈ ਹਜੇ ਤੱਕ ਸਾਡੀਆਂ ਸਰਕਾਰਾਂ ਨੂੰ। ਸੋ ਉਹ ਜਿਹੜਾ ਅਹਿਸਾਸ ਜਗਾਉਣ ਦੀ ਲੋੜ ਹੈ। ਤਾਂ ਉਹ ਜਿੰਨਾ ਅਸੀਂ ਜੇ ਮਤਲਬ ਸਾਡੇ 4 ਬੱਚੇ 올림픽ਸ 'ਚ ਆਏ ਨੇ, ਜੇ ਹੁਣ ਉਹ ਰੋਲ ਮਾਡਲ ਬਣ ਗਏ ਨੇ ਸਾਡੇ ਯੂਥ ਲਈ, ਜੇ ਅਸੀਂ ਉਹਨਾਂ ਨੂੰ ਪ੍ਰਮੋਟ ਕਰਾਂਗੇ ਹੋਰ ਜ਼ਿਆਦਾ ਜਾਂ ਬੱਚਿਆਂ ਨੂੰ ਓਪਰਚੁਨਿਟੀ ਜ਼ਿਆਦਾ ਦੇਵਾਂਗੇ ਤਾਂ ਨੈਚੁਰਲੀ ਅਸੀਂ ਗੇਮਸ 'ਚ ਆਵਾਂਗੇ। ਮੈਮ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਮੈਂ ਕੁਝ ਸ਼ਾਪ ਤੋਂ ਇੱਕ ਸਮਾਨ ਲੈਣ ਗਿਆ, ਸਪੋਰਟਸ ਸ਼ਾਪ ਤੋਂ ਸਮਾਨ ਲੈਣ ਵਾਸਤੇ ਗਿਆ, ਤੇ ਉਹ ਬੰਦਾ ਮੇਰੇ ਸਾਹਮਣੇ ਫ਼ੋਨ ਕਰ ਰਿਹਾ ਹੈ। फ़ोन की कर रहा है कि भाई मेरे को जो हॉकी का स्टॉक है ख़त्म हो गया और मेरे को जो जैवलिंग का स्टॉक है ख़त्म हो गया, मैनू भेजो। और वो जिसनों फ़ोन कर रहा है वो मैन्युफैक्चर है, ਉਹਦੀ ਅੱਗੋਂ ਡਿਮਾਂਡ ਸੀ ਕਿ ਭਾਈ ਮੈਂ ਕੀ ਕਰਾਂ ਕਿ ਭਾਈ ਮੇਰੇ ਲਈ ਇੰਡੀਆ ਤੋਂ ਆਰਡਰ ਹੀ ਬਹੁਤ ਆ ਚੁੱਕੇ ਨੇ। ਉਹਦਾ ਕਾਰਨ ਕਿਤੇ ਨਾ ਕਿਤੇ ਮਤਲਬ ਜੋ ਸਾਡੇ ਨੀਰਜ ਚੋਪੜਾ ਜੀ ਕਿਤੇ ਨਾ ਕਿਤੇ ਸਾਡੀ ਜਿਹੜੀ ਹਾਕੀ ਟੀਮ ਹੈਗੀ ਹੈ, ਮੈਨ ਟੀਮ ਐਂਡ ਵੂਮਨ ਟੀਮ ਦੋਨੋਂ ਹੀ, ਔਰ ਇਹ ਆਪਣਾ ਕੀ ਕਹਿੰਦੇ ਨੇ ਕਿੱਥੇ ਲਾ ਕੇ ਚਲੋ ਕਿ ਵੀ ਸਾਡੀ ਵੂਮਨ ਟੀਮ ਨੂੰ ਇੱਕ ਐਦਾਂ ਸੋਚਿਆ ਜਾਂਦਾ ਸੀ ਜਾਂ ਐਦਾਂ ਦੇਖਿਆ ਜਾਂਦਾ ਸੀਗਾ ਵੀ ਇਹਨਾਂ ਨੂੰ ਭੇਜਣ ਦਾ ਕੋਈ ਫਾਇਦਾ ਹੀ ਨਹੀਂਗਾ, ਵੇਸਟ ਆਫ ਮਨੀ ਹੈ, ਠੀਕ ਹੈ। ਬਟ ਉਹਨਾਂ ਨੇ ਬਾ ਕਮਾਲ ਕਰਕੇ ਦਿਖਾਇਆ, ਬਹੁਤ ਵਧੀਆ ਕੀਤਾ ਉਹਨਾਂ ਨੇ। ਔਰ ਸਾਡੀ ਜਿਹੜੀ 40 ਸਾਲਾਂ ਤੋਂ ਅਸੀਂ ਸ਼ਾਇਦ ਤਰਸਦੇ ਆ ਰਹੇ ਸੀਗੇ ਹਾਕੀ ਦੇ ਵਿੱਚ, ਜਿੱਥੇ ਸਾਡੀ ਇੱਕ ਸਰਦਾਰੀ ਹੁੰਦੀ ਸੀ, ਇੱਕ ਸਾਡਾ ਦਾਅਵੇਦਾਰੀ ਹੁੰਦੀ ਸੀ, ਇੰਡੀਆ ਜਦੋਂ ਰੀਪ੍ਰੈਜ਼ੈਂਟ ਉਸ ਨੂੰ ਕਰਦਾ ਸੀ ਤਾਂ ਮੰਨਿਆ ਜਾਂਦਾ ਸੀਗਾ ਕਿ ਹਾਂ ਭਾਈ ਮੈਡਲ ਇੰਡੀਆ ਲੈ ਕੇ ਹੀ ਜਾਏਗਾ। ਬਟ ਉਹ 40 ਸਾਲਾਂ ਤੋਂ ਅਸੀਂ ਪਿਛੜ ਗਏ ਹਾਂ। ਔਰ ਦੂਜਾ ਜੋ ਐਥਲੈਟਿਕਸ ਹੈ, ਐਥਲੈਟਿਕਸ ਦੇ ਵਿੱਚ ਅੱਜ ਤੱਕ ਸਾਡਾ ਕਦੀ ਮੈਡਲ, 골ਡ ਮੈਡਲ ਨਹੀਂ ਆਇਆ ਸਾਡਾ, ਅੱਜ ਤੱਕ ਕਦੀ ਐਥਲੈਟਿਕਸ ਮੈਡਲ ਨਹੀਂ ਆਇਆ। ਔਰ ਅਸੀਂ ਜੈਵਲਿੰਗ ਥਰੋ ਦੀ ਗੱਲ ਕਰੀਏ, ਠੀਕ ਹੈ, ਇਹਦੇ ਬਾਰੇ ਤਾਂ ਅਸੀਂ ਅੱਜ ਤੱਕ ਕਦੀ ਸੋਚਿਆ ਹੀ ਨਹੀਂ ਸੀਗਾ। ਹੁਣ ਜਿਹੜਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਮੈਮ, ਇਹ ਸੱਚ ਹੈ ਕਿ ਜਦੋਂ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਫੋਰਨ ਦੇ ਵਿੱਚ ਕਿਉਂ ਉਤਸ਼ਾਹ ਹੈ, ਬੱਚੇ ਕਿਉਂ ਅੱਗੇ ਨਿਕਲਦੇ, ਸਾਡੇ ਇੱਥੇ ਨਾ ਟ੍ਰੈਡੀਸ਼ਨਲ ਥੋੜ੍ਹਾ ਜਿਹਾ ਉਲਟਾ ਹੈ। ਸ਼ਾਇਦ ਉਹ ਸਰਕਾਰਾਂ ਦਾ ਹੈ ਜਾਂ ਫਿਰ ਸਰਕਾਰਾਂ ਨੂੰ ਜਿਹੜੇ ਚਲਾਉਣ ਵਾਲੇ ਥੱਲੇ ਨੁਮਾਇੰਦੇ ਨੇ ਉਹਨਾਂ ਦਾ ਹੈ
ਕਿ ਕਿਤੇ ਨਾ ਕਿਤੇ ਉਹ ਪਲੇਅਰਾਂ ਦੀ ਕਦਰ ਉਦੋਂ ਪਾਉਂਦੇ ਨੇ ਜਦੋਂ ਪਲੇਅਰਾਂ ਦੇ ਮੈਡਲ ਆ ਜਾਂਦੇ ਨੇ, ਨਹੀਂ, ਜਦੋਂ ਪਲੇਅਰਾਂ ਸਾਡੇ ਦੀਆਂ ਅਚੀਵਮੈਂਟਸ ਹੋ ਜਾਂਦੀਆਂ। ਉਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਮਤਲਬ ਵੀ ਇਹੀ ਜਿਹੜੇ ਸਾਡੇ ਸਾਡੀ team ਹੈ- ਕਲਚਰ 'ਚ ਓਨੈਸਟੀ ਨਹੀਂ ਹੈ। ਠੀਕ ਹੈ ਹਾਂ, ਅਸੀਂ ਇਹ ਕਿਤੇ ਨਾ ਕਿਤੇ ਬਿਲਕੁਲ, dishonest ਐਡ ਹੋ ਕਰਨਾ ਜਾਣਾ। ਚਾਹਾਂਗੀ ਕਿ ਅਸੀਂ ਇੱਕ ਕਰਪਟ ਸਿਸਟਮ ਦਾ ਪਾਰਟ ਹੈ। Part ਹੈ। ਉੱਥੇ ਜਦੋਂ ਪਲੇਅਰਸ ਵੀ ਚੂਜ਼ ਕੀਤੇ ਜਾਂਦੇ ਉਹ ਵੀ ਸਿਫਾਰਿਸ਼ ਬੇਸਡ ਹੁੰਦੇ। ਜੀ ਮੈਮ, ਪਰ ਬਿਲਕੁਲ ਕਿਤੇ ਨਾ ਬਿਲਕੁਲ। ਕਿਤੇ ਤੁਹਾਨੂੰ ਸਾਰਿਆਂ ਨੂੰ ਇਹ ਲੱਗ ਰਿਹਾ ਹੋਊਗਾ ਕਿ ਸਰਕਾਰਾਂ ਨੂੰ ਆਪਾਂ ਕਹਿੰਦੇ ਆ ਵੀ ਮਾੜੀਆਂ ਨੇ, ਪਰ ਸਤਵਿੰਦਰ ਜਿਹੜਾ ਉਹ ਪੰਗੇ ਨਵੇਂ-ਨਵੇਂ ਲਈ ਜਾਂਦਾ, ਟਾਰਗੇਟ ਨਵੇਂ-ਨਵੇਂ ਰੱਖੀ ਜਾਂਦਾ ਹੈ। ਕਦੇ 13 ਦਿਨਾਂ ਦੇ ਵਿੱਚ 2000 ਬੱਚਿਆਂ ਦਾ ਚੱਲ ਰਿਹਾ, ਕਦੇ ਡਿਫੈਂਡੈਂਟ ਬੱਚਿਆਂ ਨੂੰ ਜਾ ਕੇ ਪੋਲੋ ਗਰਾਊਂਡ ਦੇ ਵਿੱਚ ਇਨਾਮ ਦਿਲਵਾਉਣਾ, ਹਨਾ ਇਦਾਂ ਦੇ ਜਿਹੜੇ ਨੇ ਉਹ ਨਵੇਂ-ਨਵੇਂ ਟਾਰਗੇਟ ਜਿਹੜੇ ਉਹ ਕ੍ਰੀਏਟ ਕਰੀ ਜਾਂਦਾ। ਕੀ ਤੁਹਾਨੂੰ ਸਤਵਿੰਦਰ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਅੱਗੇ ਔਖਾ ਹੋ ਜਾਊਗਾ? ਨਹੀਂ ਨਹੀਂ ਨਹੀਂ, ਇੱਦਾਂ ਦਾ ਕੁਝ ਨਹੀਂ ਸਰ। ਜਿਵੇਂ ਤੁਸੀਂ ਗੱਲ ਕੀਤੀ ਨਾ, ਜ਼ਿਕਰ ਕੀਤਾ, ਸਾਡੀ ਇਹ ਸੋਚ ਨਾਲ ਅਸੀਂ ਕੰਮ ਕਰਦੇ ਹਾਂ ਕਿ ਪਿੱਛੇ ਜੇ ਅਸੀਂ ਇੱਕ ਅਵਾਰਡ ਸੈਰੇਮਨੀ ਵੀ ਕਰਾਇਆ ਸੀਗਾ, ਉਹਦੇ 'ਚ ਮੈਮ ਸਾਡੇ ਮਤਲਬ ਵੀ ਉਹਦੇ ਵਿੱਚ ਆਨਰ ਕੀਤਾ, ਤੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਨੇ ਸ਼੍ਰੀ ਅਰਪਿਤ ਸ਼ੁਕਲਾ ਜੀ, ਹੀ ਇਜ਼ IPS ਆਫੀਸਰ ADGP ਪੰਜਾਬ, ਤੇ ਉਹਨਾਂ ਕੋਲੇ ਜਦੋਂ ਮੈਂ ਪ੍ਰਪੋਜ਼ਲ ਦਿੱਤਾ ਕਿ ਵੀ ਜਿਹੜੇ ਅਵਾਰਡ ਸੈਰੇਮਨੀ ਨੇ ਪਲੇਅਰਾਂ ਲਈ ਮੈਮ ਕੀਤੇ ਜਾਂਦੇ ਨੇ, ਬਟ ਜਿਹੜੇ ਗੇਮਾਂ ਨੂੰ ਪ੍ਰਮੋਟ ਕਰ ਰਹੇ ਨੇ, ਗੇਮਾਂ ਨੂੰ ਜਿਹੜਾ ਪਲੇਟਫਾਰਮ ਦੇ ਰਹੇ ਨੇ, ਉਹਨਾਂ ਨੂੰ ਉਹਦੇ ਵਿੱਚ ਨਹੀਂ ਪੁੱਛਿਆ ਜਾਂਦਾ। ਤਾਂ ਇਸੇ ਪਰਪਸ ਦੇ ਨਾਲ ਮੈਨੂੰ ਹੋਇਆ ਕਿ ਜਿਹੜੇ ਸਾਨੂੰ ਸਕੂਲਾਂ ਦੇ ਪ੍ਰਿੰਸੀਪਲਸ ਹੈਗੇ ਨੇ, ਠੀਕ ਹੈ, ਜਿਵੇਂ ਤੁਸੀਂ ਮੈਮ ਜ਼ਿਕਰ ਕੀਤਾ ਸੀਗਾ ਵੀ ਸਕੂਲਾਂ ਦੇ ਲੈਵਲ ਤੇ ਸ਼ੁਰੂ ਕਰੋ ਜਾਂ ਕੁਛ ਸ਼ੁਰੂ ਕਰੋ, ਅਸੀਂ ਉਸੇ ਚੀਜ਼ ਨੂੰ ਦੇਖਦੇ ਹੋਏ ਕਿ ਵੀ ਸਕੂਲਾਂ ਦੇ ਜਿਹੜੇ ਪ੍ਰਿੰਸੀਪਲਸ ਹੈਗੇ ਨੇ ਉਹ ਸਾਡੇ ਬੱਚਿਆਂ ਨੂੰ ਸਾਡੇ ਟਾਈਮ ਦਿੰਦੇ ਨੇ, ਸਾਡੇ ਬੱਚਿਆਂ ਲਈ ਮੌਕਾ ਮਿਲਦਾ ਹੈਗਾ, ਹੈ ਨਾ। ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਓਲੰਪਿਕ ਦੇ ਵਿੱਚ, ਤਾਂ ਟੀਵੀ ਤੇ ਬਹਿ ਕੇ ਆਪਾਂ ਸਾਰੇ ਜਣੇ ਵੇਟ ਕਰ ਰਹੇ ਹਾਂ ਕਿ ਓਲੰਪਿਕ 'ਚੋਂ ਮੈਡਲ ਆਏਗਾ, ਮੈਡਲ ਆਏਗਾ, ਮੈਡਲ ਆਏਗਾ। ਲੇਕਿਨ ਗੱਲ ਇਹ ਹੈ ਕਿ ਜਦੋਂ ਇੱਕ ਸਕੂਲ 'ਚੋਂ ਘੰਟੇ ਦਾ ਪੀਰੀਅਡ ਦੇਣਾ ਹੈ, ਉਦੋਂ ਲਾ ਕੇ ਚਲੋ ਸਾਰੇ ਕਹਿੰਦੇ ਨੇ ਕਿ ਨਹੀਂ ਪੀਰੀਅਡ ਨਹੀਂ ਦੇਣਾ ਜੀ, ਬੱਚਿਆਂ ਨੂੰ ਧੁੱਪ ਲੱਗ ਰਹੀ ਜਾਂ ਕੁਛ ਹੈਗਾ, ਤਾਂ ਫਿਰ ਆਪਾਂ ਮੈਡਲ ਦੀ ਉਮੀਦ ਨਹੀਂ ਕਰ ਸਕਦੇ, ਠੀਕ ਹੈ। ਤੇ ਅਸੀਂ ਉਸੇ ਚੀਜ਼ ਨੂੰ ਲੈ ਕੇ ਕਿ ਵੀ ਇਹਨਾਂ ਲਈ ਅਵਾਰਡ ਸੈਰੇਮਨੀ ਕੀਤਾ, ਅਸੀਂ ਇੱਕ ਅਵਾਰਡ ਸੈਰੇਮਨੀ ਕਰਵਾਇਆ, ਔਰ ਉਹ ਹੁਣ ਅਸੀਂ ਹਰ ਸਾਲ ਕੰਟੀਨਿਊ ਕਰ ਰਹੇ ਹਾਂ, ਤੇ ਵੀ ਉਹਨਾਂ ਸ਼ਖਸੀਅਤਾਂ ਨੂੰ ਅਸੀਂ ਆਨਰ ਕਰੀਏ ਜਿਹੜੇ ਗੇਮ ਨੂੰ ਪ੍ਰਮੋਟ ਕਰ ਰਹੇ ਨੇ। ਤੇ ਮੈਂ ਮਤਲਬ ਵੀ ਲਾ ਕੇ ਚਲੋ ਹੋਣਾ ਤਾਂ ਹੁਣ ਦੇਖੋ ਕਰੋਨਾ ਕਰਕੇ ਸ਼ਾਇਦ ਅੱਗੇ ਆ, ਪਰ ਮੈਂ ਰਿਕੁਐਸਟ ਮੈਡਮ ਨੂੰ ਤੇ ਮੈਮ ਨੂੰ ਹੁਣੇ ਕਰ ਦਾਂਗਾ ਕਿ ਜੋ ਸਾਡਾ ਅਵਾਰਡ ਸੈਰੇਮਨੀ ਹੋਏਗਾ ਉਹਦੇ ਵਿੱਚ ਜ਼ਰੂਰ ਸਾਡੇ ਕੋਲ ਪਹੁੰਚਣ। ਔਰ ਉਸ ਤੋਂ ਬਿਨਾਂ ਜੋ ਡੈਫ ਐਂਡ ਡੰਬ ਵਾਲੇ ਬੱਚੇ ਹੈਗੇ ਨੇ ਉਹ ਮਤਲਬ ਵੀ ਇੱਦਾਂ ਕਿ ਵੀ ਕਾਫੀ ਲੰਮੇ ਟਾਈਮ ਤੋਂ ਮੈਂ ਉਹਨਾਂ ਨਾਲ ਕੰਮ ਕਰ ਰਿਹਾ ਵਾਂ ਤੇ ਉਹਨਾਂ ਨਾਲ ਜੁੜੇ ਹੋਏ ਹਾਂ। ਔਰ ਨਾਲ ਅਸੀਂ ਜਿਵੇਂ ਜੋ ਗਰੀਬ ਬੱਚੇ ਨੇ, ਠੀਕ ਹੈ, ਉਹਨਾਂ ਦੇ ਲਈ ਮੁਫਤ ਟ੍ਰੇਨਿੰਗ ਸੈਂਟਰ ਅਸੀਂ ਸ਼ੁਰੂ ਕਰਤੇ ਨੇ। ਪਹਿਲਾਂ ਸਾਡਾ ਸੀਗਾ ਕਿ ਅਸੀਂ ਹਫ਼ਤੇ 'ਚ ਇੱਕ ਦਿਨ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਦਈਏ, ਪਰ ਉਹ ਪ੍ਰੈਕਟੀਕਲੀ ਜੇ ਅਸੀਂ ਰਿਜ਼ਲਟਾਂ ਦੀ ਗੱਲ ਕਰਾਂਗੇ ਤਾਂ ਪੋਸੀਬਿਲਿਟੀ ਨਹੀਂ ਹੈਗੀ। ਹੁਣ ਅਸੀਂ ਮੈਮ ਅਸੀਂ ਸ਼ੁਰੂ ਕਰਤਾ ਹੈ ਕਿ ਵੀ ਉਹਨਾਂ ਬੱਚਿਆਂ ਨੂੰ ਰੈਗੂਲਰ ਬੇਸ ਦੇ ਉੱਤੇ ਟ੍ਰੇਨਿੰਗ ਦੇਣਾ, ਔਰ ਇਹਦੇ ਲਈ ਮੈਨੂੰ ਹਰ ਰੋਜ਼ 1 ਘੰਟਾ ਉਹਨਾਂ ਬੱਚਿਆਂ ਨੂੰ, ਮੈਨੂੰ ਲੱਗਦਾ ਕਿ ਸਾਡੇ ਲਈ ਮੇਰੇ ਲਈ ਮਾਣ ਵਾਲੀ ਗੱਲ ਹੈਗੀ ਕਿ ਮੈਂ ਉਹਨਾਂ ਬੱਚਿਆਂ ਨੂੰ ਅਗਰ ਟਾਈਮ ਦੇ ਦਾਂ। ਉਦੋਂ ਸਾਡੇ ਕੋਲ ਐਜ਼ ਏ ਗੈਸਟ ਮੈਡਮ ਸਾਡੇ ਕੋਲ ਆਏ ਸੀਗੇ ਉਹਦੇ ਵਿੱਚ। ਔਰ ਇਸ ਤੋਂ ਬਿਨਾਂ ਨਾਲ ਹੋਰ ਜੋ ਐਕਟੀਵਿਟੀ ਆਉਂਦੀਆਂ ਨੇ, ਜਿਵੇਂ ਹੁਣ ਅਸੀਂ ਇੱਕ ਕੰਟੀਨਿਊ ਚਲਾ ਰਹੇ ਹਾਂ ਤਾਈਕਵਾਂਡੋ ਫੈਸਟੀਵਲ ਚਲਾ ਰਹੇ ਹਾਂ ਜੀ, ਔਰ ਇਹਦੇ ਵਿੱਚ ਸਾਡਾ ਟਾਰਗੇਟ ਹੈ, ਅਸੀਂ 13 ਦਿਨਾਂ ਦੇ ਵਿੱਚ ਅਸੀਂ ਕੁਝ ਸਕੂਲ ਕਵਰ ਕਰ ਚੁੱਕੇ ਹਾਂ, ਤੇ ਜਿਹਦੀ ਓਪਨਿੰਗ ਸੈਰੇਮਨੀ ਪਲੇਵੇ ਸਕੂਲ ਤੋਂ ਕੀਤੀ ਗਈ ਸੀ, ਤੇ ਹੁਣ ਅਸੀਂ ਇਸ ਚੀਜ਼ ਨੂੰ ਕੰਟੀਨਿਊ ਕਰ ਰਹੇ ਹਾਂ। ਔਰ ਸਾਡਾ ਟਾਰਗੇਟ ਹੈ ਕਿ ਅਸੀਂ 13 ਕੈਂਪ ਲਗਾਉਣੇ ਨੇ ਔਰ 2000 ਤੋਂ ਵੱਧ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਹੈ। ਬਹੁਤ ਅੱਛਾ। ਵੈਸੇ ਤਾਂ ਸਾਡਾ ਟਾਰਗੇਟ ਇਹ 2000 ਤੋਂ ਬਜਾਏ 20000 ਦਾ ਸੀਗਾ ਮੈਮ, ਪਰ ਕਰੋਨਾ ਦੇ ਕਰਕੇ ਸਾਨੂੰ ਉਹ ਜੋ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ ਪੈਣਾ ਕਿਸੇ ਨਾ ਕਿਸੇ ਥਾਂ ਦੇ ਉੱਤੇ, ਔਰ ਇੰਨਾ ਇਕੱਠ ਅਸੀਂ ਇੱਕ ਥਾਂ ਦੇ ਇੱਕ ਜਗ੍ਹਾ ਤੇ ਨਹੀਂ ਕਰ ਸਕਦੇ, ਫਿਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉਸ ਨੂੰ 2000, ਪਰ ਇਹ ਹੈ ਕਿ ਵੀ ਆਪਣਾ ਕੀ ਕਹਿੰਦੇ ਨੇ, ਇੱਦਾਂ ਹੀ ਤੁਹਾਨੂੰ ਅਗਰ ਸਾਨੂੰ ਹੱਲਾਸ਼ੇਰੀ ਮਿਲਦੀ ਰਹੀ ਤਾਂ ਉਹ 2000 ਤੋਂ 20000 ਦੀ ਵੀ ਗਿਣਤੀ ਅਸੀਂ ਬਹੁਤ ਜਲਦੀ ਲੈ ਕੇ ਆਵਾਂਗੇ। ਸੁਨੀਤਾ ਧੀਰ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਦੋਂ ਦੌਰ ਖਤਮ ਹੋ ਚੁੱਕਿਆ ਸੀ, ਕਿਉਂਕਿ ਵਿਆਹਾਂ ਦੇ ਵਿੱਚ ਨਾ ਹਿੰਦੀ ਗਾਣੇ ਚੱਲਣ ਲੱਗੇ ਸੀ, ਪਰ ਤੁਸੀਂ ਜਦੋਂ ਫਿਲਮਾਂ ਨੂੰ ਉਜਾਗਰ ਕੀਤਾ ਜਾਂ ਹੋਰ ਕਲਾਕਾਰ ਜਿਵੇਂ ਹਰਭਜਨ ਮਾਨ ਨੇ ਤੁਹਾਡੇ ਨਾਲ ਕੰਮ ਕੀਤਾ, ਉਹ ਫਿਲਮਾਂ ਜਿਹੜੀਆਂ ਦੁਬਾਰਾ ਉਜਾਗਰ ਹੋਈਆਂ ਪੰਜਾਬੀ, ਤੇ ਖਾਸ ਕਰਕੇ ਹੁਣ ਕਲਚਰ ਵੀ ਦਿਖਾਇਆ ਜਾਂਦਾ ਹੈ, ਪੰਜਾਬੀ ਹੀ ਕਲਚਰ ਦਿਖਾਇਆ ਜਾਂਦਾ, ਪਿੰਡਾਂ ਦਾ ਮਾਹੌਲ ਦਿਖਾਇਆ ਜਾਂਦਾ ਹੈ। ਤੁਹਾਨੂੰ ਤਾਂ ਸ਼ਾਇਦ ਖਾਸ ਤੌਰ ਤੇ ਪਤਾ ਹੋਊਗਾ ਕਿ ਪਹਿਲਾਂ ਖੇਡਿਆ ਜਾਂਦਾ ਸੀ ਗੁੱਲੀ ਡੰਡਾ, ਪੀਚੋ, ਹੈ ਨਾ। ਹੁਣ ਜਿਹੜੇ ਨੇ ਬੱਚੇ ਉਹ ਆਪਣੇ ਕਮਰਿਆਂ 'ਚ ਜਿਵੇਂ AC ਲਾ ਕੇ ਬੰਦ ਨੇ, ਪੜ੍ਹਦੇ ਜ਼ਰੂਰ ਨੇ ਪਰ ਉਹ ਆਪਣੇ ਸਰੀਰ ਨੂੰ ਤੰਦਰੁਸਤ ਕਿਵੇਂ ਰੱਖ ਸਕਦੇ ਨੇ। ਚਲੋ ਉਹਨਾਂ ਨੂੰ ਠੀਕ ਹੈ ਕਿ ਕਿਸੇ ਅੱਛੀ ਡਿਗਰੀ ਲਈ ਚੰਗਾ ਜ਼ਿਆਦਾ ਪੜ੍ਹਨਾ ਪੈਂਦਾ ਹੈ, ਪਰ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕਿੱਦਾਂ ਦੀਆਂ ਛੋਟੀਆਂ ਖੇਡਾਂ ਖੇਡ ਲੈਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਥੋੜਾ ਐਕਟਿਵ ਰਹਿਣ? ਉਹ ਤਾਂ ਅੱਜਕੱਲ ਜਿਮ ਜਾਂਦੇ ਨੇ ਜੀ ਤੁਸੀਂ, ਬਿਕਾਜ਼ ਦੇ ਡੋਨਟ ਟੇਕ ਫਰੈਸ਼ ਏਅਰ, ਆਈਦਰ ਦੇ ਆਰ ਇਨ AC ਰੂਮ ਔਰ AC ਜਿਮਸ। ਬੱਚਿਆਂ ਦਾ ਲਾਈਫ ਸਟਾਈਲ ਜਿਹੜੀ ਅਸੀਂ ਵੈਸਟਰਨ ਕਰ ਰਹੇ ਹਾਂ, ਵੈਸਟਰਨ ਵਾਲੇ ਇੰਡੀਅਨ ਕਰ ਰਹੇ ਹਾਂ, ਜਦ ਕਿ ਅਸੀਂ ਸਵੇਰੇ ਉੱਠ ਕੇ ਯੋਗਾ ਕਰ ਸਕਦੇ ਹਾਂ ਘਰ 'ਚ ਬੈਠ ਕੇ, ਹੋਰ ਬਹੁਤ ਕੁਝ ਕਰ ਸਕਦੇ ਹਾਂ।
ਤੇ ਟੇਬਲ ਟੈਨਿਸ ਘਰ ਦੇ ਵਿੱਚ ਖੇਲ ਸਕਦੇ ਆ ਜੇ ਅਸੀਂ ਬਾਹਰ ਨਹੀਂ ਜਾ ਸਕਦੇ, ਬੈਡਮਿੰਟਨ ਖੇਲ ਸਕਦੇ ਆ ਤੇ ਹੋਰ ਇਦਾਂ ਦੀਆਂ ਛੋਟੀਆਂ ਗੇਮਸ ਆ ਜਿਹੜੀਆਂ ਮਾਈਂਡ ਨੂੰ ਅਸੀਂ ਔਰ ਫਿਜ਼ੀਕਲੀ ਆਪਣਾ ਸੈਟਅਪ ਚੇਂਜ ਕਰ ਜੀ ਕਿਤੇ ਨਾ ਕਿਤੇ ਆਪਣਾ ਬਚਪਨ ਯਾਦ ਆਉਂਦਾ ਜਦੋਂ ਤੁਸੀਂ ਇਹ ਜਿਹੜੀਆਂ ਮੈਂ ਖੇਡਾਂ ਦੇ ਨਾਮ ਲਿੱਤੇ ਨੇ ਤੇ ਤੁਸੀਂ ਖੇਡਦੇ ਰਹੇ? ਬਿਲਕੁਲ ਖੇਡਦੇ ਰਿਹਾ। ਮੈਨੂੰ ਯਾਦ ਹੈ ਮੈਂ ਵੈਨ ਆਈ ਵਾਸ ਇਨ ਸਕੂਲ ਮੈਂ ਜ਼ੈਵਲਿਨ, ਮੇਰੇ ਪਾਸ ਐਥਲੈਟਿਕਸ ਸੀਗਾ ਤੇ ਜ਼ੈਵਲਿਨ ਤੇ ਡਿਸਕਸ ਥਰੋ ਹੁੰਦਾ ਸੀਗਾ ਜੀ। ਉਹ ਮੈਂ ਜ਼ੈਵਲਿਨ ਮਾਰਿਆ, ਉਹ ਕਿਤੇ ਟੇਢਾ ਚਲਾ ਗਿਆ, ਉਹ ਇੱਕ ਲੜਕੀ ਦੇ ਇੱਥੇ ਲੱਗਿਆ। ਉਹ ਸ਼ੀ ਵਾਸ ਮਾਈ ਫਰੈਂਡ ਐਂਡ ਆਈ ਫੈਲਟ ਸੋ ਬੈਡ। ਮੈਂ ਰੋਂਦੇ ਅਸੀਂ ਗਵਰਨਮੈਂਟ ਸਕੂਲ 'ਚ ਸੀਗੇ, ਉਦੋਂ ਗਵਰਨਮੈਂਟ ਸਕੂਲ ਹੀ ਹੁੰਦੇ ਸੀਗੇ, ਫਟਾਫਟ ਨਾਲ ਹੀ ਹਸਪੀਟਲ ਸੀ ਧੂਰੀ ਦੇ ਵਿੱਚ, ਉਹਨੂੰ ਲੈ ਕੇ ਗਏ, ਉਹਦੇ 3 ਟਾਂਕੇ ਲੱਗੇ ਐਂਡ ਉਸ ਤੋਂ ਬਾਅਦ ਮੈਂ ਕਦੇ ਜ਼ੈਵਲਿਨ ਪਲੇ ਨਹੀਂ ਕੀਤਾ। ਆਈ ਗॉट ਸੋ ਸਕੇਅਰਡ ਜੀ ਬੜੇ ਮਾਣ ਵਾਲੀ ਗੱਲ ਹੈ। ਡਿਸਕ ਥਰੋ ਨਾਲ ਜੁੜੀ ਇੱਕ ਕਮਲਪ੍ਰੀਤ ਵੀ ਜਿਹੜੀ ਹੈ ਸਾਡੇ ਇੰਡੀਆ ਦੀ ਹੈ, ਸਾਡੇ ਪੰਜਾਬ ਦੀ ਹੈ, ਜਿਹੜੀ ਹੁਣ ਮੈਡਲ ਲੈ ਕੇ ਆਈ ਹੈ। ਉਹਨੇ 올림픽 ਦੇ ਵਿੱਚ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸੋ ਮੈਨੂੰ ਬਹੁਤ ਖੁਸ਼ੀ ਹੋਈ ਜਦ ਨੀਰਜ ਚੋਪੜਾ ਜ਼ੈਵਲਿਨ ਲੈ ਕੇ ਆਇਆ। ਮੈਂ ਕਿਹਾ ਹੋਏ ਸਾਨੂੰ ਜ਼ੈਵਲਿਨ ਚੱਕਣਾ ਵੀ ਨਹੀਂ ਆਇਆ ਸ਼ਾਇਦ, ਬਟ ਉਹ ਦੇਖੋ 올림픽ਸ ਦੇ ਵਿੱਚ ਅਵਾਰਡ ਲੈ ਕੇ ਆਇਆ। ਗੁਰਪ੍ਰੀਤ ਜੀ ਤੁਸੀਂ ਇਦਾਂ ਦੀਆਂ ਕੋਈ ਬਚਪਨ ਦੀਆਂ ਖੇਡਾਂ ਯਾਦ ਨੇ ਜਿਹੜੀਆਂ ਮੈਂ ਗੱਲ ਕੀਤੀ ਤੁਸੀਂ ਖੇਡੀਆਂ ਹੁਣ? ਸਕੂਲ ਵਾਈਪੀਐਸ ਤਾਂ ਦੇਖੋ ਹਰ ਤਰ੍ਹਾਂ ਦੀ ਗੇਮ ਸੀਗੀਆਂ ਸਾਰੇ ਟਾਈਮ। ਸੋ ਮੈਂ ਬਸ ਕਦੀ ਥੋੜਾ ਐਥਲੈਟਿਕਸ, ਜ਼ਿਆਦਾਤਰ ਮੇਨ ਤਾਂ ਪੜ੍ਹਾਈ ਵਿੱਚ ਹੀ ਰੁੱਝੇ ਰਹੇ ਹੈਗੇ ਸ਼ੁਰੂ ਤੋਂ। ਗੇਮਸ ਵਾਲੇ ਇੰਨਾ ਤੁਹਾਨੂੰ ਕੀ ਲੱਗਦਾ ਕਿ ਨਵੇਂ ਬੱਚਿਆਂ ਨੂੰ ਜੇਕਰ ਉਹ ਘੱਟ ਸਮਾਂ ਦੇ ਸਕਦੇ ਨੇ? ਮਤਲਬ ਵੀ ਜਿਸ ਮਾਹੌਲ 'ਚ ਤੁਸੀਂ ਪਲੇ ਹੋ, ਪਿੱਛੋਂ ਬੰਟੇ ਮੈਨੂੰ ਨਹੀਂ ਲੱਗਦਾ ਤੁਸੀਂ ਖੇਡੇ ਹੋਣਗੇ। ਉਸ ਟਾਈਮ ਬਸ ਇਹੋ ਜਿਹਾ ਹੀ ਮਾਹੌਲ ਸੀਗਾ। ਸਕੂਲੋਂ ਆਣਾ, ਬਸ ਆਰਾਮ ਕਰਨਾ, ਫਿਰ ਗੇਮ ਸਾਡੇ ਉਸ ਟਾਈਮ ਕੰਪਲਸਰੀ ਸੀਗੀਆਂ, ਹੁਣ ਤਾਂ ਆਪਸ਼ਨਲ ਐਸੇ ਕੀਤੀਆਂ ਹੋਈਆਂ, ਪਰ ਸਾਡੇ ਟਾਈਮ ਵਾਈਪੀਐਸ ਦੇ ਹੈਡ ਕੰਪਲਸਰੀ ਗੇਮ, ਸ਼ਾਮੀ ਜਾਣਾ ਹੀ ਪੈਂਦਾ ਸੀਗਾ। ਜੀ ਰੀਤੂ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਨਵੇਂ ਯੰਗਸਟਰ ਨੇ ਉਹਨਾਂ ਨੂੰ ਆਪਣੀ ਪੜ੍ਹਾਈ ਦੇ ਨਾਲ ਕਿਹੜੀਆਂ ਛੋਟੀਆਂ ਖੇਡਾਂ ਐਸੀਆਂ ਖੇਡਣੀਆਂ ਚਾਹੀਦੀਆਂ ਕਿ ਥੋੜਾ ਆਪਣੇ ਸਰੀਰ ਨੂੰ ਫਿੱਟ ਰੱਖ ਪਰ ਉਹਨਾਂ ਵਾਲਾ ਜਵਾਬ ਨਾ ਦੇਣਾ ਕਿ ਤੁਸੀਂ ਜਿਮ ਵਾਲਾ ਜਵਾਬ ਨਾ ਦੇਣਾ। ਜਿਮ ਤਾਂ ਬਿਲਕੁਲ ਨਹੀਂ। ਮੈਂ ਖੁਦ ਬੈਡਮਿੰਟਨ ਖੇਲਿਆ ਡਿਸਟ੍ਰਿਕਟ ਲੈਵਲ ਤੇ ਜਦੋਂ ਮੈਂ ਸਕੂਲ 'ਚ ਸੀਗੀ, ਔਰ ਕਿਤੇ ਹੁਣ ਅਸੀਂ ਯੂਨੀਵਰਸਿਟੀ 'ਚ ਵੀ ਪਿਛਲੇ 10-15 ਸਾਲ ਟੀਚਰਸ ਦਾ ਗਰੁੱਪ ਸੀਗਾ, ਅਸੀਂ ਬੈਡਮਿੰਟਨ ਖੇਲਦੇ ਰਹੇ ਹਾਂ ਐਂਡ ਆਈ ਵਾਸ ਦ ਓਨਲੀ ਲੇਡੀ ਟੀਚਰ ਇਨ ਦੈਟ, ਬਾਕੀ ਸਾਰੇ ਜੈਂਟਸ ਸੀਗੇ। ਸੋ ਮੈਨੂੰ ਲੱਗਦਾ ਹੈ ਕਿ ਗੇਮਸ ਸਾਡੇ ਟਾਈਮ ਅਸੀਂ ਬੁੱਕਸ ਵੀ ਪੜ੍ਹਦੇ ਸੀਗੇ, ਗੇਮਸ ਵੀ ਆਊਟਡੋਰ ਖੇਲਦੇ ਸੀਗੇ। ਅੱਜ ਕੱਲ੍ਹ ਥੋੜਾ ਮੋਬਾਈਲ ਆ ਗਏ ਹੈ ਜਾਂ ਲੈਪਟਾਪ ਤੇ ਬੱਚੇ ਬੈਠੇ ਰਹਿੰਦੇ ਆ, ਕਿਤੇ ਨਾ ਕਿਤੇ ਹੈਲਥ ਨੂੰ ਵੀ ਇਫੈਕਟ ਕਰ ਰਹੀਆਂ ਇਹ ਚੀਜ਼ਾਂ। ਸੋ ਮੈਨੂੰ ਲੱਗਦਾ ਹੈ ਕਿ ਆਊਟਡੋਰ ਗੇਮਸ ਦਾ ਜੋ ਰੋਲ ਹੈ ਉਹ ਇਨਡੋਰ ਗੇਮਸ ਜਾਂ ਲੈਪਟਾਪ ਔਰ ਮੋਬਾਈਲ ਨਹੀਂ ਰਿਪਲੇਸ ਕਰ ਸਕਦੇ ਆ। ਸ਼ਾਇਦ ਮੋਬਾਈਲਾਂ ਦੇ ਵਿੱਚ ਜ਼ਿਆਦਾ ਗੇਮਾਂ ਹੋ ਗਈਆਂ ਨੇ। ਹਾਂਜੀ, ਪਰ ਉਹ ਮੈਨੂੰ ਲੱਗਦਾ ਜਿਸ ਤਰ੍ਹਾਂ ਯੂਨੀਵਰਸਿਟੀ 'ਚ ਹਰ ਤਰ੍ਹਾਂ ਦੀ ਗੇਮ ਅਵੇਲੇਬਲ ਹੈ। ਸੋ ਸ਼ਾਮ ਦੇ ਟਾਈਮ ਬੱਚੇ ਜਿਮ, ਸਾਡੇ ਯੂਨੀਵਰਸਿਟੀ 'ਚ ਅਸੀਂ ਜਾਂਦੇ ਹਾਂ ਯੋਗਾ ਕਰਨ ਸ਼ਾਮ ਨੂੰ, ਤਾਂ ਉੱਥੇ ਮੈਂ ਦੇਖਿਆ ਕਿ ਨੀਚੇ ਫਿਜ਼ੀਕਲ ਐਜੂਕੇਸ਼ਨ ਤੇ ਬਾਕੀ ਉਹ ਸਾਰੇ ਉਹ ਕਰ ਰਹੇ ਹੁੰਦੇ ਆ, ਫਿਰ ਵੀ ਕੁਝ ਬੱਚੇ। ਸੋ ਥੋੜਾ ਉਹਨਾਂ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਹੈ ਕਿ ਹੈਲਥ ਵੀ ਓਨੀ ਜ਼ਰੂਰੀ ਹੈ ਜਿੰਨੀਆਂ ਬਾਕੀ ਚੀਜ਼ਾਂ ਹੈ। ਸੁਨੀਤਾ ਜੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਮੈਂ ਜ਼ਿਆਦਾ ਡੂੰਘਾਈ 'ਚ ਨਹੀਂ ਜਾਊਂਗਾ ਇਸ ਸਵਾਲ ਦੇ, ਪਰ ਮੈਂ ਗੱਲ ਪੁੱਛਣਾ ਜ਼ਰੂਰ ਚਾਹਾਂਗਾ ਕਿ ਤੁਸੀਂ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਕ ਵਾਰੀ ਤੁਸੀਂ ਖੇਡ ਵੀ ਕੀਤੀ ਤੇ ਨਾਲ ਪੜ੍ਹਾਈ ਵੀ ਤੇ ਨਾਲ ਥੀਏਟਰ ਵੀ, ਹੈ ਨਾ, ਤੁਸੀਂ ਜਾਣਕਾਰੀ ਦਿੰਦੇ, ਪਰ ਉਦੋਂ ਕੀ ਰਿਹਾ ਕਿ ਤੁਸੀਂ ਥੀਏਟਰ ਨੂੰ ਕਿਉਂ ਚੁਣਿਆ? ਬਿਕੋਜ਼ ਗੇਮਸ ਦੇ ਵਿੱਚ ਕੁੜੀਆਂ ਨੂੰ ਜ਼ਿਆਦਾ ਆਉਣ ਨਹੀਂ ਦਿੱਤਾ ਜਾਂਦਾ ਸੀ, ਨਾ ਹੀ ਗੇਮਸ ਦਾ ਕੋਈ ਅੱਗੇ ਸਕੋਪ ਸੀ ਉਸ ਟਾਈਮ। ਥੀਏਟਰ ਵੀ ਮੈਂ ਅਗੇਂਸਟ ਮਾਈ ਮਦਰਸ ਵਿਸ਼ ਕੀਤਾ, ਬਟ ਮੇਰੇ ਫਾਦਰ ਨੇ ਮੈਨੂੰ ਅਲਾਉ ਕਰਤਾ ਸੀ ਐਂਡ ਥੀਏਟਰ ਦੀ ਇੱਕ ਫੁੱਲ ਫਲੈਜ ਸਟੱਡੀ ਸੀਗੀ ਉਦੋਂ, ਜਿਹੜੀ ਕਿ ਮੈਂ ਜੁਆਇਨ ਕਰ ਲਿਆ। ਸੋ ਐਂਡ ਦੂਸਰਾ ਆਈ ਹੈਡ ਪੈਸ਼ਨ ਫॉर ਥੀਏਟਰ, ਸੋ ਉਹ ਮੈਂ ਆਪਣੇ ਪੈਸ਼ਨ ਨੂੰ ਫੋਲੋ ਕੀਤਾ। ਸ਼ਾਇਦ ਇਹ ਬੜਾ ਵੱਡਾ ਇਹੀ ਕਾਰਨ ਹੈ ਜਿਹਦੇ ਨਾਲ ਮੇਰੇ ਖਿਆਲ ਨਾਲ ਸਤਵਿੰਦਰ ਜੀ ਨਵੀਆਂ ਜਿਹੜੀਆਂ ਯੰਗਸਟਰ ਕੁੜੀਆਂ ਨੇ ਜਾਂ ਬੱਚੀਆਂ ਨੇ ਉਹਨਾਂ ਨੂੰ ਖੇਡ ਪ੍ਰਤੀ ਜਾਗਰੂਕ ਕਰ ਰਹੇ, ਪੈਸ਼ਨ ਕਰ ਕ੍ਰੀਏਟ ਕਰ। ਸਤਵਿੰਦਰ ਜੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬੱਚਿਆਂ ਦੇ ਵਿੱਚ ਜਿਵੇਂ ਮੋਬਾਈਲ ਦਾ ਜਿਹੜਾ ਹੈਗਾ ਉਹ ਸ਼ਾਇਦ ਜ਼ਿਆਦਾ ਵੱਧ ਗਿਆ, ਕਿਤੇ ਨਾ ਕਿਤੇ ਉਨੀ ਪ੍ਰੈਕਟਿਸ ਕਰ ਪੈਂਦੇ ਨੇ ਜਿੰਨਾ ਤੁਸੀਂ 2007 ਦੇ ਵਿੱਚ ਜਾਂ 2006 'ਚ ਮਿਹਨਤ ਕੀਤੀ, ਤੇ ਹੁਣ ਨਾਲ ਕਿਤੇ ਲੱਗਦਾ ਕਿ ਨਵੇਂ ਬੱਚੇ ਉਨੀ ਮਿਹਨਤ ਕਰ ਸਕਦੇ ਨੇ ਜਾਂ ਕਰ ਰਹੇ ਨੇ? ਨਹੀਂ, ਇੱਦਾਂ ਨਹੀਂ ਹੈ ਕਿ ਵੀ ਉਹ ਨਹੀਂ ਕਰ ਸਕਦੇ, ਬੱਚੇ ਕਰ ਸਕਦੇ ਨੇ ਬਿਲਕੁਲ, ਪਰ ਮੈਨੂੰ ਲੱਗਦਾ ਸ਼ਾਇਦ ਕਿਤੇ ਨਾ ਕਿਤੇ ਨਾ ਸਾਡੇ ਪੇਰੈਂਟ ਹੈ ਉਹ ਵੀ ਆਪਣਾ ਕੰਫਰਟ ਜ਼ੋਨ ਭਾਲਦੇ ਨੇ ਸ਼ਾਇਦ। ਮੈਨੂੰ ਲੱਗਦਾ ਕਿ ਸ਼ਾਇਦ ਕਿ ਬੱਚੇ ਨੂੰ ਉਹ ਚੁੱਪ ਕਰਾਉਣ ਲਈ ਜਾਂ ਬੱਚੇ ਨੂੰ ਉਹਦੇ ਲਈ ਉਹ ਉਹਨਾਂ ਨੂੰ ਮਤਲਬ ਮੋਬਾਈਲ ਦੇ ਦਿੰਦੇ ਨੇ ਜਾਂ ਜੋ ਲੈਪਟਾਪ ਹੈ ਜਾਂ ਕੁਛ ਹੈ। ਮੈਨੂੰ ਲੱਗਦਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਗਰਾਊਂਡ ਦੇ ਨਾਲ ਬੱਚਿਆਂ ਨੂੰ ਜੋੜਨਾ ਚਾਹੀਦਾ ਹੈ। ਗਰਾਊਂਡ ਦੇ ਨਾਲ ਜੋੜਨਗੇ ਤਾਂ ਫਿਰ ਉਹ ਜੋ ਰਿਜ਼ਲਟ ਹੈ ਨੈਚੁਰਲੀ ਆਉਣਗੇ ਬਿਲਕੁਲ ਆਉਣਗੇ।
ਗੁਰਪ੍ਰੀਤ ਜੀ, ਤੁਹਾਡਾ ਮੈਂ ਦੁਬਾਰਾ ਪੁੱਛਣਾ ਚਾਹੂੰਗਾ, ਇੱਕ ਸਵਾਲ ਮੈਂ ਪਹਿਲਾਂ ਕੀਤਾ ਸੀ ਤੁਹਾਨੂੰ, ਹੁਣ ਦੁਬਾਰਾ ਪੁੱਛਣਾ ਚਾਹੂੰਗਾ, ਕੀ ਲੱਗਦਾ ਹੈ ਕਿ ਜਿਵੇਂ ਬਾਹਰਲੇ ਮੁਲਕ ਦੇ ਲੋਕ ਨੇ ਉਹ ਬੱਚਿਆਂ ਨੂੰ ਸ਼ੁਰੂ ਤੋਂ ਹੀ, ਜਿਵੇਂ ਸਵੀਮਿੰਗ ਦੇ ਵਿੱਚ ਉਹ ਮੇਰੇ ਖਿਆਲ ਨਾਲ 4 ਜਾਂ 5 ਸਾਲ ਦੀ ਉਮਰ ਦੇ ਵਿੱਚ ਹੀ ਸਵੀਮਿੰਗ ਜਾਂ ਕੁਛ ਨਾ ਇਦਾਂ ਦੀ ਗੇਮ ਦੇ ਵਿੱਚ ਜੋੜ ਦਿੰਦੇ ਨੇ? 4-5 ਸਾਲ ਨਹੀਂ, ਬਚਪਨ ਤੋਂ ਹੀ, ਆਈ ਥਿੰਕ ਮੰਥਸ ਤੋਂ ਹੀ you can ਮੈਂ start ਮੈਂ ਤੋਂ ਬਾਅਦ ਹਾਂ ਜੀ। ਮੈਂ ਵੀ 1-2 ਵੀਡੀਓ ਮੈਂ ਵੀ ਦੇਖੀਆਂ, ਹਾਂ ਵੀਡੀਓ ਦੇਖੀਆਂ। ਉਹ ਨੰਬਰ 6 ਈਅਰ ਬੇਬੀ ਹੈ, Months, ਉਹਨੂੰ ਕੁਝ ਨਹੀਂ ਹੈ, few months ਉਹਨੂੰ old. ਹਾਂ ਉਹਨੂੰ 3 ਮੰਥ ਫੈਸਿਲਿਟੀ ਦੇ few ਵਿੱਚ ਫਰਕ months, ਹੈ? literally my few God. months old. ਗੁਰਪ੍ਰੀਤ ਜੀ, ਫੈਸਿਲਿਟੀ ਦੇ ਵਿੱਚ ਫਰਕ ਹੈ ਜਾਂ ਸੋਚ ਦੇ ਵਿੱਚ ਫਰਕ ਹੈ? ਆਈ ਥਿੰਕ ਫੈਸਿਲਿਟੀਜ਼ ਵੀ ਤੇ ਟ੍ਰੇਨਰਸ ਤੇ ਵੀ ਬਹੁਤ ਡਿਪੈਂਡ ਕਰਦਾ ਹੈਗਾ। ਹੁਣ ਇੱਥੇ ਬਹੁਤ ਸੈਂਸਿਟਿਵ ਹੋ ਜਾਂਦੇ ਆ ਪੇਰੈਂਟਸ ਆਪਣੇ ਬੱਚੇ ਨੂੰ ਲੈ ਕੇ, ਨਹੀਂ ਇੰਨਾ ਛੋਟਾ ਬੱਚਾ ਪਾਣੀ ਵਿੱਚ ਕਿਵੇਂ ਜਾਏਗਾ। ਸੋ ਬਾਹਰਲੇ ਕੰਟਰੀ ਵਿੱਚ ਇਸ ਤਰ੍ਹਾਂ ਦਾ ਡਰ ਨਹੀਂ, ਕਿਉਂਕਿ ਉਹਨਾਂ ਨੂੰ ਆਪਣੇ It's a ਕੋਚ way of life, way of life. ਬਿਕਾਜ਼ ਦੇ ਹੈਵ ਸੋ ਮਚ ਕੌਨਫੀਡੈਂਸ ਇਨ ਦ ਟ੍ਰੇਨਰ ਕਿ ਉਹ ਆਪਣੇ ਬੱਚੇ ਨੂੰ, ਇਵਨ ਮਾਈਸੈਲਫ ਆਈ ਸੈਂਡ ਮਾਈ ਚਿਲਡਰਨ, ਛੋਟੇ ਮੇਰੇ ਬੱਚੇ ਸੀ, ਇਹਨਾਂ ਨੂੰ ਛੋਟੇ ਹੁੰਦੇ ਮੈਂ ਸਵਿਮਿੰਗ ਸਿਖਾਈ ਸੀਗੀ। ਆਈ ਥਿੰਕ 7-8 ਮੰਥਸ ਤੋਂ ਹੀ ਇਹਨਾਂ ਨੂੰ ਮੈਂ ਕੋਚਿੰਗ ਹੈ, ਤਾਂ ਛੋਟੀ ਜਿਹੀ ਮਸਾਂ ਗਰਦਨ ਹਜੇ ਸਿੱਧੀ ਕੀਤੀ ਹੋਈ ਸੀਗੀ। ਸੋ ਆਈ ਥਿੰਕ ਇਟਸ ਜਸਟ ਅ ਕੌਨਫੀਡੈਂਸ। ਮੈਨੂੰ ਬਹੁਤ ਜ਼ਿਆਦਾ ਕੌਨਫੀਡੈਂਸ ਸੀਗਾ ਟ੍ਰੇਨਰ ਤੇ ਕਿ ਉਹ ਮਾਈ ਚਿਲਡਰਨ ਆਰ ਸੇਫ ਵਿਦ ਦੈਮ। ਫਿਰ ਕਿਤੇ ਨਾ ਕਿਤੇ ਤੁਸੀਂ ਸੋਸ਼ਲ ਵਰਕਰ ਵੀ ਹੋ, ਫਿਰ ਉਹ ਜਾ ਕੇ ਤੁਸੀਂ ਬੱਚਿਆਂ ਨੂੰ ਗਾਈਡ ਕਰਦੇ ਹੋ ਕਿ ਸਾਨੂੰ ਇਸ ਤਰ੍ਹਾਂ ਤਰੀਕੇ ਨਾਲ ਖੇਡ ਪ੍ਰਤੀ ਜੁੜਨਾ ਚਾਹੀਦਾ? ਬਿਲਕੁਲ। ਅਤੇ ਮੈਨੂੰ ਲੱਗਦਾ ਹੈ ਕਿ ਗੇਮਸ ਤਾਂ ਬੱਚਿਆਂ ਦੀ ਇੱਕ ਲਾਈਫ ਦਾ ਹਿੱਸਾ ਬਣ ਚੁੱਕੇ ਨੇ। ਮੇਰੇ ਦੋਨੋਂ ਬੱਚੇ, ਮੈਂ ਤਾਂ ਇਹਨਾਂ ਨੂੰ ਪੂਰਾ, ਹੁਣੇ ਵੀ ਦੇਖੋ ਗੇਮਸ ਤੇ ਗਏ ਹੋਏ ਨੇ। ਗੇਮਸ ਤੋਂ ਅਸੀਂ 1 ਮਿੰਟ ਵੀ ਨਹੀਂ ਇਹਨਾਂ ਨੂੰ ਹਟਾਉਂਦੇ ਹੈਗੇ। ਮੈਂ ਇਹਨਾਂ ਨੂੰ ਇਹ ਸਿਖਾਇਆ ਕਿ ਗੇਮਸ ਵੀ ਕਰੋ ਤੇ ਨਾਲ ਪੜ੍ਹਾਈ ਵੀ ਕਰੋ, ਬੈਲੈਂਸ ਕਰੋ ਲਾਈਫ ਨੂੰ। that's how your life should go on. You need to balance things. ਹੁਣ ਆਪਣੇ ਗੇਮਸ ਕਰਦੇ 2-3 ਘੰਟੇ, ਉਹਨਾਂ 'ਚ ਆਪਣੇ ਆਪ ਹੀ ਕਿੰਨਾ ਇੰਟਰਸਟ ਪੈ ਚੁੱਕਾ ਹੈਗਾ। 3 ਸਾਲਾਂ ਤੋਂ ਮੇਰੇ ਬੱਚੇ ਹਾਰਸ ਰਾਈਡਿੰਗ ਕਰ ਰਹੇ, ਛੋਟੇ ਬੱਚੇ ਸਾਰੇ ਕਹਿੰਦੇ ਇੰਨੇ ਛੋਟਾ ਬੱਚਾ ਕਿਵੇਂ ਘੋੜੇ ਤੇ ਚੜ ਸਕਦਾ ਹੈ। ਇੰਡੀਆ ਵਿੱਚ ਪੋਨੀ ਨਹੀਂ ਸੀਗੀ, ਸੋ ਪਰ ਅਸੀਂ ਕਿਹਾ ਚਲੋ ਦੇਖੀ ਜਾਏਗੀ। ਸੋ ਅਸੀਂ ਇਹਨੇ ਥੋੜੇ ਰਫ ਐਂਡ ਟਫ ਬੱਚਿਆਂ ਨੂੰ ਬਣਾਤਾ ਸ਼ੁਰੂ ਤੋਂ ਹੀ। ਹੁਣ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਹੈਗੀ, ਗਰਮੀ ਹੈ ਸਰਦੀ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਹੈਗਾ, ਇੰਨਾ ਸੈਂਸਿਟਿਵ ਨਹੀਂ ਬਣਾਇਆ ਉਹਨਾਂ ਨੂੰ। ਸਤਵਿੰਦਰ ਜੀ, ਕਿਤੇ ਨਾ ਕਿਤੇ ਕੁਝ ਬੱਚੇ ਇਹ ਨਹੀਂ ਸੋਚ ਲੈਂਦੇ ਵੀ ਕਈ ਖੇਡਾਂ ਤਾਂ ਚਲੋ ਮਹਿੰਗੀਆਂ ਨੇ, ਜਾਂ ਜਿਸ ਤਰ੍ਹਾਂ ਅਸੀਂ ਸਵੀਮਿੰਗ ਦੇ ਵਿੱਚ ਸਪੈਸ਼ਲੀ NIS ਦੇ ਵਿੱਚ ਜਾਣਾ ਹੈ ਜਾਂ ਯੂਨੀਵਰਸਿਟੀ 'ਚ ਕੋਈ ਚੀਜ਼ ਸਿੱਖਣੀ ਹੈ, ਕੀ ਸੈਲਫ ਡਿਫੈਂਸ ਜਾਂ ਤਾਈਕਵਾਂਡੋ ਇਹ ਵੀ ਕਿਸੇ ਤਰ੍ਹਾਂ ਦੀ ਮਹਿੰਗੀ ਗੇਮ ਹੈ? ਨਹੀਂ ਇੱਦਾਂ ਐਸਾ ਕੁਝ ਨਹੀਂ ਹੈ। ਇਹਦੇ ਵਿੱਚ ਕਿੱਟ ਬਹੁਤ ਜ਼ਿਆਦਾ ਮਹਿੰਗੀ ਨਹੀਂ ਹੈ, ਔਰ ਬੱਚਾ 5,000 ਦੀ ਕਿੱਟ ਆ ਜਾਂਦੀ ਹੈ ਸਾਰੀ। ਇਹ ਬਹੁਤੀ ਮਹਿੰਗੀ ਗੇਮ ਨਹੀਂ ਹੈਗੀ ਇੱਦਾਂ। ਤੇ ਤੁਸੀਂ ਨਵਾਂ ਤਜਰਬਾ ਜਿਹੜਾ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ, ਜਿਹੜਾ ਹੁਣ ਤੁਸੀਂ 13 ਦਿਨਾਂ ਦੇ ਵਿੱਚ ਜਿਹੜਾ 2000 ਬੱਚੇ ਨੂੰ ਸਿਖਾਉਣਾ ਹੈ, ਉਹਦੇ ਬਾਰੇ ਜ਼ਰੂਰ ਡਿਟੇਲ ਦੱਸੋ ਜੀ। ਉਹਦੇ ਲਈ ਮੈਂ ਜਿਵੇਂ ਪਹਿਲਾਂ ਵੀ ਦੱਸਿਆ, ਸਾਡਾ ਟਾਰਗੇਟ ਹੈ, ਅਸੀਂ 3 ਤਰੀਕ ਤੋਂ ਸ਼ੁਰੂ ਕੀਤਾ ਹੋਇਆ ਹੈ ਪ੍ਰੋਗਰਾਮ, ਔਰ ਅਸੀਂ 17 ਤਰੀਕ ਤੱਕ ਇਸ ਨੂੰ ਕੰਟੀਨਿਊ ਚਲਾਉਣਾ ਹੈ। ਔਰ ਇਹ ਅਸੀਂ ਹਲੇ ਟ੍ਰਾਇਲ ਕਰ ਰਹੇ ਹਾਂ। ਇਸ ਤੋਂ ਬਾਅਦ ਸਾਡਾ ਅਸੀਂ ਹਰ ਮਹੀਨੇ 10 ਤੋਂ 15 ਕੈਂਪ ਫ੍ਰੀ ਲਾਵਾਂਗੇ, ਔਰ ਉਹਦੇ ਵਿੱਚ ਅਸੀਂ ਅਲੱਗ ਤੋਂ ਅਲੱਗ ਸਕੂਲਾਂ ਦੇ ਵਿੱਚ ਜਾ ਕੇ ਇਹਨੂੰ ਸ਼ੁਰੂ ਕਰਾਂਗੇ। ਔਰ ਉਸ ਤੋਂ ਬਾਅਦ ਅਸੀਂ DO ਜੋ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਹੈ ਉਹਨਾਂ ਨਾਲ ਮਿਲ ਕੇ, ਤੇ ਡਿਸਟ੍ਰਿਕਟ ਸਪੋਰਟਸ ਆਫੀਸਰ ਹੈ ਉਹਨਾਂ ਨਾਲ ਮਿਲ ਕੇ ਇਹਨਾਂ ਨੂੰ ਅਸੀਂ ਇਹ ਨਹੀਂ ਇੱਦਾਂ ਨਹੀਂ ਛੱਡਣਾ ਚਾਹੁੰਦੇ ਅਸੀਂ ਕਿ ਵੀ ਅਸੀਂ ਟ੍ਰੇਨਿੰਗ ਕਰਵਾਤੀ ਹੈ ਔਰ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦਿਓ। ਇੱਕ ਦਿਨ ਦਾ ਅਸੀਂ ਕੈਂਪ ਲਾਇਆ ਵੀ ਚਲੋ ਠੀਕ ਹੈ ਜੀ ਸਾਡਾ ਪਰਪਸ ਹੱਲ ਹੋ ਗਿਆ ਜਾਂ ਕੁਛ ਹੈ, ਇੱਦਾਂ ਦਾ ਕੁਛ ਨਹੀਂ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਬੱਚਿਆਂ ਨੂੰ ਹਫ਼ਤੇ 'ਚ 1 ਦਿਨ, ਹਫ਼ਤੇ 'ਚ 2 ਦਿਨ ਉਹਨਾਂ ਨੂੰ ਟ੍ਰੇਨਿੰਗ ਸੈਸ਼ਨ ਮਿਲੇ। ਔਰ ਉਸ ਚੀਜ਼ ਦਾ ਅਸੀਂ ਪਹਿਲਾਂ ਤਾਂ ਇੱਕ ਗਰਾਊਂਡ ਜਾਂ ਬੇਸ ਬਣਾ ਲਈ ਹੈ ਕਿ ਉਹ ਬੱਚਾ ਚਾਹੁੰਦਾ ਹੈ ਕਿ ਵੀ ਮੈਂ ਰੈਗੂਲਰ ਟ੍ਰੇਨਿੰਗ ਕਰਨਾ ਚਾਹੁੰਦਾ ਵਾਂ। ਅਸੀਂ ਪਹਿਲਾਂ ਤੋਂ ਹੀ 2 ਸੈਂਟਰ ਹੈਗੇ ਨੇ ਉਹਦੇ ਸ਼ੁਰੂ ਕਰ ਲਏ ਨੇ। ਇੱਕ ਸਾਡਾ ਸੈਂਟਰ ਆਲਰੇਡੀ ਪੁਰਾਣਾ ਪਹਿਲਾਂ ਚੱਲਦਾ ਸੀ ਪਲੇਵੇ ਸਕੂਲ ਦੇ ਵਿੱਚ, ਇੱਕ ਹੁਣ ਅਰਬਨ ਸਟੇਟ ਦੇ ਕੋਲ ਪੈਂਦਾ ਬੇਸਿਕ ਸਕੂਲ, ਅਸੀਂ ਹੁਣ ਉਹਦੇ ਵਿੱਚ ਵੀ ਇੱਕ ਸੈਂਟਰ ਸ਼ੁਰੂ ਕਰ ਲਿਆ। ਔਰ ਉਹਦੇ ਵਿੱਚ ਅਸੀਂ ਇਹ ਬੱਚਿਆਂ ਨੂੰ ਦੱਸਣਾ ਹੈ ਕਿ ਵੀ ਅਸੀਂ ਸਕੂਲ ਟਾਈਮ 'ਚ ਆ ਕੇ ਜਿਹੜੀ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ। ਉਸ ਤੋਂ ਬਿਨਾਂ ਕਿਉਂਕਿ ਸਕੂਲ ਦੇ ਵਿੱਚ ਹੋਰ ਵੀ ਉਹਨਾਂ ਨੇ ਐਜੂਕੇਸ਼ਨ ਵੀ ਕਰਨੀ ਹੈ, ਹੋਰ ਸਾਰਾ ਵਰਕ ਉਹਨਾਂ ਨੇ ਕਰਨਾ ਹੈ ਵੀ ਜਿਹੜੇ ਬੱਚੇ ਉਸ ਤੋਂ ਬਿਨਾਂ ਬਾਹਰ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਉਹਨਾਂ ਲਈ ਅਸੀਂ ਫ੍ਰੀ ਆਫ ਕਾਸਟ ਹੈ, ਜੋ ਸਰਕਾਰੀ ਸਕੂਲਾਂ ਦੇ ਬੱਚੇ ਨੇ ਉਹਨਾਂ ਲਈ ਅਸੀਂ ਇਹ ਸਾਰੀ ਫ੍ਰੀ ਆਫ ਕਾਸਟ ਟ੍ਰੇਨਿੰਗ ਰੱਖੀ ਹੈ ਔਰ ਉਹ ਬੱਚੇ ਉੱਥੇ ਆ ਕੇ ਵੀ ਟ੍ਰੇਨਿੰਗ ਕਰ ਸਕਦੇ ਨੇ। ਔਰ ਇਹਦੇ ਵਿੱਚ ਸਾਨੂੰ ਜੋ ਕਾਫੀ ਦੇਰ ਤੋਂ ਸਪੋਰਟ ਕਰਦੇ ਆ ਰਹੇ ਨੇ ਜਿਹੜੇ ਮੈਂਬਰ ਸਾਹਿਬਾਨ ਨੇ, ਉਹ ਜਿਵੇਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਸ਼੍ਰੀ ਅਰਪਿਤ ਸ਼ੁਕਲਾ ਜੀ IPS ਅਫਸਰ, ਉਹਨਾਂ ਨੇ ਬਹੁਤ ਸਪੋਰਟ ਕੀਤਾ ਹੈ। ਸਾਡੇ ਸਤਿੰਦਰ ਸਰ, ਹੀ ਇਜ਼ SSP ਮੋਹਾਲੀ। ਔਰ ਉਸ ਤੋਂ ਬਿਨਾਂ ਪਲੇਵੇ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਾਡੀ ਤਾਈਕਵਾਂਡੋ ਲਈ ਬਾਂਹ ਫੜੀ ਜਿਨ੍ਹਾਂ ਨੇ, ਡਾਕਟਰ ਰਾਜਦੀਪ ਸਿੰਘ ਜੀ, ਪਲੇਵੇ ਸੀਨੀਅਰ ਸੈਕੰਡਰੀ ਸਕੂਲ ਤੋਂ,
ਉਸ ਤੋਂ ਬਿਨਾ ਜਿਵੇਂ ਇਸ ਗੇਮ ਨੂੰ ਜੇ ਮੈਂ ਕਹਾਂ ਕਿ ਹਾਂ ਬਈ ਅੱਗੇ ਜ਼ਿਆਦਾ ਪ੍ਰਫੁੱਲਿਤ ਕਰਨ ਵਾਸਤੇ ਜਾਂ ਫਿਰ ਜਿਵੇਂ ਮਿਸ ਇੰਡੀਆ ਜਾਂ ਨਾਰਥ ਇੰਡੀਆ ਦੇ ਲਈ ਕੰਟੈਸਟ ਦੇ ਲਈ ਸਾਨੂੰ ਵੀ ਦਿੱਲੀ ਤੱਕ ਸਾਡੇ ਕੈਂਪ ਲਵਾਏ, ਉਹ ਡਾਕਟਰ ਗੁਰਪ੍ਰੀਤ ਕਾਲੋ ਕੋਹਲੀ ਜੀ ਉਹਨਾਂ ਨੇ ਸਾਡੇ ਉਹ ਕਰਵਾਏ। ਯੂਨੀਵਰਸਿਟੀ ਪੱਧਰ ਤੇ ਸਾਡੇ ਜੋ ਡਾਇਰੈਕਟਰ ਸਪੋਰਟਸ ਹੈ ਉਹਨਾਂ ਨੇ ਸਾਨੂੰ ਕਾਫੀ ਹੈਲਪ ਕੀਤੀ, ਔਰ ਉਸ ਦੇ ਨਾਲ ਮੈਡਮ ਰੀਤੂ ਕੌਲ ਜੀ ਵੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ, ਇਹਨਾਂ ਨੇ ਵੀ ਸਾਨੂੰ ਕਾਫੀ ਸਪੋਰਟ ਕਰ ਰਹੇ ਨੇ, ਔਰ ਮੈਮ ਨੇ ਤਾਂ ਸਾਨੂੰ ਹਮੇਸ਼ਾ ਤੋਂ ਆਸ਼ੀਰਵਾਦ ਤੇ ਸਪੋਰਟ ਕਰਦੇ ਆ ਰਹੇ ਨੇ, ਜਿੱਥੇ ਬੁਲਾਉਂਦੇ ਆ ਸਾਡੇ ਕੋਲ ਸਮਾਂ ਦੇ ਕੇ ਪਹੁੰਚਦੇ ਨੇ। ਸ਼ਾਬਾਸ਼, ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਵੀ ਆਰ ਪ੍ਰਾਊਡ ਆਫ ਯੂ। ਥੈਂਕ ਯੂ ਜੀ ਰੀਤੂ ਜੀ, ਤੁਸੀਂ ਜਿਸ ਤਰ੍ਹਾਂ ਪਹਿਲਾਂ ਦੱਸ ਰਹੇ ਸੀ ਕਿ ਹਰ 15 ਮਿੰਟ ਬਾਅਦ ਜਿਹੜਾ ਦੇਸ਼ ਦੇ ਵਿੱਚ ਕ੍ਰਾਈਮ ਹੁੰਦਾ, ਇੱਕ ਰੇਪ ਹੁੰਦਾ, ਤੇ ਫਿਰ ਕਿਸ ਤਰ੍ਹਾਂ ਚੁਣਨ ਕੁੜੀਆਂ, ਕਿਸ ਤਰ੍ਹਾਂ ਗੇਮ ਨੂੰ ਚੁਣਨ ਜਾਂ ਕਿਸ ਤਰ੍ਹਾਂ ਸੈਲਫ ਡਿਫੈਂਸ ਨੂੰ ਚੁਣਨ, ਕੀ ਸੋਚ ਲੈ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਗੇਮ ਨਾਲ ਜਾਂ ਸੈਲਫ ਡਿਫੈਂਸ ਨਾਲ ਜੁੜ ਜਾਣਾ ਚਾਹੀਦਾ? ਜਦੋਂ ਅਸੀਂ ਜੈਂਡਰ ਸੈਂਸਿਟਾਈਜੇਸ਼ਨ ਦੀਆਂ ਵਰਕਸ਼ਾਪਸ ਲਗਾਉਂਦੇ ਆ ਤਾਂ ਉਹਦੇ 'ਚ ਕੁਝ ਸੋਲਿਊਸ਼ਨ ਬਾਅਦ ਵਿੱਚ ਦੱਸਦੇ ਆ ਕਿ ਕਿਸ ਤਰ੍ਹਾਂ ਕਿਹੜੇ ਪੁਆਇੰਟਸ 'ਤੇ ਅਵੇਅਰ ਹੋਣ ਦੀ ਜ਼ਰੂਰਤ ਹੈ। ਉਹਦੇ ਵਿੱਚ ਕੁੜੀਆਂ ਲਈ ਸਭ ਤੋਂ ਵੱਡਾ ਇੱਕ ਪੁਆਇੰਟ ਹੁੰਦਾ ਹੈ ਸੈਲਫ ਡਿਫੈਂਸ ਟੈਕਨੀਕ ਸਿੱਖਣੀ। ਉਹ ਸਿੱਖਣ, ਯੂਨਿਟੀ ਰੱਖਣ, ਜਾਂ ਜਿਸ ਤਰ੍ਹਾਂ ਬੱਸਾਂ ਦੇ ਵਿੱਚ ਕੁੜੀਆਂ ਟਰੈਵਲ ਕਰਦੀਆਂ ਤਾਂ ਕੋਈ ਈਵ ਟੀਜ਼ਿੰਗ ਹੁੰਦੀ ਹੈ ਬਹੁਤ ਜ਼ਿਆਦਾ ਪੰਜਾਬ 'ਚ, ਇੰਡੀਆ 'ਚ ਜਾਂ ਨਾਰਥ ਵਿੱਚ ਸਪੈਸ਼ਲੀ, ਤਾਂ ਉਸ ਕੇਸ ਵਿੱਚ ਮੈਨੂੰ ਲੱਗਦਾ ਹੈ ਕਿ ਕੁੜੀਆਂ ਇੱਕ ਤਾਂ ਇਕੱਠੇ ਹੋ ਕੇ ਥੋੜ੍ਹਾ ਜਿਹਾ ਹੌਸਲਾ ਕਰਨ ਤਾਂ ਇਸ ਤਰ੍ਹਾਂ ਦੇ ਲੋਕ ਬੜੇ ਡਰਪੋਕ ਹੁੰਦੇ ਆ, ਬੜੀ ਜਲਦੀ ਇਹ ਨੱਠ ਜਾਂਦੇ ਹੈ। ਸੋ ਇੱਕ ਤਾਂ ਕੁੜੀਆਂ ਨੂੰ ਯੂਨਿਟੀ ਰੱਖਣ ਦੀ ਜ਼ਰੂਰਤ ਹੈ, ਦੂਸਰਾ ਥੋੜ੍ਹਾ ਜਿਹਾ ਹੌਸਲਾ ਦਿਖਾਉਣ ਦੀ ਜ਼ਰੂਰਤ ਹੈ। ਸੈਲਫ ਡਿਫੈਂਸ ਸਿੱਖੀ ਹੋਏ ਤਾਂ ਇਹ ਇੱਕ ਸਭ ਤੋਂ ਐਡਿਡ ਐਡਵਾਂਟੇਜ ਹੈ, ਉਹ ਨਾ ਸਿਰਫ ਆਪਣੀ ਪ੍ਰੋਟੈਕਸ਼ਨ ਕਰ ਸਕਦੀਆਂ, ਆਪਣੇ ਨਾਲ ਦੀਆਂ ਦੂਸਰੀਆਂ ਕੁੜੀਆਂ ਨੂੰ ਵੀ ਪ੍ਰੋਟੈਕਟ ਕਰ ਸਕਦੀਆਂ। ਸੋ ਇਸ ਤਰ੍ਹਾਂ ਹੌਲੀ ਹੌਲੀ ਮੈਨੂੰ ਲੱਗਦਾ ਕੁੜੀਆਂ ਸਾਰੀਆਂ ਸਿੱਖਣਗੀਆਂ ਤਾਂ ਕਿਤੇ ਨਾ ਕਿਤੇ ਉਹਦਾ ਇੰਪਲੀਕੇਸ਼ਨ ਅੱਛੀ ਹੋਏਗੀ ਜਾਂ ਕੁਛ ਨਾ ਕੁਛ ਬੈਟਰ ਰਿਜ਼ਲਟਸ ਨਿਕਲਣਗੇ। ਖੈਰ ਸਮਾਂ ਇਜਾਜ਼ਤ ਨਹੀਂ ਦਿੰਦਾ, ਚਾਹੁੰਦੇ ਸੀ ਅਸੀਂ ਕਿ ਇਹ ਇੰਟਰਵਿਊ ਸ਼ਾਇਦ ਹੋਰ ਲੰਬੀ ਹੋ ਜਾਏ, ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਸਮਾਂ ਬੰਨਿਆ ਰਵੇ, ਤੁਹਾਡੇ ਨਾਲ ਗੱਲਾਂ ਕਰਦੇ ਰਹੀਏ ਸਾਰਿਆਂ ਨਾਲ, ਪਰ ਆਖਰੀ ਦੇ ਵਿੱਚ ਮੈਂ ਚਾਹਾਂਗਾ ਜ਼ਰੂਰ ਕਿ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਕੋਈ ਨਾ ਕੋਈ ਮੈਸੇਜ ਦਿਓ ਤਾਂ ਜੋ ਉਹ ਵੀ ਖੇਡਾਂ ਪ੍ਰਤੀ ਕਿਤੇ ਨਾ ਕਿਤੇ ਜੁੜਨ, ਤੇ ਖਾਸ ਕਰਕੇ ਬੱਚੇ। ਇੱਦਾਂ ਸਰ ਵੀ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨ। ਬੇਸ਼ੱਕ ਉਹ ਬੱਚੇ ਦੀ ਉਮਰ 3 ਸਾਲ ਹੈ, 4 ਸਾਲ ਹੈ, ਸਾਨੂੰ ਲੱਗਦਾ ਕਿ ਜਦੋਂ ਬੱਚਾ ਚੱਲਣ ਜੋਗਾ ਹੋ ਗਿਆ, ਅਸੀਂ ਦੇਖਦੇ ਹਾਂ ਕਿ ਵੀ ਬੱਚਾ ਰੋ ਰਿਹਾ ਤੇ ਅਸੀਂ ਮੋਬਾਈਲ ਅੱਗੇ ਰੱਖ ਦਿੰਦੇ ਹਾਂ, ਹੈ ਨਾ, ਤੇ ਉਹਨਾਂ ਨੂੰ ਚਾਹੀਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨ ਔਰ ਕੋਈ ਨਾ ਕੋਈ ਐਕਟੀਵਿਟੀ ਉਹਨੂੰ ਕਰਾਉਂਦੇ ਰਹਿਣ। ਔਰ ਕੁਝ ਗੇਮਾਂ ਇੱਦਾਂ ਦੀਆਂ ਬਹੁਤ ਜ਼ਰੂਰੀ ਨੇ, ਜਿਵੇਂ ਸੈਲਫ ਡਿਫੈਂਸ ਹੋ ਗਿਆ, ਉਹ ਕੋਈ ਵੀ ਫਾਰਮ ਚੱਕ ਲੈਣ, ਉਹ ਤਾਈਕਵਾਂਡੋ ਚੱਕ ਸਕਦੇ, ਯੂਡੋ, ਕਰਾਟੇ, ਬਾਕਸਿੰਗ, ਕਿਕ ਬਾਕਸਿੰਗ, ਕੋਈ ਵੀ ਫਾਰਮ ਚੱਕ ਕੇ ਉਹਨਾਂ ਲਈ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਆਉਣਾ ਚਾਹੀਦਾ। ਦੂਸਰਾ, ਉਹਨਾਂ ਨੂੰ ਸਵਿਮਿੰਗ ਬੱਚਿਆਂ ਨੂੰ ਜ਼ਰੂਰ ਆਉਣੀ ਚਾਹੀਦੀ ਹੈ ਕਿ ਉਹ ਸਵਿਮਿੰਗ ਵੀ ਸਿੱਖਣ। ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਆਪਣੀ ਸ਼ਖਸੀਅਤ ਨੂੰ ਉਭਾਰਨ ਵਾਸਤੇ ਇੱਕ ਇੱਦਾਂ ਦਾ ਵੀ ਮੈਮ ਟੈਲੈਂਟ ਹੋਣਾ ਚਾਹੀਦਾ ਕਿ ਬੱਚੇ ਨੂੰ ਡਾਂਸ ਜਾਂ ਫਿਰ ਸਿੰਗਿੰਗ ਕੁਛ ਨਾ ਕੁਛ ਜ਼ਰੂਰ ਆਉਣਾ ਚਾਹੀਦਾ। ਔਰ ਇਹਨਾਂ ਦੇ ਲਈ ਘਰਾਂ ਦੇ ਵਿੱਚ ਰਹਿ ਕੇ ਨਹੀਂ ਹੋ ਪਾਏਗਾ, ਉਹਨਾਂ ਬੱਚਿਆਂ ਨੂੰ ਬਾਹਰ ਅਕੈਡਮੀਆਂ 'ਚ ਜਾਣਾ ਪਏਗਾ ਔਰ ਉਹਨਾਂ ਨੂੰ ਟ੍ਰੇਨਿੰਗ ਲੈਣੀ ਪਏਗੀ। ਤੇ ਜਿੱਥੇ ਮੈਂ ਗੱਲ ਕਰ ਰਿਹਾ ਸੈਲਫ ਡਿਫੈਂਸ ਦੀ, ਅੱਜ ਦੇ ਟਾਈਮ ਦੇ ਵਿੱਚ ਖਾਸ ਕਰਕੇ ਸਾਡੇ ਇੰਡੀਆ 'ਚ ਬਹੁਤ ਜ਼ਰੂਰੀ ਹੈ ਕਿ ਉਹ ਅੱਜ ਹਰ ਲੜਕੀ ਨੂੰ ਸੈਲਫ ਡਿਫੈਂਸ ਜ਼ਰੂਰ ਆਉਣੀ ਚਾਹੀਦੀ ਹੈ। ਔਰ ਮੈਨੂੰ ਆਪਣਾ ਇੱਦਾਂ ਹੈ ਕਿ ਵੀ ਇਹਨਾਂ ਬੱਚਿਆਂ ਦੇ ਨਾਲ ਇੰਨੀ ਦੇਰ ਤੋਂ ਮੈਂ ਕੰਮ ਕਰ ਰਿਹਾ ਵਾਂ, ਕਿਤੇ ਨਾ ਕਿਤੇ ਇਹਨਾਂ ਤੋਂ ਵੀ ਮੈਂ ਸਿੱਖ ਰਿਹਾ ਵਾਂ ਜੀ। ਨਹੀਂ ਸਤਵਿੰਦਰ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਮੈਂ ਤੁਹਾਨੂੰ ਇਸ ਦੀ ਬਹੁਤ ਵਧਾਈ ਦਿੰਦੀ ਹਾਂ ਕਿ ਤੁਸੀਂ ਇਹ ਇੱਕ ਸੇਵਾ ਹੈ ਜਿਹੜੀ ਕਿ ਤੁਹਾਡੀ ਪ੍ਰਮਾਤਮਾ ਨੇ ਤੁਹਾਡੇ ਲੇਖੇ ਲਾਈ ਹੈ, ਤਾਂ ਤੁਸੀਂ ਉਸ ਜਿਹੜਾ ਗੁਣ ਹੈ ਆਪਣਾ ਬੱਚਿਆਂ 'ਚ ਵੰਡ ਰਹੇ ਹੋ। ਤੁਸੀਂ ਇੱਦਾਂ ਹੀ ਲੱਗੇ ਰਹੋ, ਇੰਨੀ ਸ਼ਿੱਦਤ ਨਾਲ ਕੰਮ ਕਰਦੇ ਰਹੋ। ਸਾਡੀ ਤਾਂ ਇਹੀ ਦੁਆ ਹੈ ਕਿ ਤੁਸੀਂ ਬਹੁਤ ਜ਼ਿਆਦਾ ਤਰੱਕੀ ਕਰੋ ਔਰ ਤੁਹਾਡੇ ਤਾਇਕਵਾਂਡੋ ਦੇ ਇੰਨਾ ਕਾਮਨ ਸਟੂਡੈਂਟ ਹੋ ਜਾਣ ਕਿ ਲੋਕ ਹਾਕੀ, ਕ੍ਰਿਕਟ ਖੇਲਣੀ ਭੁੱਲ ਜਾਣ ਤੇ ਸਿਰਫ ਤਾਇਕਵਾਂਡੋ ਹੀ ਖੇਲਣ। ਕਿਉਂਕਿ ਇਹਦੇ ਵਿੱਚ ਬੜੀ ਖਾਸ ਗੱਲ ਹੈ ਕਿ ਸੈਲਫ ਡਿਫੈਂਸ ਜਿਹੜਾ ਸ਼ਬਦ ਯੂਜ਼ ਕਰਦੇ ਨੇ, ਆਤਮ ਰੱਖਿਅਕ ਜਿਹੜਾ ਬੰਦਾ ਹੋ ਗਿਆ ਮੇਰੇ ਖਿਆਲ ਨਾਲ ਉਹਨੂੰ ਸ਼ਾਇਦ ਕਿਤੇ ਨਾ ਕਿਤੇ ਸੈਲਫ ਡਿਫੈਂਸ ਮੇਰਾ ਖਿਆਲ ਬੱਚਿਆਂ ਨੂੰ ਵੀ ਲੋੜ ਹੈ, ਬਜ਼ੁਰਗਾਂ ਨੂੰ ਵੀ ਲੋੜ ਹੈ ਤੇ ਜਵਾਨਾਂ ਨੂੰ ਵੀ ਲੋੜ ਹੈ, ਤੇ ਇਟਸ ਏ ਕਾਮਨ ਸਬਜੈਕਟ। ਸੋ ਬਹੁਤ ਅੱਛੀ ਤੁਸੀਂ ਸੇਵਾ ਕਰ ਰਹੇ ਹੋ। ਇਸ ਦੇ ਨਾਲ ਕਿਤੇ ਨਾ ਕਿਤੇ ਸੁਨੀਤਾ ਜੀ ਇਹ ਵੀ ਕ੍ਰਾਈਮ ਘਟ ਸਕਦਾ, ਕਿਉਂਕਿ ਆਮ ਦੇਖਿਆ ਗਿਆ ਕਿ ਹੁਣ ਕਈ ਸ਼ਹਿਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ, ਫਟਾਫਟ ਗਲਾਂ ਦੇ ਵਿੱਚੋਂ ਚੈਨੀਆਂ ਕੱਢ ਕੇ ਲੈ ਜਾਂਦੇ ਨੇ ਜਾਂ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਚੋਰੀਆਂ ਵੱਧ ਗਈਆਂ ਨੇ। ਅਗਰ ਉਹ ਸੈਲਫ ਡਿਫੈਂਸ ਦੇ ਨਾਲ ਜੁੜਿਆ ਹੈ ਤਾਂ ਉਹ ਕਿਤੇ ਨਾ ਕਿਤੇ ਆਪਣੀ ਰੱਖਿਆ ਜਿਹੜੀ ਅਸੀਂ ਕ੍ਰਾਈਮ ਨੂੰ ਰੋਕ ਵੀ ਸਕਦੇ ਹਾਂ, ਜਿਵੇਂ ਕਿ ਰਿਤੂ ਮੈਮ ਨੇ ਕਿਹਾ ਸੀ ਸ਼ੁਰੂ 'ਚ ਸੋਸਾਇਟੀ ਵਿੱਚ ਕ੍ਰਾਈਮ ਵੱਧ ਰਿਹਾ ਹੈ, ਉਸੇ ਤਰ੍ਹਾਂ ਸੈਲਫ ਡਿਫੈਂਸ ਟੈਕਨੀਕਸ ਦੀ ਵੀ ਜ਼ਰੂਰਤ ਵੱਧ ਰਹੀ ਹੈ। ਜਾਂ ਇਹ ਕ੍ਰਾਈਮ ਸਿਰਫ ਫੀਮੇਲਸ ਲਈ ਅਗੇਂਸਟ ਨਹੀਂ ਹੈ, ਕਿਸੇ ਤੇ ਵੀ ਹੋ ਸਕਦਾ ਅਟੈਕ, ਕੋਈ ਬਜ਼ੁਰਗ ਹੈ ਜਾਂ ਅੱਜ ਦੀ ਡੇਟ ਵਿੱਚ ਜਿਸ ਤਰ੍ਹਾਂ ਲੋਕ ਅਨਐਮਪਲੋਇਮੈਂਟ ਹੋ ਰਹੀ ਹੈ, ਇਹ ਕਿਤੇ ਨਾ ਕਿਤੇ ਇਟ ਵਿਲ ਲੀਡ ਟੂ ਨਹੀਂ, ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਹੜਾ ਇਹ ਤਾਇਕਵਾਂਡੋ ਹੈ ਇਸ ਨੂੰ ਅਸੀਂ ਆਪਣੇ ਮਾਰਸ਼ਲ ਆਰਟ ਨਾਲ, ਗੱਤਕੇ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਸਾਡਾ ਕਿੰਨਾ ਉਹ ਸੈਲਫ ਡਿਫੈਂਸ ਹੈ ਉਹ ਵੀ
ਹਾਂ ਤੇ ਬਹੁਤ ਇਹਨੂੰ ਬਰੀਕੀ ਨਾਲ ਦੇਖੀਏ ਤਾਂ ਅਸੀਂ ਉਹਦੇ ਨਾਲ ਵੀ ਜੁੜਿਆ ਜਾ ਸਕਦਾ। ਜੁੜੇ ਜਾ ਅੱਗੇ ਤੋਂ ਅੱਗੇ ਮੈਨੂੰ ਲੱਗਦਾ ਹੈ ਕਿ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਇਹਨੂੰ ਕੋਰਸ ਕਿਉਰਿਕੂਲਮ ਦਾ ਪਾਰਟ ਹੀ ਬਣਾ ਦੇਣਾ ਚਾਹੀਦਾ ਹੈ, ਤਾਂ ਕਿ ਹਰ ਇੱਕ ਲਈ ਕੰਪਲਸਰੀ ਕਰ ਦੇਣ ਕਿ ਇੱਕ ਬੇਸਿਕ ਮਿਨੀਮਮ ਸੈਲਫ ਡਿਫੈਂਸ ਟੈਕਨੀਕ ਹਰ ਬੱਚੇ ਨੇ ਸਿੱਖਣੀ ਹੈ। ਹਾਂ ਬਿਲਕੁਲ। ਗੁਰਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਤੁਹਾਡਾ ਤਜਰਬਾ ਬਾਹਰਲੇ ਮੁਲਕਾਂ ਦਾ ਤੇ ਆਪਣੇ ਦੇਸ਼ ਦਾ ਬਹੁਤ ਜ਼ਿਆਦਾ ਹੈ। ਮੈਨੂੰ ਇਵੇਂ ਲੱਗਦਾ ਹੈ ਕਿ ਗੇਮ ਨੂੰ, ਟਾਈਕਵਾਂਡੋ ਗੇਮ ਨੂੰ ਇੱਕ ਗਵਰਨਮੈਂਟ ਸਪੋਰਟ ਮਿਲਣੀ ਚਾਹੀਦੀ ਹੈਗੀ ਹੈ, ਜਿਵੇਂ ਰਿਤੂ ਜੀ ਨੇ ਕਿਹਾ ਕਿ ਇਹਨੂੰ ਕੰਪਲਸਰੀ ਬਣਾ ਦੇਣਾ ਚਾਹੀਦਾ ਹੈਗਾ ਸਕੂਲਾਂ ਵਿੱਚ, ਯੂਨੀਵਰਸਿਟੀ ਵੇਅਰਐਵਰ। ਮਤਲਬ ਥੋੜਾ ਜਿਹਾ ਇਹ ਨਹੀਂ ਕਿ ਸਾਰਾ ਹਫਤਾ ਤੁਸੀਂ ਟ੍ਰੇਨਿੰਗ ਲਓ। ਆਈ ਥਿੰਕ ਵਾਂਸ ਅ ਵੀਕ ਇਜ਼ ਸਫੀਸ਼ੀਐਂਟ, ਆਈ ਬਿਲੀਵ। ਤੁਸੀਂ ਕੁਝ ਮਹੀਨੇ ਵਿੱਚ ਹੀ ਆਪਣੇ ਆਪ ਨੂੰ ਇੰਨਾ ਬਣਾ ਸਕਦੇ ਹੈਗੇ ਕਿ ਯੂ ਕੈਨ ਡਿਫੈਂਡ ਯੋਰਸੈਲਫ। ਸੋ ਮੈਨੂੰ ਲੱਗਦਾ ਹੈ ਕਿ ਇੱਕ ਸਰਕਾਰ ਨੂੰ ਵੀ ਕੋਈ ਐਕਸ਼ਨ ਲੈਣਾ ਚਾਹੀਦਾ ਹੈਗਾ, ਕੋਈ ਸਪੋਰਟ, ਜਿਵੇਂ ਸਤਵਿੰਦਰ ਜੀ ਵਰਗੇ ਆਪਣੇ ਆਪ ਵਿਚਾਰੇ ਕਰੀ ਜਾਂਦੇ, ਕਾਫੀ ਕੁਝ ਕਰਨਾ ਚਾਹੁੰਦੇ, ਕਈ ਨਹੀਂ ਵੀ ਸ਼ਾਇਦ ਕਈ ਵਾਰ ਕਰ ਪਾਉਂਦੇ ਹੋਣੇ। ਸੋ ਅਗਰ ਉਹਨਾਂ ਨੂੰ ਸਪੋਰਟ ਮਿਲਦੀ ਰਹੇਗੀ ਤਾਂ ਮੈਨੂੰ ਲੱਗਦਾ ਹੈ ਕਿ ਅੱਗੇ ਹੋਰ ਇਹ ਅੱਛਾ ਕੰਮ ਕਰਨਗੇ। ਸੋ ਆਈ ਥਿੰਕ everyone must support him, ਮਤਲਬ not him personally, ਪਰ ਜੋ ਵੀ ਟਾਈਕਵਾਂਡੋ ਦੇ ਨਾਲ ਜਿਵੇਂ ਜੁੜੇ ਹੋਏ ਨੇ, his game। ਤੇ ਇਵੇਂ ਹੀ ਅੱਗੇ ਕੁਝ ਪਾਲਿਸੀਜ਼ ਹੋਣੀ ਚਾਹੀਦੀਆਂ ਹੈਗੀਆਂ ਲਾਅ ਵਿੱਚ। ਜੀ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ, ਕਿਉਂਕਿ ਤੁਸੀਂ ਆਪਣੀ ਆਪਣੀ ਫੀਲਡ ਦੇ ਵਿੱਚ ਸਾਰੇ ਜਿਹੜੇ ਮਹਾਰਥੀ ਹੋ ਤੇ ਸਾਡੇ ਵਿਹੜੇ ਪਹੁੰਚੇ ਹੋ। ਅਸੀਂ ਤੁਹਾਡਾ ਅੰਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।